ਜਿਹੜੇ ਐਲਾਨ ਅੱਜ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਔਰਤਾਂ ਦੇ ਲਈ ਜਿਹੜਾ ਸਫ਼ਰ ਬੱਸਾਂ ਦਾ ਮੁਫਤ ਕਰ ਦਿੱਤਾ ਗਿਆ ਹੈ। ਅੱਜ ਕੈਪਟਨ ਸਾਹਿਬ ਵੱਲੋਂ ਐਲਾਨ ਕੀਤਾ ਗਿਆ। ਇਹ ਐਲਾਨ ਮਹਿਲਾ ਦਿਵਸ ਮੌਕੇ ਔਰਤਾਂ ਲਈ ਕੀਤਾ ਗਿਆ ਜਾਂ 50% ਔਰਤ ਵੋਟਰਾਂ ਦੇ ਲਈ? ਅਸਲ ਵਿੱਚ ਇਹ ਸਫ਼ਰ ਫ੍ਰੀ ਤੇ ਕਰ ਦਿੱਤਾ ਗਿਆ, ਪਰ ਅੰਗਰੇਜ਼ੀ ਵਾਲਾ ਪੰਜਾਬੀ ਵਾਲਾ ਨਹੀਂ ਹੈ। SUFFER ਵਾਲਾ ਕਿ ਉਹ ਫ੍ਰੀ ਚ ਸਫਰਿੰਗ ਜਿਹੜੀ ਆ ਕਰਦੀ ਰਹਿਣ। ਹਾਲਤ ਉਸ ਸਕੀਮ ਦੀ ਇਹ ਹੈਗੀ 51,000 ਜਿਹੜੀ ਅੱਜ ਅਨਾਉਂਸ ਕੀਤੀ ਹੈ ਕਿ ਇਹਨਾਂ ਕੋਲ ਇੰਨਾ ਪੈਸਾ ਹੈਗਾ। ਮੈਨੂੰ ਨਹੀਂ ਲੱਗਦਾ ਇੰਨਾ ਪੈਸਾ ਹੋਵੇ, ਪਰ ਕਈ ਵਾਰੀ ਵਿਆਹ ਤੋਂ ਬਾਅਦ ਨਿਆਣੇ ਇੱਕ ਦੋ ਹੋ ਜਾਂਦੇ ਆ, ਉਹ ਸ਼ਗਨ ਸਕੀਮ ਨਹੀਂ ਮਿਲਦਾ ਹੈ। ਅਜਿਹਾ ਹੀ ਫੈਕਟਰ ਇਸਤੇਮਾਲ ਕੀਤਾ ਸੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਹੋਣੇ ਸੀ ਤਾਂ ਉਹਨਾਂ ਨੇ DTC ਜਿਹੜੀਆਂ ਬੱਸਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਸਫ਼ਰ ਮੁਫਤ ਕਰ ਦਿੱਤਾ ਸੀਗਾ। ਸੋ ਇਹ ਫੈਕਟਰ ਕੰਮ ਕਰੇਗਾ ਕੈਪਟਨ ਸਰਕਾਰ ਦੀ ਇਲੈਕਸ਼ਨ ਦੇ ਮੌਕੇ ਤੇ। ਹੁਣ ਸਵਾਲ ਇਹ ਹੈ ਕਿ ਕਿੰਨਿਆਂ ਨੂੰ ਮਿਲਦਾ, ਕਿੰਨਿਆਂ ਨੂੰ ਨਹੀਂ ਮਿਲਦਾ, ਤੂੰ ਕੌਣ ਮੈਂ ਕੌਣ। ਇਹ ਜਿਹੜਾ ਬਜਟ ਹੈ ਇਸ ਵੇਲੇ ਜਿਹਦੇ ਨਾਲ ਜਿਹੜੀ ਤੁਸੀਂ ਮੇਰੇ ਅੱਗੇ ਅੜਾਉਣੀ ਪਾਈ ਹੈ, ਕੁੰਡੀ ਰੱਖੀ ਹੈ, ਇਹ ਅਸਲ 'ਚ ਨਾ ਤਾਂ ਇਹ ਉਹ ਸੁਪਨੇ ਪੂਰੇ ਕਰਨ ਵਾਲਾ ਜਿਹੜੇ 4 ਸਾਲ ਪਹਿਲਾਂ ਕਾਂਗਰਸ ਨੇ ਲੋਕਾਂ ਨੂੰ ਦਿੱਤੇ ਸੀਗੇ, ਤੇ ਨਾ ਹੀ ਇਹ ਕੋਈ ਪੰਜਾਬ ਦੇ ਵਿਕਾਸ ਦਾ ਜਾਂ ਔਰਤ ਦੇ ਵਿਕਾਸ ਦਾ, ਔਰਤਾਂ ਦੀ ਲਿਬਰੇਸ਼ਨ ਦਾ ਜਾਂ ਕਿਸੇ ਦਾ ਵੀ ਪੰਜਾਬ ਦੇ ਵਿਕਾਸ ਦਾ ਕੋਈ ਇਹਦੇ ਵਿੱਚ ਮਤਲਬ ਨਹੀਂ ਹੈ। ਤੁਸੀਂ ਗੱਲ ਕਰ ਰਹੇ ਸੀ ਵੀ ਔਰਤਾਂ ਦੇ ਹੱਕਾਂ ਦੀ ਬਹੁਤ ਕੁਝ ਕਰਨ ਦੀ ਲੋੜ ਹੈ। ਤੁਹਾਨੂੰ ਕੀ ਲੱਗਦਾ ਹੈ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਹਜੇ ਵੀ ਵਰਲਡ ਵਾਈਡ ਜਦੋਂ ਅਸੀਂ ਸੋਚਦੇ ਹਾਂ ਤਾਂ ਕੀ ਉਹ ਕਰਨ ਦੀ ਲੋੜ ਹੈ? ਜਿਹੜੇ ਸਾਡੇ ਲੀਡਰਸ ਹੈਗੇ ਆ ਦੇ ਹੈਵ ਟੂ ਟੇਕ ਅ ਸਟਰੋਂਗ ਸਟੈਂਡ ਅਬਾਊਟ ਜੈਂਡਰ ਐਕੁਇਟੀ। ਜੇ ਤੁਸੀਂ ਮੈਨੂੰ ਇੱਕ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਸ਼ਰੀ ਕਿ ਮੈਂ ਜਿਹੜੀ ਸਰਕਾਰ ਦਾ ਹਿੱਸਾ ਹੈਗੀ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਜੇ ਤੁਸੀਂ ਹੁਣ ਅੱਜ ਦੇ ਸਮੇਂ ਵਿੱਚ ਸਾਡਾ ਕਾਕਸ ਦੇਖੋ, ਜਿਹੜਾ ਨਿਊ ਡੈਮੋਕ੍ਰੈਟਸ ਦਾ ਕਾਕਸ ਹੈ, ਔਰਤਾਂ ਦੀ ਗਿਣਤੀ ਜ਼ਿਆਦਾ ਹੈਗੀ ਬੰਦਿਆਂ ਤੋਂ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਕੋਈ ਡਿਵਰਸ ਬੈਕਗ੍ਰਾਉਂਡ ਤੋਂ ਆ ਰਹੀ ਹੈ, ਜਿਹਨੂੰ ਅਸੀਂ ਬਾਈਪੌਕ ਕਹਿੰਦੇ ਆ, ਬਲੈਕ, ਇੰਡੀਜਨਸ ਜਾਂ ਪਰਸਨ ਆਫ ਕਲਰ ਉਹਦੀ ਬੈਕਗ੍ਰਾਉਂਡ ਹੋਵੇ, ਉਸ ਔਰਤ ਨੂੰ ਮੌਕਾ ਦਿੱਤਾ ਜਾਵੇ। ਸੋ ਐਵੇਂ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਆਈ ਥਿੰਕ ਉਹ ਚੱਲ ਤਾਂ ਰਹੀਆਂ, ਬਹੁਤ ਜ਼ਿਆਦਾ ਗੱਲਾਂ ਵੀ ਬਹੁਤ ਜ਼ਿਆਦਾ ਹੁੰਦੀਆਂ, ਪਰ ਆਈ ਥਿੰਕ ਮੋਰ ਨੀਡਸ ਟੂ ਬੀ ਡਨ ਔਨ ਦੈਟ। ਅਸੀਂ ਜਾਣਦੇ ਹਾਂ ਕਿ ਸ਼ਹਿਰੀ ਜਿਹੜਾ ਪਿਛਲਾ 1 ਸਾਲ ਰਿਹਾ ਹੈ ਜਦ ਪੈਂਡੈਮਿਕ ਵਿੱਚੋਂ ਅਸੀਂ ਗੁਜ਼ਰ ਰਹੇ ਸੀਗੇ, ਤੇ ਇੱਕ ਬਹੁਤ ਜਿਹੜੀ ਸੈਡ ਰਿਐਲਿਟੀ ਜਿਹੜੀ ਸਾਹਮਣੇ ਨਜ਼ਰ ਆਈ ਸਾਨੂੰ ਕਿ ਔਰਤਾਂ ਦੇ ਲਈ ਜਿਹੜੀ ਔਰਤਾਂ ਦੇ ਖਿਲਾਫ ਜਿਹੜਾ ਵਾਇਲੈਂਸ ਹੈ ਉਹਦੇ ਵਿੱਚ ਵਾਧਾ ਦੇਖਣ ਚ ਆਇਆ। ਸਟੈਟਿਸਟਿਕਸ ਕੈਨੇਡਾ ਨੇ ਇਹ ਗੱਲ ਬਹੁਤ ਜ਼ਿਆਦਾ ਕੀਤੀ। ਕੇਜਰੀਵਾਲ ਨੂੰ ਵੀ ਚੋਣਾਂ ਜਿਤਾਈਆਂ, ਉਹਨਾਂ ਦੇ ਪ੍ਰੋਗਰਾਮ ਵੀ ਬਣਾ ਕੇ ਦਿੱਤੇ, ਉਹਨਾਂ ਨੇ ਮੋਦੀ ਨੂੰ ਵੀ ਜਿਤਾਈਆਂ, ਉਹਨਾਂ ਨੇ ਹੋਰਨਾਂ ਕਈਆਂ ਨੂੰ ਜਿਤਾਈਆਂ। ਮੇਰਾ ਖਿਆਲ ਤ੍ਰਿਣਮੂਲ ਕਾਂਗਰਸ ਦਾ ਵੀ ਇੱਕ ਵਾਰੀ ਮਾੜਾ ਮੋਟਾ ਕੀਤਾ ਸੀ, ਤੇ ਇੱਥੇ ਤੇ ਦੂਜੀ ਵਾਰੀ ਆ ਗਏ ਆ, ਤੇ ਹੁਣ ਤੇ ਸਰਕਾਰ 'ਚ ਹੀ ਵੜ ਕੇ ਬਹਿ ਗਏ। ਹੁਣ ਸਰਕਾਰ ਦਾ ਕੈਬਨਿਟ ਰੈਂਕ ਲੈ ਗਏ, ਤੇ ਉਹਨਾਂ ਵੱਲੋਂ ਇਹ ਸਾਰੀਆਂ ਸਕੀਮਾਂ ਜਿਹੜੀਆਂ ਪੁਰਾਣੀਆਂ ਹੈਗੀਆਂ ਉਹਨੂੰ ਝਾੜ ਝੂੜ ਕੇ ਦੁਬਾਰਾ ਇੱਥੇ ਨਵੀਆਂ ਕਰਕੇ ਤੇ ਦੇ ਦਿੰਦੇ ਆ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਅੱਜ ਵਿਸ਼ਵ ਪੱਧਰ ਦੇ ਵਿੱਚ ਕੌਮਾਂਤਰੀ ਪੱਧਰ ਦੇ ਉੱਤੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮਹਿਲਾ ਦਿਵਸ ਹੈ ਮਨਾਇਆ ਜਾ ਰਿਹਾ ਹੈ। ਹੈਪੀ ਵਿਮਨਸ ਡੇ ਟੂ ਆਲ। ਪਰ ਅਜਿਹਾ ਕੀ ਬਦਲਿਆ ਕਿ ਕੌਮਾਂਤਰੀ ਮਹਿਲਾ ਦਿਵਸ ਨੂੰ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ? ਕੀ ਬਦਲਾਅ ਆਏ? ਕਈ ਦੇਸ਼ਾਂ ਦੇ ਵਿੱਚ ਤਾਂ ਇਸ ਤਰੀਕੇ ਦੇ ਬਦਲਾਅ ਆਏ ਨੇ ਕਿ ਮਹਿਲਾਵਾਂ ਨੇ ਬਹੁਤ ਜ਼ਿਆਦਾ ਤਰੱਕੀ ਹਾਸਲ ਕੀਤੀ ਹੈ, ਬਹੁਤ ਹੀ ਜ਼ਿਆਦਾ ਚੰਗਾ ਨਾਮ ਜਿਹੜਾ ਹੈ ਉਹ ਕਮਾਇਆ ਹੈ। ਕਈ ਦੇਸ਼ਾਂ ਦੇ ਵਿੱਚ ਅਜੇ ਵੀ ਮਹਿਲਾਵਾਂ ਦੇ ਖਿਲਾਫ ਜਿਹੜਾ ਕ੍ਰਾਈਮ ਹੈ ਉਹ ਵਧ ਰਿਹਾ ਹੈ। ਕਈ ਦੇਸ਼ਾਂ ਦੇ ਵਿੱਚ ਔਰਤਾਂ ਨੇ ਤਰੱਕੀ ਕੀਤੀ ਹੈ, ਸਿਆਸੀ ਤੌਰ ਦੇ ਉੱਤੇ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਮਹਿਲਾਵਾਂ ਪਹੁੰਚ ਗਈਆਂ ਨੇ, ਪਰ ਕਈ ਥਾਵਾਂ ਦੇ ਉੱਤੇ ਅਜੇ ਵੀ ਲਵ ਮੈਰਿਜ ਦੇ ਨਾਮ ਦੇ ਉੱਤੇ ਆਨਰ ਕਿਲਿੰਗ ਹੋ ਰਹੀ ਹੈ। ਅਜੇ ਵੀ ਭਰੂਣ ਹੱਤਿਆ ਵਰਗੀ ਜਿਹੜੀ ਲਾਨਤ ਕਹਿ ਸਕਦੇ ਹਾਂ ਉਹ ਅਰਾਊਂਡ ਸਾਡੀ ਕਮਿਊਨਿਟੀ ਦੇ ਅਰਾਊਂਡ ਘੁੰਮਦੀ ਦਿਖਾਈ ਦੇ ਰਹੀ ਹੈ, ਉਹ ਖਤਮ ਨਹੀਂ ਹੋਈ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ, ਪਰ ਹੈਰਾਨੀ ਇਹ ਹੁੰਦੀ ਕਿ ਵੀ ਜਦੋਂ ਇਦਾਂ ਦੀਆਂ ਬਲਾਵਾਂ ਸਾਡੇ ਸਿਰ ਦੇ ਉੱਤੇ ਨੇ ਤਾਂ ਮਹਿਲਾ ਦਿਵਸ ਜਿਹੜਾ ਹੈ ਉਸ ਨੂੰ ਜਦੋਂ ਸੈਲੀਬ੍ਰੇਟ ਕੀਤਾ ਜਾਂਦਾ ਤਾਂ ਕੀ ਸੋਚ ਕੇ ਸੈਲੀਬ੍ਰੇਟ ਇਹ ਸਾਰਾ ਕੀਤਾ ਜਾਂਦਾ ਹੈ? ਮਹਿਲਾਵਾਂ ਜਿਹੜੀਆਂ ਨੇ ਉਹ ਸੱਤਾ ਤੋਂ, ਪਿੱਤਰ ਸੱਤਾ ਤੋਂ ਰਾਜ ਸੱਤਾ ਤੱਕ ਦਾ ਜਿਹੜਾ ਰਸਤਾ ਹੈ ਉਹਨਾਂ ਨੇ ਆਪਣੇ ਲਈ ਕਿਵੇਂ ਬਣਾਇਆ, ਕਿਵੇਂ ਤੈਅ ਕੀਤਾ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਇੱਕ ਅਜਿਹੀ ਹੀ ਮਹਿਲਾ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਿਹੜੇ ਚੰਡੀਗੜ੍ਹ ਤੋਂ ਸਰੀ ਤੱਕ ਪਹੁੰਚੇ, BC ਦੇ ਵਿੱਚ MLA ਬਣੇ ਨੇ ਤੇ ਸਿਆਸੀ ਪੱਧਰ ਦੇ ਉੱਤੇ ਉਹਨਾਂ ਨੇ ਇੱਥੇ ਬਹੁਤ ਜ਼ਿਆਦਾ ਆਪਣਾ ਨਾਮ ਕਮਾਇਆ ਹੈ। ਇਸ ਵੇਲੇ ਔਰਤਾਂ ਦੀ ਆਵਾਜ਼ ਵੀ ਬਹੁਤ ਚੰਗੇ ਤਰੀਕੇ ਨਾਲ ਜ਼ੋਰਾਂ ਸ਼ੋਰਾਂ ਦੇ ਨਾਲ ਉਹ ਬੰਨ੍ਹਦੇ ਨੇ ਤੇ ਕਈ ਮੁੱਦਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਚੁੱਕਦੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਨਾਮ ਅਜੇ ਤੁਹਾਨੂੰ ਇਹਨਾਂ ਦਾ ਨਹੀਂ ਦੱਸਣਾ, ਨਾਮ ਮੈਂ ਥੋੜੀ ਦੇਰ ਤੱਕ ਤੁਹਾਨੂੰ ਦੱਸਾਂਗੀ, ਬਕਾਇਦਾ ਤੁਹਾਨੂੰ ਮਿਲਵਾਵਾਂਗੀ। ਇਸ ਤੋਂ ਪਹਿਲਾਂ ਸਾਡੇ ਨਾਲ ਪ੍ਰੋਫੈਸਰ ਮਨਜੀਤ ਜੀ ਪੰਜਾਬ ਤੋਂ ਜੁੜ ਰਹੇ ਨੇ, ਕਿਉਂਕਿ ਅਸੀਂ ਪੰਜਾਬ ਦਾ ਸਭ ਤੋਂ ਪਹਿਲਾਂ ਅਪਡੇਟ ਲੈ ਲਈਏ। ਪੰਜਾਬ ਦੇ ਵਿੱਚ ਮਹਿਲਾਵਾਂ ਦੇ ਲਈ ਜਿਹੜਾ ਕੁਝ ਐਲਾਨ ਕੀਤੇ ਗਏ ਨੇ, ਸਫ਼ਰ ਜਿਹੜਾ ਬੱਸਾਂ ਦਾ ਉਹ ਨਾਲ ਹੀ ਫ੍ਰੀ ਕਰ ਦਿੱਤਾ ਗਿਆ, ਪਰ ਉਹ ਜਿਹੜਾ ਐਲਾਨ ਹੈ ਉਸ ਨੂੰ ਕਰਨ ਦਾ ਮਕਸਦ ਕੀ ਹੈ ਜਾਂ ਕਿੰਨਾ ਕੁਝ ਸਹੀ ਹੈ ਜਾਂ ਫਿਰ ਮਹਿਲਾਵਾਂ ਉਸ ਨਾਲ ਖੁਸ਼ ਹੈ? ਇਸ ਐਲਾਨ ਸੰਬੰਧੀ ਅਸੀਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਨਾਲ ਗੱਲ ਕਰ ਲੈਂਦੇ ਹਾਂ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਾਂ ਕਿ
ਟੀਵੀ ਸਕਰੀਨ ਦੇ ਉੱਤੇ ਜਿਹੜਾ ਫੋਨ ਦਾ ਨੰਬਰ ਜਿਹੜਾ ਸਾਡਾ ਉਹ ਤੁਹਾਨੂੰ ਫਲੈਸ਼ ਕਰਦਾ ਰਹੇਗਾ। ਨੰਬਰ ਦੇ ਉੱਤੇ ਤੁਸੀਂ ਕਾਲ ਕਰਿਓ। ਮੇਰੇ ਨਾਲ ਜਿਹੜੇ ਗੈਸਟ ਆਪਣੇ ਅੱਜ ਦੇ ਜੁੜੇ ਹੋਏ ਨੇ, ਮੈਂ ਥੋੜੀ ਦੇਰ ਤੱਕ ਉਹਨਾਂ ਦਾ ਨਾਮ ਵੀ ਤੁਹਾਨੂੰ ਦੱਸ ਦਾਂਗੀ। ਆਪਾਂ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਔਰ ਸਪੈਸ਼ਲੀ ਜਿਹੜੀਆਂ ਮਹਿਲਾ ਦਿਵਸ ਮੌਕੇ ਦੇ ਉੱਤੇ ਜਿਹੜੀਆਂ ਔਰਤਾਂ ਨੇ, ਚਾਹੇ ਉਹ ਘਰ ਦੇ ਵਿੱਚ ਬੈਠੀਆਂ ਹੋਈਆਂ ਨੇ ਜਾਂ ਇਸ ਵੇਲੇ ਸਫ਼ਰ ਵੀ ਕਰ ਰਹੀਆਂ ਨੇ, ਕਿਤੇ ਵੀ ਸਾਡੇ ਸ਼ੋਅ ਨੂੰ ਦੇਖ ਰਹੇ ਹੋਣਗੇ, ਉਹ ਵੀ ਜ਼ਰੂਰ ਸਾਡੇ ਨਾਲ ਪਲੀਜ਼ ਜੁੜਿਓ, ਆਪਣੇ ਐਕਸਪੀਰੀਅੰਸ ਦੱਸਿਓ। ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਮੈਂ ਉਹਨਾਂ ਜਿਹੜੇ ਉਹ ਪੁਰਸ਼ ਨੇ ਜਿਹੜੇ ਕਿ ਵੂਮਨਸ ਡੇ ਦੇ ਉੱਤੇ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਜਾਂ ਕੁਝ ਕਹਿਣਾ ਚਾਹੁੰਦੇ ਨੇ, ਉਹ ਵੀ ਕਾਲ ਕਰ ਸਕਦੇ ਨੇ। ਸੋ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਨੀ ਆ ਜੀ, 188892322656 ਨੰਬਰ ਤੁਹਾਡੀ ਟੀਵੀ ਸਕਰੀਨ ਤੇ ਵੀ ਲਗਾਤਾਰ ਫਲੈਸ਼ ਕਰਦਾ ਰਹੇਗਾ। ਕਾਲ ਕਰਿਓ, ਬਹੁਤ ਸਾਰੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋਫੈਸਰ ਮਨਜੀਤ ਜੀ ਦਾ ਸਵਾਗਤ ਕਰਦੀ ਹਾਂ ਮਾਰਨਿੰਗ ਸ਼ੋਅ ਦੇ ਵਿੱਚ। ਪ੍ਰੋਫੈਸਰ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ, ਜਿਹੜੇ ਐਲਾਨ ਅੱਜ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ, ਔਰਤਾਂ ਦੇ ਲਈ ਜਿਹੜਾ ਸਫ਼ਰ ਬੱਸਾਂ ਦਾ ਮੁਫਤ ਕਰ ਦਿੱਤਾ ਗਿਆ ਹੈ, ਅੱਜ ਕੈਪਟਨ ਸਾਹਿਬ ਵੱਲੋਂ ਐਲਾਨ ਕੀਤਾ ਗਿਆ। ਇਹ ਐਲਾਨ ਮਹਿਲਾ ਦਿਵਸ ਮੌਕੇ ਔਰਤਾਂ ਲਈ ਕੀਤਾ ਗਿਆ ਜਾਂ 50% ਔਰਤ ਵੋਟਰਾਂ ਦੇ ਲਈ? ਦੇਖੋ, ਅਸਲ ਵਿੱਚ ਇਹ ਸਫ਼ਰ ਫ੍ਰੀ ਤੇ ਕਰ ਦਿੱਤਾ ਗਿਆ, ਪਰ ਅੰਗਰੇਜ਼ੀ ਵਾਲਾ ਪੰਜਾਬੀ ਵਾਲਾ ਨਹੀਂ ਹੈਗਾ, SUFFER ਵਾਲਾ, ਕਿ ਉਹ ਫ੍ਰੀ ਚ ਸਫਰਿੰਗ ਜਿਹੜੀ ਆ ਕਰਦੀ ਰਹਿਣ। ਇਸੇ ਤਰੀਕੇ ਨਾਲ ਜਦੋਂ ਜਿਹੜੀ ਯੂਨੀਵਰਸਲ ਸਫਰੇਜ ਦੀ ਮੰਗ ਹੋ ਰਹੀ ਸੀਗੀ ਮਿਡਲ 19th ਸੈਂਚੁਰੀ ਦੇ ਵਿੱਚ ਇੰਗਲੈਂਡ ਦੇ ਵਿੱਚ, ਤੇ ਉਹਨੂੰ ਜਦੋਂ ਬੜੇ ਵਰਕਰ ਸਾਰੇ ਸੀ ਇਸ ਗੱਲ ਦੀ, ਵੀ ਵਾਂਟ ਯੂਨੀਵਰਸਲ ਸਫਰੇਜ ਹੈ, ਤੇ ਕਿਸੇ ਤੁਹਾਡੇ ਵਰਗੇ ਜਿਹੜੇ ਥੋੜੇ ਜਿਹੇ ਇੰਟੈਲੀਜੈਂਟ ਜਰਨਲਿਸਟ ਨੂੰ ਉਹਨੂੰ ਪੁੱਛ ਲਿਆ ਕਿ ਵਾਟ ਡੂ ਯੂ ਮੀਨ ਬਾਈ ਯੂਨੀਵਰਸਲ ਸਫਰੇਜ, ਕਹਿੰਦੇ ਕਿ ਭਾਈ ਵੀ ਸ਼ੁੱਡ ਓਨਲੀ ਸਫਰ, ਐਵਰੀਬਡੀ ਸ਼ੁੱਡ ਸਫਰ ਲਾਈਕ ਅਸ। ਉੱਥੇ ਅਸਲ ਵਿੱਚ ਯੂਨੀਵਰਸਲ ਸਫਰੇਜ ਦਾ ਤੁਹਾਨੂੰ ਪਤਾ ਹੈ ਕਿ ਹੁੰਦਾ ਕਿ ਸਾਨੂੰ ਸਾਰਿਆਂ ਨੂੰ ਵੋਟਾਂ ਦਾ ਅਧਿਕਾਰ ਦਿਓ, ਤੇ ਉਹ ਜਿਹੜੇ ਵਰਕਰ ਨੂੰ ਜਿਵੇਂ ਸਮਝ ਪਿਆ, ਉਹ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਔਰਤਾਂ ਨੂੰ ਸਫ਼ਰ ਕਰਨ ਦੀ ਗੱਲ ਆ, ਉਹ ਅੰਗਰੇਜ਼ੀ ਵਾਲਾ ਜ਼ਿਆਦਾ ਆ, ਪੰਜਾਬੀ ਚ ਨਹੀਂ ਕੋਈ ਉਹਦਾ, ਜਿਹੜਾ ਪੰਜਾਬੀ ਚ ਯਾਤਰਾ ਦਾ ਨਹੀਂ ਮਤਲਬ, ਉਹ ਸਫਰਿੰਗ ਤੋਂ ਸਫ਼ਰ ਹੈਗਾ। ਕਾਰਨ ਮੈਂ ਉਹਦਾ ਇਹ ਦੱਸਦਾ ਕਿ ਪਹਿਲਾਂ ਤੇ ਸਾਡੇ ਕੋਲ ਰੋਡਵੇਜ਼ ਦੀਆਂ ਬੱਸਾਂ ਹੀ ਖੜ ਆ, ਜਿਹਦੇ ਵਿੱਚ ਬੰਦੇ ਨੂੰ ਮਤਲਬ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਸਿਰੇ ਪਹੁੰਚਦੀ ਆ। ਤੇ ਦੂਸਰਾ, ਚੰਗੀਆਂ ਬੱਸਾਂ ਵੀ ਹੈਗੀਆਂ, ਪਰ ਰੋਡਵੇਜ਼ ਨੂੰ ਪ੍ਰੋਫਿਟੇਬਲ ਕਿਵੇਂ ਬਣਾਉਣਾ ਉਸ ਤਰ੍ਹਾਂ ਨਹੀਂ ਕੋਈ ਸੋਚਦਾ। ਇੱਥੇ ਰੋਡਵੇਜ਼ ਨੂੰ ਹੌਲੀ ਹੌਲੀ ਬੰਦ ਕਰਕੇ ਜਿਹੜੇ ਪ੍ਰਾਈਵੇਟ ਅਦਾਰੇ ਆ ਉਹਨਾਂ ਨੂੰ ਅੱਗੇ ਕਿਵੇਂ ਕਰਨਾ ਉਹਦੇ ਬਾਰੇ ਸੋਚਦੇ, ਤੇ ਇਸ ਕਰਕੇ ਪ੍ਰਾਈਵੇਟ ਅਦਾਰਿਆਂ ਚ ਨਹੀਂ, ਪ੍ਰਾਈਵੇਟ ਬੱਸ ਚ ਨਹੀਂ ਜਾ ਸਕਦੇ। ਕਿਉਂ ਬਈ ਪ੍ਰਾਈਵੇਟ ਬੱਸ ਚ ਕਿਉਂ ਨਹੀਂ ਜਾ ਸਕਦੀਆਂ? ਤੁਸੀਂ ਕੀ ਸਾਰੇ ਜਿਹੜੇ ਪੈਸੇ ਵਾਲੇ ਉਹਦੇ ਚ ਹੀ ਜਾ ਸਕਦੇ ਆ? ਤੇ ਆਪਣੇ ਆਪ ਚ ਔਰਤਾਂ ਦੇ ਨਾਲ ਇੱਕ ਡਿਸਕ੍ਰਿਮੀਨੇਸ਼ਨ ਹੈਗੀ ਆ ਕਿ ਉਹ ਸਰਕਾਰੀ ਬੱਸਾਂ 'ਚ ਜਾਣ, ਜਿਹੜੀ ਖੜਖੜ ਕਰਦੀ ਜਾਂਦੀ ਆ, ਜਦੋਂ ਆਵੇ ਤੇ ਜਾਣ, ਨਹੀਂ ਤੇ ਚੁੱਪ ਕਰਕੇ ਬੈਠੀਆਂ ਰਹਿਣ। ਇੱਕ ਤੇ ਇਹ ਗੱਲ। ਦੂਸਰੀ, ਇਸੇ ਤਰੀਕੇ ਨਾਲ ਉਹਨਾਂ ਨੇ ਸ਼ਗਨ ਸਕੀਮ, ਪਹਿਲਾਂ ਕਦੀ ਉਹਨੂੰ ਉਹਦਾ ਨਾਂ ਪਹਿਲਾਂ ਸ਼ਗਨ ਸਕੀਮ ਸੀ, ਹੁਣ ਕਹਿੰਦੇ ਆਸ਼ੀਰਵਾਦ ਹੈਗੀ ਆ। ਤੇ ਪਹਿਲਾਂ 11,000 ਸੀਗਾ, ਫਿਰ ਕਹਿੰਦੇ ਕਾਂਗਰਸ ਕਹਿੰਦੇ ਨਹੀਂ ਜੀ ਅਸੀਂ 21,000 ਕਰ ਦੇਣਾ ਆ, ਤੇ ਫਿਰ ਹੁਣ ਕਹਿੰਦੇ 51,000 ਕਰ ਦੇਣਾ। ਹਾਲਤ ਉਸ ਸਕੀਮ ਦੀ ਇਹ ਹੈਗੀ 51,000 ਜਿਹੜੀ ਅੱਜ ਅਨਾਉਂਸ ਕੀਤੀ ਹੈ, ਕਿ ਇਹਨਾਂ ਕੋਲ ਇੰਨਾ ਪੈਸਾ ਹੈਗਾ? ਮੈਨੂੰ ਨਹੀਂ ਲੱਗਦਾ ਇੰਨਾ ਪੈਸਾ ਹੋਵੇ, ਪਰ ਕਈ ਵਾਰੀ ਵਿਆਹ ਤੋਂ ਬਾਅਦ ਨਿਆਣੇ 1-2 ਹੋ ਜਾਂਦੇ ਆ, ਉਹ ਸ਼ਗਨ ਸਕੀਮ ਨਹੀਂ ਮਿਲਦਾ ਹੈਗਾ, ਸ਼ਗਨ ਨਹੀਂ ਅਜੇ ਤੱਕ ਮਿਲਦਾ, ਜਦ ਕਿ ਉਹਦਾ ਅਸਲੀ ਪਰਪਸ ਇਹ ਹੈ ਕਿ ਬੱਚੀ ਜਿਹੜੀ ਹੈ ਉਹ ਥੋੜੀ ਸੈਟਲ ਹੋ ਜਾਏ, ਤੇ ਸ਼ੁਰੂ ਚ ਜਿਹੜੀ ਦਲਿਤ ਖਾਸ ਕਰਕੇ ਜਾਂ ਗਰੀਬ ਬੱਚੀਆਂ ਆ, ਉਹਨਾਂ ਨੂੰ ਵਿਆਹ ਦਾ ਵਿੱਚ ਕੋਈ ਖਰਚਾ ਹੈ ਜਿਹੜਾ ਜ਼ਿਆਦਾ ਕਰਜ਼ਾ ਚੜਦਾ ਪੰਜਾਬ ਦੇ ਉੱਤੇ, ਉਹ ਇੱਕ ਤੇ ਬਿਮਾਰੀ ਕਰਕੇ, ਔਰ ਇੱਕ ਵਿਆਹ ਸ਼ਾਦੀਆਂ ਚ ਅਸੀਂ ਜ਼ਿਆਦਾ ਆਪਣਾ ਕੁਝ ਖਰਚਾ ਕਰ ਬੈਠਦੇ ਆ, ਉਹਦੇ ਕਰਕੇ ਕਾਫੀ ਕਰਜ਼ਾ ਚੜਦਾ। ਅਸੀਂ ਮੇਰਾ ਕੁਝ ਆਪਣੀਆਂ ਸਟੱਡੀਜ਼ ਪੰਜਾਬ ਦੇ ਵਿੱਚ ਦਲਿਤਾਂ ਦੇ ਉੱਤੇ ਕਰਜ਼ੇ ਦਾ, ਯਾਨੀ ਖੇਤੀ ਮਜ਼ਦੂਰਾਂ ਦੇ ਉੱਤੇ ਤੇ ਖੇਤੀ ਕਿਸਾਨਾਂ ਦੇ ਉੱਤੇ ਵੀ ਜਿਹੜਾ ਇਹੋ ਜਿਹਾ ਮੇਰਾ ਹੈਗਾ, ਤੇ ਇਸ ਕਰਕੇ ਇਹ ਸਕੀਮ ਜਿਹੜੀ ਲਿਆਂਦੀ ਗਈ ਸੀ। ਹੁਣ ਸਵਾਲ ਇਹ ਹੈ ਕਿ ਕਿੰਨਿਆਂ ਕੁ ਨੂੰ ਮਿਲਦਾ, ਕਿੰਨਿਆਂ ਕੁ ਨੂੰ ਨਹੀਂ ਮਿਲਦਾ, ਤੂੰ ਕੌਣ ਮੈਂ ਕੌਣ। ਇਹ ਜਿਹੜਾ ਬਜਟ ਇਸ ਵੇਲੇ ਜਿਹਦੇ ਨਾਲ ਜਿਹੜੀ ਤੁਸੀਂ ਮੇਰੇ ਅੱਗੇ ਅੜਾਉਣੀ ਪਾਈ ਹੈ, ਕੁੰਡੀ ਰੱਖੀ ਹੈ, ਇਹ ਅਸਲ 'ਚ ਨਾ ਤਾਂ ਇਹ ਉਹ ਸੁਪਨੇ ਪੂਰੇ ਕਰਨ ਵਾਲਾ ਜਿਹੜੇ 4 ਸਾਲ ਪਹਿਲਾਂ ਕਾਂਗਰਸ ਨੇ ਲੋਕਾਂ ਨੂੰ ਦਿੱਤੇ ਸੀਗੇ, ਤੇ ਨਾ ਹੀ ਇਹ ਕੋਈ ਪੰਜਾਬ ਦੇ ਵਿਕਾਸ ਦਾ ਜਾਂ ਔਰਤ ਦੇ ਵਿਕਾਸ ਦਾ, ਔਰਤਾਂ ਦੀ ਲਿਬਰੇਸ਼ਨ ਦਾ, ਜਾਂ ਕਿਸੇ ਦਾ ਵੀ ਪੰਜਾਬ ਦੇ ਵਿਕਾਸ ਦਾ ਕੋਈ ਇਹਦੇ 'ਚ ਇਹ ਮਤਲਬ ਨਹੀਂ ਹੈ। ਇਹ ਤਾਂ ਫੀਲ ਗੁੱਡ ਫੈਕਟਰ ਜਿਹਨੂੰ ਕਹਿੰਦੇ, ਵੀ ਸਾਰਿਆਂ ਨੂੰ ਚੰਗਾ ਲੱਗੇ, ਇਹੋ ਜਿਹੀਆਂ ਮੋਟੀਆਂ ਜੀਆਂ ਗੱਲਾਂ ਕਰ ਲੋ। ਕੁਝ ਕੁ ਕਰਜ਼ਾ ਜਾਨੀ 1700 ਕਰੋੜ ਰੁਪਈਆ ਰੱਖਦਾ, ਉਹਦੇ ਚੋਂ 526 ਕਰੋੜ ਖੇਤੀ ਮਜ਼ਦੂਰਾਂ ਨੂੰ ਦੇਤਾ ਜਾਊ, ਕੁਝ ਦੂਜਿਆਂ ਨੂੰ ਦੇਤਾ ਜਾਊ, ਇਸ ਤਰੀਕੇ ਦਾ ਥੋੜਾ ਕਰਕੇ ਸਾਰਿਆਂ ਨੂੰ, ਨੌਜਵਾਨਾਂ ਨੂੰ ਕਹਿਤਾ 100 ਕਰੋੜ ਦੇ ਤੁਹਾਨੂੰ ਫੋਨ ਲੈ ਦਾਂਗੇ, 2.25 ਲੱਖ ਪਹਿਲਾਂ ਹੋਰ ਦੇਤੇ, ਤਾਂ ਕਿ ਜਿਹੜਾ ਮਾੜਾ ਮੋਟਾ ਪੜ੍ਹਦੇ ਆ ਉਹ ਵੀ ਨਾ ਪੜ੍ਹੋ, ਫੋਨਾਂ ਤੇ ਲੱਗੇ ਰਿਹਾ ਕਰੋ WhatsApp ਤੇ। ਇਸ ਕਿਸਮ ਦਾ ਸਾਰਾ ਜਿਹੜਾ ਨਾ ਸਾਰਿਆਂ ਨੂੰ
ਅਪੀਜ਼ਮੈਂਟ ਜਿਹੜਾ ਹੈ ਤਾਂ ਕਿ ਜਿਹੜੀਆਂ 2022 ਦੀਆਂ ਚੋਣਾਂ 'ਚ ਅਸੀਂ ਧੜੱਲੇ ਨਾਲ ਉਤਰ ਸਕੀਏ। ਇਸ ਲਈ ਪ੍ਰੋਫੈਸਰ ਸਾਹਿਬ ਕੋਈ ਬਹੁਤੀਆਂ ਉਮੀਦਾਂ ਨਹੀਂ ਕਰ ਸਕਦੇ ਇਹ ਫੈਕਟਰ ਪ੍ਰੋਫੈਸਰ ਸਾਹਿਬ ਕੰਮ ਆਏਗਾ, ਕਿਉਂਕਿ ਅਜਿਹਾ ਹੀ ਫੈਕਟਰ ਇਸਤੇਮਾਲ ਕੀਤਾ ਸੀਗਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਹੋਣੇ ਸੀ ਤਾਂ ਉਹਨਾਂ ਨੇ ਡੀਟੀਸੀ ਜਿਹੜੀਆਂ ਬੱਸਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਸਫ਼ਰ ਮੁਫਤ ਕਰ ਦਿੱਤਾ ਸੀਗਾ। ਸੋ ਇਹ ਫੈਕਟਰ ਕੰਮ ਕਰੇਗਾ ਕੈਪਟਨ ਸਰਕਾਰ ਦੀ ਇਲੈਕਸ਼ਨ ਦੇ ਮੌਕੇ ਤੇ? ਇਹ ਦੇਖੋ ਜਿਹੜਾ ਬੰਦਾ ਲਾਇਆ ਨਾ ਨਾਲ ਇਹਨਾਂ ਨੇ ਉਹਦਾ ਨਾਂ ਆ ਪੀਕੇ। ਪੀਕੇ ਮਤਲਬ ਅੰਗਰੇਜ਼ੀ ਚ ਉਹਦਾ ਨਾਂ ਹੈਗਾ ਆ, ਕੋਈ ਹੋਰ ਨਹੀਂ ਸਮਝਣਾ ਚਾਹੀਦਾ, ਪੰਜਾਬੀ ਵਾਲਾ ਨਹੀਂ ਜੀ ਜੀ ਜੀ। ਤਾਂ ਹਾਂ ਉਹਨਾਂ ਦਾ ਨਾਂ ਆ ਪ੍ਰਸ਼ਾਂਤ ਕਿਸ਼ੋਰ। ਉਹ ਮਾਰਕੀਟ 'ਚ ਖੜੇ ਰਹਿੰਦੇ ਆ, ਜਿਹੜਾ ਮਰਜ਼ੀ ਚੋਣਾਂ ਜਿੱਤਣ ਲਈ ਉਹਨਾਂ ਨੂੰ ਹਾਇਰ ਕਰਕੇ ਲੈ ਜਾਏ, ਉਹਦੀ ਬੋਲੀ ਲੱਗਦੀ ਆ, ਜਿਹੜਾ ਵੱਧ ਪੈਸੇ ਦੇ ਦੇ ਉੱਥੇ ਚਲੇ ਜਾਂਦੇ ਆ। ਉਹਨਾਂ ਨੇ ਕੇਜਰੀਵਾਲ ਨੂੰ ਵੀ ਚੋਣਾਂ ਜਿਤਾਈਆਂ, ਉਹਨਾਂ ਦੇ ਪ੍ਰੋਗਰਾਮ ਵੀ ਬਣਾ ਕੇ ਦਿੱਤੇ, ਉਹਨਾਂ ਨੇ ਮੋਦੀ ਨੂੰ ਵੀ ਜਿਤਾਈਆਂ, ਉਹਨਾਂ ਨੇ ਹੋਰਨਾਂ ਕਈਆਂ ਨੂੰ ਜਿਤਾਈਆਂ। ਮੇਰਾ ਖਿਆਲ ਤ੍ਰਿਣਮੂਲ ਕਾਂਗਰਸ ਦਾ ਵੀ ਇੱਕ ਵਾਰੀ ਮਾੜਾ ਮੋਟਾ ਕੀਤਾ ਸੀ, ਤੇ ਇੱਥੇ ਤੇ ਦੂਜੀ ਵਾਰੀ ਆ ਗਏ ਆ, ਤੇ ਹੁਣ ਤੇ ਸਰਕਾਰ 'ਚ ਹੀ ਵੜ ਕੇ ਬਹਿ ਗਏ। ਹੁਣ ਸਰਕਾਰ ਦਾ ਕੈਬਨਿਟ ਰੈਂਕ ਲੈ ਗਏ, ਤੇ ਉਹਨਾਂ ਵੱਲੋਂ ਇਹ ਸਾਰੀਆਂ ਸਕੀਮਾਂ ਜਿਹੜੀਆਂ ਪੁਰਾਣੀਆਂ ਹੈਗੀਆਂ ਉਹਨੂੰ ਝਾੜ ਝੂੜ ਕੇ ਦੁਬਾਰਾ ਇੱਥੇ ਨਵੀਆਂ ਕਰਕੇ ਤੇ ਦੇ ਦਿੰਦੇ ਆ। ਮੈਨੂੰ ਤੇ ਇਹੀ ਹੈ ਸ਼ਹਿਰੀ ਕਿ ਲੱਗਦਾ ਕਿ ਇਸ ਵਾਰੀ ਸ਼ਾਇਦ ਇਹ ਬਹੁਤਾ ਨਾ ਚੱਲੇ। ਇਸ ਵਾਰੀ ਲੋਕਾਂ ਦੀ ਜਿਹੜੀ ਰਾਜਨੀਤਿਕ ਚੇਤਨਤਾ, ਰਾਜਨੀਤਿਕ ਇਕਮੁੱਠਤਾ ਤੇ ਇਕਜੁੱਟਤਾ ਜਿਹੜੀ ਉਹ ਪਹਿਲਾਂ ਨਾਲੋਂ ਬੜੀ ਮਜ਼ਬੂਤ ਆ। ਜੇ ਅਸਲ ਮਾਨਿਆਂ 'ਚ ਕੁਝ ਡਿਲੀਵਰ ਨਹੀਂ ਕਰਨਗੇ ਸ਼ਹਿਰੀ ਤਾਂ ਫਿਰ ਲੋਕ ਟੰਬੇ ਚੁੱਕਣਗੇ। ਆਲਰੇਡੀ ਚੁੱਕੇ ਹੋਏ ਆ, ਉਹਨਾਂ ਨੇ ਮੋਰਚੇਬੰਦੀ ਕੀਤੀ ਆ। ਜੇ ਉਹ ਮੋਦੀ ਨੂੰ ਘੇਰੀ ਫਿਰਦੇ ਆ ਤੇ ਕੈਪਟਨ ਕਿਹੜੇ ਬਾਗ ਦੀ ਮੂਲੀ ਆ, ਕੈਪਟਨ ਨੂੰ ਵੀ ਘੇਰਨਗੇ। ਔਰ ਇਹ ਥੋੜੇ ਜਿਹੇ ਡਰ ਵੀ ਰਹੇ ਸਾਰੇ ਪੋਲੀਟੀਸ਼ੀਅਨ, ਜੋ ਧਾਂਕ ਕਿਸਾਨਾਂ ਦੀ, ਮਜ਼ਦੂਰਾਂ ਦੀ, ਵਿੱਚੇ ਔਰਤਾਂ ਵੀ। ਅੱਜ ਬਹੁਤ ਤਗੜਾ ਔਰਤਾਂ ਨੇ ਉੱਥੇ ਸਟੇਜਾਂ ਲਾਈਆਂ, ਟਿਕਰੀ ਬਾਰਡਰ ਤੇ ਦੇਖਣ ਵਾਲੀਆਂ ਸੀਗੀਆਂ। ਹਾਂ, ਉਹ ਕਈ ਦਿਨਾਂ ਦੀਆਂ ਰੈਲੀਆਂ ਕਰ ਕਰਕੇ ਕਮਰ ਕੱਸੇ ਸੀਗੇ, ਤੇ ਉਹ ਰੈਲੀਆਂ ਲਈ ਇੱਥੋਂ ਟਰੈਕਟਰ ਟਰਾਲੀਆਂ ਭਰ ਕੇ ਦਿੱਲੀ ਵੱਲ ਨੂੰ ਕਈ ਦਿਨਾਂ ਦੀਆਂ ਗਈਆਂ ਸੀ। ਤੇ ਅੱਜ ਜੋ ਉਹਨਾਂ ਨੇ ਲਹਿਰਾਂ ਲਾਈਆਂ, ਜੋ ਉੱਥੇ ਬਹੁਤ ਸੋਹਣਾ ਸਾਰਾ ਕੁਝ ਹੋਇਆ। ਪਰ ਮੈਂ ਨਿੱਕੀ ਗੱਲ ਇੱਕ ਤੁਹਾਨੂੰ, ਜਿਹੜੀ ਜਿਸ ਤਰ੍ਹਾਂ ਤੁਸੀਂ ਇੰਟਰੋ 'ਚ ਦੱਸੀ ਹੈ, ਮੈਂ ਵੀ ਦੱਸਣੀ ਚਾਹੁੰਦਾ। ਸਾਡੇ ਪਰਸੋਂ ਇੱਥੇ ਹਾਲੋ ਮਾਜਰਾ ਯੂਟੀ 'ਚ ਇੱਕ ਪਿੰਡ ਪੈਂਦਾ, ਯੂਨੀਅਨ ਟੈਰੀਟਰੀ 'ਚ ਪਿੰਡ ਪੈਂਦਾ ਆ, 21-22 ਇੱਥੇ ਪਿੰਡ ਅਜੇ ਰਹਿੰਦੇ ਆ। ਉਹਦੇ 'ਚ ਮਜ਼ਦੂਰਾਂ ਦੀ 6 ਸਾਲ ਦੀ ਬੱਚੀ ਨੂੰ ਰੇਪ ਕਰਕੇ ਮਰਡਰ ਕਰਤਾ। ਉਹ ਬੰਦਿਆਂ ਨੂੰ ਤਾਂ ਫੜ ਕੇ ਸਜ਼ਾਵਾਂ ਕੀ ਦੇਣੀਆਂ ਸੀ, ਉਲਟਾ ਜਿਹੜੇ ਬੰਦਿਆਂ ਨੇ ਪ੍ਰੋਟੈਸਟ ਕੀਤਾ ਉਹਨਾਂ 'ਚੋਂ ਇੱਕ ਔਰਤ ਤੇ 3 ਬੰਦਿਆਂ ਨੂੰ ਫੜ ਕੇ ਅੰਦਰ ਦੇ ਦਿੱਤਾ। ਅਜੇ ਤੱਕ ਜ਼ਮਾਨਤਾਂ ਨਹੀਂ ਹੋਈਆਂ। ਅੱਜ ਅਸੀਂ ਜਿਹੜਾ ਵਿਮਨ ਡੇ ਆ ਕੋਈ ਖੁਸ਼ੀਆਂ ਨਾਲ ਜਾਂ ਭੰਗੜਿਆਂ ਨਾਲ ਨਹੀਂ ਮਨਾਇਆ, ਅਸੀਂ ਤੇ ਉਸੇ ਗੱਲ ਨਾਲ ਜਿਹੜਾ ਤੁਸੀਂ ਕਿਹਾ ਕਿ ਅਜੇ ਵੀ ਉਹਨਾਂ ਦੇ ਜਿਸ ਤਰ੍ਹਾਂ ਯੂਪੀ 'ਚ ਹੋਰ ਸਾਰੀ ਜਗ੍ਹਾ ਹਾਥਰਸ 'ਚ ਕਿੰਨੇ ਬਰੂਟਲ ਬਹੁਤ ਹਾਦਸੇ ਰੇਪ ਕਰਦੇ, ਫਿਰ ਰੇਪ ਕਰਦੇ, ਅੱਜ ਕੱਲ ਮਰਡਰ ਕਰਦੇ ਆ। ਮਿਸ਼ਰਾ ਨੇ ਜਦੋਂ ਤੁਹਾਨੂੰ ਪਤਾ ਨਿਰਭਇਆ ਵਾਲਾ ਕੇਸ ਸੀ ਤੇ ਜਸਟਿਸ ਮਿਸ਼ਰਾ ਦਾ ਕਮਿਸ਼ਨ ਬਣਿਆ ਸੀ, ਉਹਨਾਂ ਨੇ ਕਾਨੂੰਨ ਇੰਨੇ ਸਖਤ ਕਰਤੇ ਤੇ ਹੁਣ ਉਹ ਡਰਦੇ ਆ ਲੋਕ। ਉਹ ਕਹਿੰਦੇ ਨੇ ਖੁਰਾਖੋਜ ਹੀ ਨਾ ਰਹੇ, ਜਿਹੜੀ ਵੀ ਵਿਕਟਮ ਹੈ ਉਹਨੂੰ ਨਾਲ ਉਹਦਾ ਖੁਰਾਖੋਜ ਮਚਾਤਾ ਜਾਏ, ਉਹਨੂੰ ਮਾਰਤਾ ਜਾਏ, ਤਾਂ ਕਿ ਉਹਨਾਂ ਨੂੰ ਕੋਈ ਕੋਰਟ ਦੇ ਵਿੱਚ ਸਜ਼ਾ ਨਾ ਹੋ ਸਕੇ। ਇਹੋ ਜਿਹਾ ਨਵਾਂ ਕੰਮ ਚੱਲ ਪਿਆ ਹੋਇਆ। ਔਰ ਖਾਸ ਕਰ ਬੱਚੀਆਂ ਦਾ ਬੜਾ ਬਰੂਟਲ ਹੈਗਾ, ਬੜਾ ਹੀ ਘਿਨਾਉਣਾ ਹੈ। ਅਸੀਂ ਅੱਜ ਉੱਥੇ ਪ੍ਰੋਟੈਸਟ 17 ਸੈਕਟਰ 'ਚ ਮੈਂ ਵੀ ਵਿੱਚੇ ਸੀਗਾ, ਸਾਰਿਆਂ ਨੇ ਰਲ ਕੇ ਕੀਤਾ ਸੀ, ਅਸੀਂ ਲੱਗੇ ਹੋਏ ਆ। ਤੇ ਸਾਡਾ ਤੇ ਜਿਹੜਾ ਵਿਮਨ ਡੇ ਆ ਉਹ ਇਸ ਕਿਸਮ ਦਾ ਸੀਗਾ ਕਿ ਅਜੇ ਵੀ ਉਹਨਾਂ ਦੇ ਨਾਲ ਜੋ ਵੀ ਜਿੰਨਾ ਵੀ ਘਿਨਾਉਣਾ ਵਰਤਾਓ ਹੋ ਸਕਦਾ ਉਹ ਹੋ ਰਿਹਾ। ਉਹਦੇ ਚੋਂ ਬਾਹਰ ਕਿਵੇਂ ਕਰਨਾ, ਉਹ ਕੱਲਾ ਬਜਟਾਂ ਦਾ ਨਹੀਂ ਕੰਮ, ਉਹਦੇ ਲਈ ਵੱਡੀ ਸੋਸ਼ਲ ਮੂਵਮੈਂਟ ਚਾਹੀਦੀ ਆ। ਕਿਸੇ ਵੇਲੇ ਉੱਠੂਗੀ, ਇਹ ਇੱਥੇ ਵੀ ਉੱਠੂਗੀ। ਜੇ ਫਰਾਂਸ ਵਿੱਚ ਉੱਠ ਸਕਦੀ ਆ, ਇੰਗਲੈਂਡ 'ਚ ਉੱਠ ਸਕਦੀ ਆ, ਅਮਰੀਕਾ 'ਚ ਉੱਠ ਸਕਦੀ ਆ, ਤਾਂ ਇੰਡੀਆ 'ਚ ਵੀ ਉੱਠੂਗੀ। ਉਹ ਉੱਠ ਰਹੀ ਆ ਥੋੜੀ ਫੁਰਫੁਰ। ਪ੍ਰੋਫੈਸਰ ਸਾਹਿਬ ਮੇਰਾ ਸਵਾਲ ਵੀ ਇਸੇ ਲਈ ਸੀਗਾ ਵੀ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਇਹ ਕਿੰਨੀ ਕੁ ਕੀ ਇਸੇ ਹੀ ਅਨਾਉਂਸਮੈਂਟ ਨਾਲ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਉਹ ਖੁਸ਼ ਹੋ ਗਈਆਂ ਨੇ, ਕਿ ਇਸ ਅਨਾਉਂਸਮੈਂਟ ਦੀ ਜ਼ਰੂਰਤ ਸੀ ਜਾਂ ਕਿਸੇ ਹੋਰ ਤਰ੍ਹਾਂ ਦੀ ਅਨਾਉਂਸਮੈਂਟ ਦੀ ਜ਼ਰੂਰਤ ਸੀ? ਔਰ ਸਪੈਸ਼ਲੀ ਪ੍ਰਸ਼ਾਂਤ ਕਿਸ਼ੋਰ ਫੈਕਟਰ ਦੀ ਅਸੀਂ ਗੱਲ ਕੀਤੀ, ਇਸ ਐਲਾਨ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਜਿਹੜਾ ਫੈਕਟਰ ਹੈ ਉਹ ਕਿੰਨਾ ਕੁ ਦਿਖਾਈ ਦੇ ਰਿਹਾ? ਨਹੀਂ ਬਿਲਕੁਲ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਕਿ ਉੱਥੋਂ ਦੇ ਤਜਰਬੇ 'ਚੋਂ ਇੱਥੇ ਉੱਤੇ ਜਿਹੜਾ ਘੱਟਾ ਪੈ ਜਾਂਦਾ ਪੁਰਾਣੀ ਫਾਈਲ ਤੇ ਉਹਨੂੰ ਝਾੜ ਝੂੜ ਕੇ ਥੋੜੇ ਜਿਹੇ ਨਵੇਂ 4 ਸ਼ਬਦ ਪਾ ਕੇ ਉਹਨੂੰ ਗਾਂਹ ਤੋਰ ਦਿੰਦੇ। ਇਹਨਾਂ ਰੋਜ਼ ਨਵੇਂ ਥੋੜੀ ਉਹੋ ਹੀ ਦੇਸ਼ ਦੇ ਲੋਕ ਆ, ਉਹੀ ਚੋਣਾਂ ਤੇ ਉਹੋ ਜਿਹੇ ਉਹਨਾਂ ਦੇ ਲਾਲਚ ਤੇ ਉਹੋ ਜਿਹੀਆਂ ਉਹਨਾਂ ਦੀਆਂ ਕਮੀਆਂ। ਇਹ ਜਿਹੜਾ ਇੱਕ ਨੂੰ ਬੰਦੇ ਨੂੰ ਤਜਰਬਾ ਹੋ ਜਾਂਦਾ, ਉਹ ਫਿਰ ਬਾਰ-ਬਾਰ ਉਹਨੂੰ ਅੱਗੇ ਤੋਰੀ ਜਾਂਦਾ, ਪੈਸਾ ਮੋਟਾ ਬਣ ਜਾਂਦਾ। ਐਤਕੀ ਕਿਹਨੇ 1 ਰੁਪਈਆ ਲੈਣਾ ਪਰ 5000 ਰੁਪਏ ਦੀ ਚਾਹ ਉਹ ਲੈ ਸਕਦਾ, ਕੋਠੀਆਂ ਸਾਰਾ ਕੁਝ ਬਾਕੀ ਮਿਲੂਗਾ। ਤੇ ਉਹਦੀ ਵਿਰੋਧਤਾ ਵੀ ਅਸੀਂ ਤੇ ਬਹੁਤ ਕਰ ਰਹੇ ਹਾਂ ਵੀ ਇਹ ਸਰਕਾਰ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਕਾਹਨੂੰ ਵਾੜਨਾ, ਇਹੋ ਜਿਹੇ ਪ੍ਰੋਗਰਾਮ ਆਉਣੇ ਆ ਜਿਹੋ ਜਿਹੇ ਆਏ ਆ। ਜਿਹੜੀ ਤੁਸੀਂ ਗੱਲ ਕਹਿੰਦੇ ਕਿ ਕੀ ਉਹ ਇਹਦੇ ਤੋਂ ਪ੍ਰਭਾਵਿਤ ਹੋ ਜਾਣਗੇ, ਦੇਖੋ ਇਹ ਬੜੀ ਇੱਕ ਅਜੀਬ ਜਿਹਾ ਸਵਾਲ ਹੈਗਾ। ਜਿਹੜੇ ਵੋਟਾਂ ਪੈਂਦੀਆਂ ਨਾ ਸ਼ਹਿਰੀ ਇੱਥੇ, ਉਹ ਬਹੁਤ ਹੀ ਕੰਪਲੈਕਸ ਪ੍ਰੋਸੈਸ ਹੁੰਦਾ। ਪਹਿਲਾਂ ਉਹ ਕੈਂਡੀਡੇਟ ਨੂੰ ਦੇਖਦੇ ਆ, ਫਿਰ ਉਹ ਏਰੀਏ ਨੂੰ ਦੇਖਦੇ ਆ, ਫਿਰ ਉਹ ਜਾਤ ਨੂੰ ਦੇਖਦੇ ਆ, ਫਿਰ ਲੋਕ ਧਰਮ ਨੂੰ ਦੇਖਦੇ ਆ, ਫਿਰ ਪਾਰਟੀ ਨੂੰ ਦੇਖਦੇ ਆ,
ਫਿਰ ਜਿਹੜੇ ਇਮੀਡੀਏਟ ਕੰਟੀਨਜੈਂਟ ਫੈਕਟਰ ਹੁੰਦੇ ਆ ਉਹਨਾਂ ਨੂੰ ਦੇਖਦੇ ਆ। ਉਹ ਇੰਨਾ ਕੰਪਲੈਕਸ ਪ੍ਰੋਸੈਸ ਹੁੰਦਾ ਵੋਟ ਪਾਉਣ ਦਾ, ਤੇ ਉਹ ਇੱਕ ਫੈਕਟਰ ਨਹੀਂ ਹੁੰਦਾ। ਇਸ ਲਈ ਜੇ ਹੂਟੇ ਦੇ ਤੇ ਚਾਰ ਤੇ ਲੋਕ ਵੋਟਾਂ ਪਾ ਦੇਣਗੇ, ਜਾਂ ਥੋੜੀ ਜੀ ਸ਼ਗਨ ਸਕੀਮ ਵਧਾਤੀ ਤੇ ਉਹਦੇ ਵੋਟਾਂ ਪਾ ਦੇਣਗੇ, ਜਾਂ ਥੋੜੀ ਬੁਢਾਪਾ ਪੈਨਸ਼ਨ 750 ਜਿਹੜੀ 750 ਤੋਂ 1500 ਕਰਤੀ, ਮੋਹਿਆ ਦੇਣੀ ਦਿੰਦੇ ਕਿਤੇ ਆ, ਗੇੜੀਆਂ ਕਢਾਈ ਜਾਂਦੇ ਆ। ਜਦੋਂ 150-200 ਰੁਪਇਆ ਸੀ ਉਦੋਂ ਨਹੀਂ ਸੀ ਦਿੰਦੇ, ਤੇ ਹੁਣ 1500 ਕਿਹਨੇ ਦੇਣੇ ਆ? ਨਾਲੇ ਦੇਣੇ ਕਿੱਥੋਂ ਆ? ਪੈਸੇ ਹੈ ਹੀ ਨਹੀਂ ਗੇ। ਜਾਨੀ ਜਿਹੜੀ ਇਕਨੋਮੀ ਆ ਉਹ ਨੈਗੇਟਿਵ ਚ ਜਾ ਰਹੀ ਆ, ਗਾਂ ਕੁਝ ਕਰਦੇ ਨਹੀਂ, ਬਦ ਨੀਤੀਆਂ ਹੈਗੀਆਂ। ਇੱਥੇ ਤੇ ਵੱਡਾ ਹੀ ਕੋਈ ਕੰਮ ਹੋਊਗਾ ਸ਼ਹਿਰੀ ਆਉਣ ਵਾਲੇ ਸਮੇਂ 'ਚ। ਤੁਹਾਨੂੰ ਜਿਹੜੇ ਅਗਲੇ ਪ੍ਰਵਕਤਾ ਆਉਣ ਵਾਲੇ ਆ ਉਹ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਵਧੀਆ ਦੱਸਣਗੇ। ਉਹ ਇੱਥੋਂ ਇੰਡੀਆ ਚੋਂ ਗਏ ਆ, ਚੰਡੀਗੜ੍ਹੋਂ ਗਏ ਆ, ਤੇ ਵੀ ਇੱਥੇ ਕਿਹੋ ਜਿਹਾ ਵੱਡਾ ਆਪਰੇਸ਼ਨ ਕਰਨ ਦੀ ਲੋੜ ਆ। ਇਹ ਇਕੱਲਾ ਬਜਟਾਂ ਤੱਕ ਨਹੀਂ, ਇੱਥੇ ਤੇ ਵੱਡਾ ਸਮਾਜਿਕ ਪਰਿਵਰਤਨ ਦੀ ਲੋੜ ਆ। ਉਸ ਨੂੰ ਅਜੇ ਤੇ ਭੂਮਿਕਾ ਤਿਆਰ ਹੋ ਰਹੀ ਆ। ਜਿਸ ਤਰ੍ਹਾਂ ਤੁਹਾਨੂੰ ਦੱਸਦੇ ਆ, ਸਿੰਘੂ ਬਾਰਡਰ ਜਿਹੜਾ ਜਾਂ ਟਿਕਰੀ ਬਾਰਡਰ ਸਾਰੀ ਜਗ੍ਹਾ ਹੋ ਰਹੀ ਆ। ਹੋਰ ਵੀ ਇਹਦੀ ਆਉਣ ਵਾਲੇ ਸਮੇਂ 'ਚ ਜੇ ਹਮਲਾ ਮਾਰਾਂਗੇ ਤੇ ਮੈਨੂੰ ਲੱਗਦਾ ਤਬਦੀਲੀ ਜ਼ਰੂਰ ਆਊਗੀ। ਹਾਂਜੀ, ਬਿਲਕੁਲ ਪ੍ਰੋਫੈਸਰ, ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਜਿਹੜੀ ਹੈ ਸਾਂਝੀ ਕਰਨ ਦੇ ਲਈ। ਔਰ ਜੋ ਐਲਾਨ ਕੀਤੇ ਗਏ ਨੇ ਪੰਜਾਬ ਦੇ ਵਿੱਚ ਵਿਮਨਸ ਲਈ, ਉਹਨਾਂ ਦਾ ਕੀ ਹਿਸਾਬ ਕਿਤਾਬ ਹੈ, ਕਿੰਨੇ ਕੁ ਸਹੀ ਹੈ, ਉਹਨਾਂ ਸੰਬੰਧੀ ਪੂਰੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ। ਬਹੁਤ ਬਹੁਤ ਧੰਨਵਾਦ ਸ਼ਹਿਰੀ ਤੁਹਾਡਾ, ਤੁਹਾਡੀ ਟੀਮ ਦਾ ਵੀ, ਔਰ ਆਉਣ ਵਾਲੇ ਜਿਹੜੇ ਸਪੀਕਰ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਮੈਨੂੰ ਛੁੱਟੀ ਦੇ ਦਿੱਤੀ ਹੈ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਰੈਸਟ ਕਰ ਸਕਦੇ ਹੋ। ਵਾਕਈ ਸਾਡਾ ਸਟੂਡੀਓ ਦੇ ਵਿੱਚ ਗੈਸਟ ਹੈ, ਔਰ ਮੇਰੇ ਜਿਹੜੇ ਸਾਰੇ ਦਰਸ਼ਕ ਨੇ ਮੈਂ ਉਹਨਾਂ ਨੂੰ ਵੀ ਕਹਦਾ, ਪ੍ਰੋਫੈਸਰ ਸਾਹਿਬ ਨੂੰ ਤਾਂ ਆਪਾਂ ਧੰਨਵਾਦ ਕਰਤਾ ਹੈ। ਪ੍ਰੋਫੈਸਰ ਜੀ ਤੁਸੀਂ ਹੁਣ ਇੰਟਰਵਿਊ ਕਰੋ, ਤੇ ਆਪਣੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਗੈਸਟ ਹੈ ਮੈਂ ਹੁਣ ਤੁਹਾਨੂੰ ਰੂਬਰੂ ਕਰਵਾ ਦਿੰਨੀ ਆ ਉਹਨਾਂ ਗੈਸਟ ਦੇ ਨਾਲ, ਕਿਉਂਕਿ ਅੱਗੇ ਆਪਾਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਕਰਨੀਆਂ ਨੇ। ਸੋ ਵੈਸੇ ਤੁਸੀਂ ਸਾਰੇ ਜਾਣਦੇ ਹੀ ਹੋ, ਸਰੀ ਜਿਹੜਾ ਗ੍ਰੀਨ ਟਿੰਬਰ ਹੈ ਉਸ ਤੋਂ MLA ਰਚਨਾ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਰਚਨਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਤੇ। बहुत बहुत शुक्रिया शेरी, थैंक्स फॉर हैविंग मी। हैप्पी इंटरनेशनल वुमेन्स डे टू यू एंड ऑल योर व्यूअर्स। सेम टू यू जी, बिल्कुल ਤੁਹਾਨੂੰ ਵੀ ਵੂਮਨਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਰਚਨਾ ਜੀ, ਵੈਸੇ ਦਰਸ਼ਕ ਥੋੜਾ ਜਿਹਾ ਵਿਚਾਰੇ ਵੇਟ ਵੀ ਕਰਦੇ ਪਏ ਸੀਗੇ ਵੀ ਕੌਣ ਸਟੂਡੀਓ ਦੇ ਵਿੱਚ ਆਇਆ, ਸ਼ੈਰੀ ਨੇ ਕਿਹਨਾਂ ਦੇ ਨਾਲ ਅੱਜ ਗੱਲਾਂ ਬਾਤਾਂ ਮਾਰਨੀਆਂ। ਮੇਰੇ ਕਾਲਰਸ ਜਿਹੜੇ ਨੇ ਉਹ ਪਲੀਜ਼ ਕਾਲ ਕਰਦੇ ਰਹਿਣਾ, ਕਿਉਂਕਿ ਰਚਨਾ ਜੀ ਤੋਂ ਅੱਜ ਵੂਮਨਸ ਡੇ ਮੌਕੇ ਆਪਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਰਨੀਆਂ ਨੇ। ਜਿਹੜੇ ਸਵਾਲ ਤੁਹਾਡੇ ਮਨ ਦੇ ਵਿੱਚ ਵੀ ਹੋਏ ਤੁਸੀਂ ਜ਼ਰੂਰ ਪੁੱਛਿਓ, ਖੁੱਲ ਕੇ ਆਪਾਂ ਅੱਜ ਗੱਲਾਂ ਕਰਨੀਆਂ ਹੈ। ਰਚਨਾ ਜੀ, ਸਭ ਤੋਂ ਪਹਿਲਾਂ ਤਾਂ ਵੂਮਨਸ ਡੇ ਹੈ ਜਿਹੜਾ, ਇਹ ਇੱਕ ਦਿਨ ਦਾ ਹੀ ਕਿਉਂ ਹੁੰਦਾ? ਇਹ ਇੱਕ ਦਿਨ ਸੈਲੀਬ੍ਰੇਸ਼ਨ ਦਾ ਕਿਉਂ ਰੱਖਿਆ ਜਾਂਦਾ ਵੂਮਨਸ ਡੇ ਦਾ? ਸ੍ਰਿਸ਼ਟੀ ਜਿਹੜੀ ਹੈ ਉਹ ਪੂਰੀ ਚੱਲਦੀ ਹੈ ਵੂਮਨਸ ਦੇ ਅਰਾਊਂਡ ਹੀ, ਇੱਕ ਔਰਤ ਦੇ ਦੁਆਰਾ ਜਿਹੜੀ ਹੈ ਸ੍ਰਿਸ਼ਟੀ ਪੂਰੀ ਕਰੀ ਗਈ ਹੈ, ਤੇ ਇੱਕ ਦਿਨ ਹੀ ਸੈਲੀਬ੍ਰੇਸ਼ਨ ਦਾ ਫਿਰ ਇਹ ਕਿਉਂ ਰੱਖਿਆ ਜਾਂਦਾ ਹੈ? ਜੀ ਮੈਨੂੰ ਨਹੀਂ ਲੱਗਦਾ ਕਿ ਇੱਕ ਦਿਨ ਹੀ ਸੈਲੀਬ੍ਰੇਟ ਕੀਤਾ ਜਾਂਦਾ ਔਰਤਾਂ ਨੂੰ ਤਾਂ ਤੁਹਾਨੂੰ ਕੋਈ ਮੌਕਾ ਨਹੀਂ ਚਾਹੀਦਾ ਹੈਗਾ। ਪਰ ਇਹ ਕਿ ਯੂਨਾਈਟਿਡ ਨੇਸ਼ਨਸ ਨੇ ਇੱਕ ਦਿਨ ਨਿਰਧਾਰਿਤ ਕੀਤਾ ਸੀਗਾ ਕਿ ਔਰਤਾਂ ਦੀਆਂ ਜਿਹੜੀਆਂ ਅਚੀਵਮੈਂਟਸ ਹੈ ਉਹਨੂੰ ਰੈਕਗਨਾਈਜ਼ ਕਰਨ ਦਾ, ਤੇ ਨਾਲ ਹੀ ਨਾਲ ਚੈਲੰਜਸ ਜਿਹੜੇ ਔਰਤਾਂ ਫੇਸ ਕਰ ਰਹੀਆਂ ਅੱਜ ਦੇ ਸਮੇਂ 'ਚ ਵੀ, ਅਜੋਕੇ ਸਮੇਂ 'ਚ ਵੀ, ਜਦੋਂ ਕਿ ਅਸੀਂ ਕਹਿੰਦੇ ਹਾਂ ਕਿ ਔਰਤਾਂ ਦੀ ਬਹੁਤ ਜ਼ਿਆਦਾ ਅੱਗੇ ਵੱਧ ਗਈਆਂ, ਪਰ ਅਸੀਂ ਜਾਣਦੇ ਹਾਂ ਕਿ ਅਜੇ ਵੀ ਕਿੰਨੇ ਬੈਰੀਅਰਸ ਹੈ, ਕਿੰਨੇ ਗੈਪਸ ਹੈ ਜਿਹੜੀਆਂ ਔਰਤਾਂ ਫੇਸ ਕਰਦੀਆਂ। ਸੋ ਇਹ ਇੱਕ ਦਿਨ ਸਿਰਫ ਨਿਰਧਾਰਿਤ ਕੀਤਾ ਗਿਆ ਯੂਨਾਈਟਿਡ ਨੇਸ਼ਨਸ ਵੱਲੋਂ। ਪਰ ਮੈਨੂੰ ਲੱਗਦਾ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਸ਼ੈਰੀ, ਕਿ ਹਰ ਰੋਜ਼ ਔਰਤਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਹਰ ਰੋਜ਼ ਜਿਹੜੇ ਵੀ ਉਹ ਚੈਲੰਜਸ ਫੇਸ ਕਰ ਰਹੀਆਂ ਉਹਨਾਂ ਨੂੰ ਘੱਟ ਕਰਨ ਲਈ ਸਾਡਾ ਯੋਗਦਾਨ ਹੋਣਾ ਚਾਹੀਦਾ। ਜੀ ਬਿਲਕੁਲ। ਔਰ ਰਚਨਾ ਜੀ, ਜੇ ਇੱਕ ਦਿਨ ਹੀ ਚਲੋ ਸੈਲੀਬ੍ਰੇਸ਼ਨ ਦਾ ਹੁੰਦਾ, ਜੇ ਡਿਬੇਟ ਕਰਨ ਦਾ ਮੌਕਾ ਹੀ ਸਾਨੂੰ ਇੱਕ ਦਿਨ ਮਿਲਦਾ ਵੀ ਚਲੋ ਜੀ ਅੱਜ ਵੂਮਨਸ ਡੇ ਹੈ, ਅਸੀਂ ਇਕੱਠੇ ਹੋਈਏ ਜਾਂ ਗੱਲਾਂ ਬਾਤਾਂ ਕਰੀਏ, ਉਸ ਤੇ ਡਿਬੇਟ ਕਰੀਏ, ਤਾਂ ਕੀ ਲੱਗਦਾ ਹੈ ਕਿ ਸਮਾਜ ਕਿਤੇ ਨਾ ਕਿਤੇ ਜਿਹੜੀ ਔਰਤਾਂ ਦੀ ਪ੍ਰੋਗਰੈਸ ਹੈ ਉਹਨੂੰ ਸਪੋਰਟ ਕਰਦਾ ਹੈ? ਜੀ ਬਹੁਤ ਜ਼ਿਆਦਾ। ਮੈਂ ਜਿਵੇਂ ਪਹਿਲਾਂ ਵੀ ਕਿਹਾ ਸ਼ੈਰੀ ਕਿ ਔਰਤਾਂ ਨੇ ਬਹੁਤ ਅੱਗੇ ਤੱਕ ਆਈਆਂ ਹੈਗੀਆਂ। ਜੇ ਤੁਸੀਂ ਪਿਛਲੇ ਸਮੇਂ ਨੂੰ ਦੇਖੋ ਤੇ ਹੁਣ ਵਿੱਚ ਦੇਖੋ, ਔਰਤਾਂ ਨੇ ਬਹੁਤ ਜ਼ਿਆਦਾ ਮੱਲਾਂ ਮਾਰੀਆਂ, ਔਰਤਾਂ ਨੇ ਬਹੁਤ ਕੁਝ ਅਚੀਵ ਕੀਤਾ, ਬਟ ਐਟ ਦਾ ਸੇਮ ਟਾਈਮ ਆਈ ਥਿੰਕ ਕਿ ਬਹੁਤ ਕੁਝ ਹੋਰ ਵੀ ਕਰਨ ਦੀ ਲੋੜ ਹੈਗੀ ਹੈ। ਜਿਹੜੇ ਇੱਕ ਸਮਾਜ ਦੀ ਜਿਹੜਾ ਇੱਕ ਸੋਚਣੀ ਹੈ ਉਹਨੂੰ ਬਦਲਣ ਦੀ ਲੋੜ ਹੈਗੀ ਹੈ ਕਿ ਔਰਤਾਂ ਨੂੰ ਐਜ਼ ਅ ਜਿਵੇਂ ਸੈਕੰਡ ਕਲਾਸ ਸਿਟੀਜ਼ਨ ਦੇਖਿਆ ਜਾਂਦਾ ਹੈ। ਅਜੇ ਵੀ ਜੇ ਔਰਤਾਂ ਤੇ ਮਰਦ ਨੂੰ ਜਦ ਅਸੀਂ ਇਕੱਠੇ ਜਿਵੇਂ ਅਸੀਂ ਇਕੁਅਲ ਸਪੈਕਟਰਮ 'ਚ ਦੇਖਣਾ ਚਾਹ ਰਹੇ ਹਾਂ, ਉਹ ਨਹੀਂ ਹੋ ਪਾ ਰਿਹਾ ਹੈਗਾ। ਅਜੇ ਵੀ ਔਰਤਾਂ ਮਿਸੋਜਨੀ, ਸੈਕਸਿਜ਼ਮ, ਡਿਸਕ੍ਰਿਮੀਨੇਸ਼ਨ ਦਾ ਅਜੇ ਵੀ ਇਸ ਸਮੇਂ 'ਚ ਵੀ ਸ਼ਿਕਾਰ ਹੁੰਦੀਆਂ। ਬਿਲਕੁਲ। ਰਚਨਾ ਜੀ, ਪਹਿਲੇ ਕਾਲਰਸ ਤਾਂ ਜੁੜ ਗਏ ਨੇ, ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਅੱਜ ਵੂਮਨਸ ਡੇ ਹੈ ਤੇ ਅੱਜ ਆਪਣਾ ਟੌਪਿਕ ਵੀ ਇਹੀ ਹੈ। ਰਚਨਾ ਸਿੰਘ ਜੀ ਆਪਣੇ ਨਾਲ ਸਟੂਡੀਓ ਦੇ ਵਿੱਚ ਬੈਠੇ ਨੇ। ਹੋਰ ਸੀਗਾ ਜੀ ਫਿਰ ਦੈਟਸ ਫਾਈਨ ਜੀ, ਜੇ ਤੁਸੀਂ ਉਹਦੇ ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਨਹੀਂ ਬਸ ਫਿਰ ਜਦ ਟੌਪਿਕ ਹੋ ਰਿਹਾ ਫਿਰ ਮੈਂ ਪੁੱਛਣਾ ਸੀਗਾ ਜਿਹੜੇ ਬੈਨੀਫਿਟਸ ਆ ਉਹਨੇ $1000 ਦੇਣਾ। ਮੈਂ ਇਸ ਬਿਗਿਨਿੰਗ ਹੋ ਜਦੋਂ ਅਨਾਉਂਸ ਹੈਗੀ ਤਾਂ ਉਦੋਂ ਭਰਿਆ, ਹਾਲੇ ਤਾਂ ਆਇਆ ਨਹੀਂ ਹੈ। ਉਹ ਕਦੋਂ ਕਿੰਨਾ ਚਿਰ ਲੱਗੂਗਾ ਹੋਰ? ਜੀ ਠੀਕ ਹੈ। ਤੁਹਾਡੀ ਵੈਸੇ ਇਹ ਵਾਲੀ ਹੈ ਜਿਹੜੀ ਆਪਾਂ ਕੋਸ਼ਿਸ਼ ਕਰਦੇ ਕਿ ਜੇ ਜਵਾਬ ਮਿਲ ਜਾਏ ਤਾਂ ਵੈਸੇ ਥੈਂਕ ਯੂ ਸੋ ਮਚ ਗੱਲ ਕਰਨ ਲਈ। ਪਰ ਵੂਮਨਸ ਡੇ ਹੜ ਹੈ, ਤੁਹਾਨੂੰ ਕੁਐਸਚਨ ਤੇ ਵੀ ਬੋਲਣਾ ਚਾਹੀਦਾ ਸੀਗਾ, ਪਰ ਚਲੋ ਕੋਈ ਨਹੀਂ, ਜੇ ਤੁਸੀਂ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦੇ ਤਾਂ ਠੀਕ ਹੈ ਜੀ। ਓਕੇ ਜੀ।
ਪਹਿਲੇ ਕਾਲਰਸ ਜਿਹੜੇ ਆਪਣੇ ਨਾਲ ਰਚਨਾ ਜੀ ਜੁੜੇ ਸ਼ਾਇਦ ਇਹਨਾਂ ਦੀਆਂ ਕੁਝ ਹੋਰ ਪ੍ਰੋਬਲਮਸ ਫੇਸ ਕਰ ਰਹੇ ਨੇ ਤਾਂ ਸ਼ਾਇਦ ਇਸ ਟੌਪਿਕ ਤੇ ਗੱਲ ਨਹੀਂ ਕਰ ਪਾਏ। ਐਨੀਵੇ ਅੱਗੇ ਸੀ ਗੱਲ ਕਰ ਰਹੇ ਸੀਗੇ ਕਿ ਜੇ ਅੱਜ ਔਰਤ ਦਿਹਾੜਾ ਹੈ, ਮਹਿਲਾ ਦਿਵਸ ਹੈ, ਤੁਸੀਂ ਗੱਲ ਕਰ ਰਹੇ ਸੀ ਵੀ ਔਰਤਾਂ ਦੇ ਹੱਕਾਂ ਦੀ ਬਹੁਤ ਕੁਝ ਕਰਨ ਦੀ ਲੋੜ ਹੈ। ਤੁਹਾਨੂੰ ਕੀ ਲੱਗਦਾ ਹੈ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਹਜੇ ਵੀ ਵਰਲਡ ਵਾਈਡ ਜਦੋਂ ਅਸੀਂ ਸੋਚਦੇ ਹਾਂ ਤਾਂ ਕੀ ਉਹ ਕਰਨ ਦੀ ਲੋੜ ਹੈ? ਪ੍ਰੋਫੈਸਰ ਮਨਜੀਤ ਥੋੜੀ ਦੇਰ ਪਹਿਲਾਂ ਜੁੜੇ ਸੀਗੇ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਵੀ ਇੱਕ ਭੂਮਿਕਾ ਜਿਹੜੀ ਇਹ ਬੰਨੀ ਜਾ ਰਹੀ ਹੈ, ਜੋ ਕੁਝ ਹੁਣ ਹੋ ਰਿਹਾ ਇੱਕ ਭੂਮਿਕਾ ਤਾਂ ਬਣ ਰਹੀ, ਇੱਕ ਨੀਂਹ ਰੱਖੀ ਜਾ ਰਹੀ ਹੈ, ਪਰ ਇਹਨੂੰ ਬਹੁਤ ਸਮਾਂ ਲੱਗੇਗਾ, ਪਰ ਹਜੇ ਬਹੁਤ ਕੁਝ ਹੋਣ ਦੀ ਲੋੜ ਹੈ। ਤੁਹਾਡੇ ਆਪਣੇ ਨਜ਼ਰੀਏ ਤੋਂ ਤੁਸੀਂ ਬਤੌਰ ਐਮਐਲਏ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ, ਚੰਡੀਗੜ੍ਹ ਤੋਂ ਲੈ ਕੇ ਸਰੀ ਤੁਸੀਂ ਪਹੁੰਚੇ, ਇੱਥੇ ਦਾ ਸਫ਼ਰ ਜਿਹੜਾ ਤੈਅ ਕੀਤਾ, ਬਹੁਤ ਜ਼ਿਆਦਾ ਚੈਲੰਜਿੰਗ ਜਿਹੜੀ ਹੈ ਤੁਹਾਡੀ ਆਪਣੀ ਲਾਈਫ ਰਹੀ ਹੈ, ਬਹੁਤ ਤੁਸੀਂ ਚੀਜ਼ਾਂ ਨੂੰ ਫੇਸ ਵੀ ਕੀਤਾ ਹੋਣਾ ਹੈ, ਤੇ ਤੁਹਾਨੂੰ ਕੀ ਲੱਗਦਾ ਹੈ ਕਿਹੜੀਆਂ ਉਹ ਚੀਜ਼ਾਂ ਜਿਨ੍ਹਾਂ ਨੂੰ ਹੁਣ ਕਰਨ ਦੀ ਲੋੜ ਹੈਗੀ ਹੈ? ਜੀ ਬਿਲਕੁਲ, ਮੈਂ ਤਾਂ ਇੱਕ ਤਾਂ ਕਹਾਂਗੀ ਕਿ ਜਿਹੜੀ ਲੀਡਰਸ਼ਿਪ ਹੈ ਕਿ ਜਿਹੜੇ ਸਾਡੇ ਲੀਡਰਸ ਹੈਗੇ ਆ ਦੇ ਹੈਵ ਟੂ ਟੇਕ ਅ ਸਟਰੋਂਗ ਸਟੈਂਡ ਅਬਾਊਟ ਜੈਂਡਰ ਐਕੁਇਟੀ। ਜੇ ਤੁਸੀਂ ਮੈਨੂੰ ਇੱਕ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਸ਼ੈਰੀ ਕਿ ਮੈਂ ਜਿਹੜੀ ਸਰਕਾਰ ਦਾ ਹਿੱਸਾ ਹੈਗੀ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਜੇ ਤੁਸੀਂ ਹੁਣ ਅੱਜ ਦੇ ਸਮੇਂ ਵਿੱਚ ਸਾਡਾ ਕਾਕਸ ਦੇਖੋ, ਜਿਹੜਾ ਨਿਊ ਡੈਮੋਕ੍ਰੈਟਸ ਦਾ ਕਾਕਸ ਹੈ, ਔਰਤਾਂ ਦੀ ਗਿਣਤੀ ਜ਼ਿਆਦਾ ਹੈਗੀ ਬੰਦਿਆਂ ਤੋਂ, ਤੇ ਇਹ ਕੋਈ ਇੱਕ ਦਿਨ ਵਿੱਚ ਨਹੀਂ ਹੋ ਗਿਆ। ਇਹ ਨਹੀਂ ਕਿ ਇੱਕ ਦਿਨ ਤੁਸੀਂ ਅਨਾਉਂਸ ਕੀਤਾ ਤੇ ਉਹਦੇ ਕਰਕੇ ਇਹ ਚੀਜ਼ ਇਹ ਵਾਲੀ ਅਚੀਵਮੈਂਟ ਆਈ ਹੈਗੀ ਹੈ। ਕਿੰਨੀ ਦੇਰ ਤੋਂ ਜਿਹੜੀਆਂ ਵੂਮਨਸ ਆਰਗੇਨਾਈਜੇਸ਼ਨਸ ਹੈ, ਗ੍ਰਾਸ ਰੂਟਸ ਆਰਗੇਨਾਈਜੇਸ਼ਨਸ ਹੈ, ਕਿੰਨੇ ਜ਼ਿਆਦਾ ਜਿਹੜੇ ਅਦਾਰੇ ਹੈ ਜਿਹੜੀ ਇਸ ਚੀਜ਼ ਦੀ ਮੰਗ ਕਰ ਰਹੇ ਸੀਗੇ ਕਿ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਜ਼ਿਆਦਾ ਚਾਹੀਦੀ ਹੈਗੀ, ਤੇ ਉਹ ਵਾਲੀ ਜਗ੍ਹਾ ਵੀ ਬਣਾਣੀ। ਮਤਲਬ ਕਿ ਤੁਸੀਂ ਜਦ ਇੱਕ ਥਾਂ ਤੇ ਜਿਵੇਂ ਸਾਡੀ ਪਾਰਟੀ ਦੀ ਇੱਕ ਸੋਚ ਹੈਗੀ ਹੈ ਕਿ ਜਦ ਕਿਸੇ ਵੀ ਥਾਂ ਤੋਂ ਇਨਕੰਬੈਂਟ ਛੱਡਦਾ ਹੈਗਾ ਸੀਟ ਤੇ ਉੱਥੋਂ ਇੱਕ ਔਰਤ ਲੜੇਗੀ, ਤੇ ਔਰਤ ਵੀ ਉਹ ਕਿ ਜਿਹੜੀ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਕੋਈ ਡਿਵਰਸ ਬੈਕਗ੍ਰਾਉਂਡ ਤੋਂ ਆ ਰਹੀ ਹੈ, ਜਿਹਨੂੰ ਅਸੀਂ ਬਾਈਪੌਕ ਕਹਿੰਦੇ ਆ, ਬਲੈਕ, ਇੰਡੀਜਨਸ ਜਾਂ ਪਰਸਨ ਆਫ ਕਲਰ ਉਹਦੀ ਬੈਕਗ੍ਰਾਉਂਡ ਹੋਵੇ, ਉਸ ਔਰਤ ਨੂੰ ਮੌਕਾ ਦਿੱਤਾ ਜਾਵੇ। ਸੋ ਐਵੇਂ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਆਈ ਥਿੰਕ ਉਹ ਚੱਲ ਤਾਂ ਰਹੀਆਂ, ਬਹੁਤ ਜ਼ਿਆਦਾ ਗੱਲਾਂ ਵੀ ਬਹੁਤ ਜ਼ਿਆਦਾ ਹੁੰਦੀਆਂ, ਪਰ ਆਈ ਥਿੰਕ ਮੋਰ ਨੀਡਸ ਟੂ ਬੀ ਡਨ ਔਨ ਦੈਟ। ਅਸੀਂ ਜਾਣਦੇ ਹਾਂ ਕਿ ਔਰਤਾਂ ਨਾਲ ਸਾਰੀ ਔਰਤ ਜਗਤ ਨਾਲ ਹੀ ਵਿਤਕਰਾ ਹੁੰਦਾ, ਪਰ ਜਿਹੜੀਆਂ ਮਾਰਜਨਲਾਈਜ਼ਡ ਔਰਤਾਂ ਹੈਗੀਆਂ, ਜਿਹੜੀਆਂ ਕਿ ਘੱਟ ਗਿਣਤੀ ਔਰਤਾਂ ਹੈਗੀਆਂ, ਉਹਨਾਂ ਨਾਲ ਜਿਹੜੀ ਤਰਾਸਦੀ ਹੈ, ਹੋਰ ਵੀ ਉਹਦੀ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈਗੀ ਜੀ। ਇੱਕ ਹੋਰ ਕਾਲਰਸ ਆਪਣਾ ਜੋੜੇ ਨੇ, ਖੈਰ ਐਨੀਵੇ ਇਹਨਾਂ ਦੀ ਕਾਲ ਕੱਟੀ ਗਈ ਹੈ ਜੀ। ਜਿਹੜੇ ਵੀ ਪਲੀਜ਼ ਕਾਲਰ ਸੀਗੇ ਉਹ ਦੁਬਾਰਾ ਕਾਲ ਕਰ ਸਕਦੇ ਨੇ, ਮੈਂ ਉਹਨਾਂ ਦਾ ਫੋਨ ਜਿਹੜਾ ਉਹ ਪਿਕ ਨਹੀਂ ਕਰ ਪਾਈ ਸੀ। ਰਚਨਾ ਜੀ, ਸੋਸ਼ਲ ਟਰਾਂਸਫੋਰਮੇਸ਼ਨ ਔਰਤਾਂ ਦੇ ਲਈ ਕਿੰਨੀ ਕੁ ਜ਼ਰੂਰੀ ਹੈ? ਕਿਉਂਕਿ ਇੱਕ ਵਕਤ ਹੁੰਦਾ ਸੀਗਾ ਜਦੋਂ ਬਰਾਬਰਤਾ ਦੀ ਗੱਲ ਹੁੰਦੀ ਸੀਗੀ, ਨੌਕਰੀ ਜਦੋਂ ਚੁਣਨੀ ਹੁੰਦੀ ਸੀਗੀ ਤਾਂ ਉਹ ਵੀ ਜਦੋਂ ਦੇਖਿਆ ਜਾਂਦਾ ਸੀ ਵੀ ਕੁੜੀ ਨੌਕਰੀ ਕਰੂਗੀ ਕਿ ਨਹੀਂ। ਅੱਜ ਕੱਲ ਤਾਂ ਖੈਰ ਉਹ ਰਿਵਾਇਤ ਨਹੀਂ ਹੈ। ਮੈਂ ਕਾਲਰਸ ਦੀ ਕਾਲ ਅਟੈਂਡ ਕਰ ਲਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਰਚਨਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ, ਤੇ ਮੈਂ ਪਹਿਲੀ ਗੱਲ ਤਾਂ ਵਧਾਈ ਦਿੰਦਾ ਅੱਜ ਵੂਮਨ ਡੇਜ਼ ਦੀ ਤੁਹਾਨੂੰ। ਜੀ ਸਰ, ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਬਾਕੀ ਮੇਰਾ ਕੁਐਸਚਨ ਇਹ ਹੈ ਵੀ ਰਚਨਾ ਜੀ ਜਿਵੇਂ ਹੁਣ ਐਮਐਲਏ ਆ, ਸਰਕਾਰ ਦੇ ਵਿੱਚ ਇਹ ਕੋਈ ਪ੍ਰੋਗਰਾਮ ਵੂਮਨ ਦੇ ਲਈ ਕੋਈ ਲੈ ਕੇ ਆਏ ਆ ਜਾਂ ਅਵੇਅਰਨੈਸ ਲਈ ਕੋਈ ਕਰ ਰਹੇ ਆ ਕੁਝ ਹੋਰ? ਕਿਉਂਕਿ ਕਾਫੀ ਆਪਣੇ ਇੱਥੇ ਐਕਟੀਵਿਟੀ ਦੇ ਵਿੱਚ ਪਾਸਟ ਮੇਰਾ ਖਿਆਲ ਆ 20-25 ਈਅਰ ਤੋਂ ਵੂਮਨਸ ਹੈਗੀਆਂ, ਤੇ ਹੁਣ ਇਹ ਸਰਕਾਰ ਦੇ ਵਿੱਚ ਹੈ ਕਿਉਂਕਿ ਇਹਨਾਂ ਨੂੰ ਅਹੁਦਾ ਮਿਲਿਆ ਹੋਇਆ, ਔਰ ਮੈਂ ਇਸ ਚੀਜ਼ ਦੀ ਵੀ ਖੁਸ਼ੀ ਹੈ ਕਿਉਂਕਿ ਇੱਕ ਆਪਣੀ ਪੰਜਾਬੀ ਔਰਤ ਸਰਕਾਰ ਦੇ ਵਿੱਚ ਹੈ, ਕਿਉਂਕਿ ਸਾਨੂੰ ਇਹਦਾ ਵੀ ਮਾਣ ਕਰਨਾ ਚਾਹੀਦਾ, ਔਰ ਇਹਨਾਂ ਨੂੰ ਵੀ ਮੈਂ ਵਧਾਈ ਵੀ ਦਿੰਦਾ, ਔਰ ਮੈਂ ਰਿਕੁਐਸਟ ਵੀ ਕਰਦਾ ਕਿ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਜ਼ਰੂਰ ਲੈ ਕੇ ਆਓ, ਕਿਉਂਕਿ ਇੱਥੇ ਵੀ ਵੂਮਨਸ ਦਾ ਜਿਹੜਾ ਕਾਫੀ ਟਫ ਟਾਈਮ ਹੈ। ਕਿਸੇ ਵੀ ਫੀਲਡ 'ਚ ਤੁਸੀਂ ਲੈ ਲਓ, ਵਾਇਲੈਂਸ ਦੇ ਵਿੱਚ ਵੀ, ਔਰ ਦੂਜੀਆਂ ਜਿਹੜੇ ਸਟੂਡੈਂਟ ਆ ਉਹ ਵੀ ਕਾਫੀ ਹਾਰਡ ਵਰਕ ਕਰਦੇ ਆ ਔਰ ਕੰਪੀਟੀਸ਼ਨ ਕਰਦੇ, ਉਹਨਾਂ ਦੀਆਂ ਵੀ ਬਹੁਤ ਸਮੱਸਿਆਵਾਂ ਯੰਗ ਜਨਰੇਸ਼ਨ ਦੀਆਂ ਹੈਗੀਆਂ, ਤੇ ਉਹਨਾਂ ਲਈ ਇਹਨਾਂ ਨੂੰ ਕੋਈ ਨਾ ਕੋਈ ਨਵਾਂ ਜਿਹੜਾ ਮਾਡਰਨ ਪ੍ਰੋਗਰਾਮ ਜ਼ਰੂਰ ਲੀਕ ਕੇ ਲਿਆਉਣਾ ਚਾਹੀਦਾ। ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਦੇ ਨਾਲ ਜ਼ਰੂਰ ਦੱਸਣ ਕਿ ਇਹ ਬਹੁਤ ਜ਼ਰੂਰੀ ਆ। ਆਪਾਂ ਹੋਰ ਤਾਂ ਗੱਲਾਂ ਬਹੁਤ ਕਰਨਾ ਕਿਉਂਕਿ ਜਿਹੜੀ ਯੰਗ ਜਨਰੇਸ਼ਨ ਹੈ, ਜਿਹੜੇ ਬੱਚੇ ਆ, ਖਾਸ ਕਰਕੇ ਫੀਮੇਲ, ਉਹਨਾਂ ਦੇ ਲਈ ਸਾਨੂੰ ਅੱਜ ਦੇ ਅਜੋਕੇ ਸਮੇਂ ਦੇ ਲਿਹਾਜ਼ ਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਦੇ ਲਈ ਸਾਨੂੰ ਅਵੇਅਰਨੈਸ ਹੋਣਾ ਚਾਹੀਦਾ। ਤੁਹਾਨੂੰ ਬਹੁਤ ਬਹੁਤ ਵਧਾਈਆਂ ਵੂਮਨ ਡੇਜ਼ ਦੀਆਂ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਜੀ ਸਰ ਆਪਣੀ ਗੱਲ ਰੱਖਣ ਲਈ। ਇਹ ਕਾਲਰਸ ਰਚਨਾ ਜੀ ਜਿਸ ਤਰੀਕੇ ਨਾਲ ਗੱਲ ਕਰ ਰਹੇ ਸੀ, ਤੁਸੀਂ ਬਿਲਕੁਲ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ, ਉਹਨਾਂ ਨੇ ਸਮਾਂ ਕੱਢਿਆ ਔਰ ਆਪਣੀ ਜਿਹੜੀ ਚਿੰਤਾ ਪ੍ਰਗਟਾਈ ਹੈ, ਔਰ ਆਈ ਐਮ ਗਲੈਡ ਕਿ ਜਿਹੜੇ ਮੇਲ ਐਲਾਈਜ਼ ਹੈ ਜਿਨ੍ਹਾਂ ਨੂੰ ਫਿਕਰ ਹੈਗੀ ਹੈ ਕਿ ਔਰਤਾਂ ਦੀ ਜਿਹੜੇ ਚੈਲੰਜਸ ਹੈਗੇ, ਉਹਨਾਂ ਨੇ ਵਾਇਲੈਂਸ ਅਗੇਂਸਟ ਵੂਮਨ ਦੀ ਵੀ ਗੱਲ ਕੀਤੀ ਹੈਗੀ। ਔਰ ਅਸੀਂ ਜਾਣਦੇ ਹਾਂ ਕਿ ਸ਼ਹਿਰੀ ਜਿਹੜਾ ਪਿਛਲਾ ਇੱਕ ਸਾਲ ਰਿਹਾ ਹੈ ਜਦ ਪੈਂਡੈਮਿਕ ਵਿੱਚੋਂ ਅਸੀਂ ਗੁਜ਼ਰ ਰਹੇ ਸੀਗੇ, ਤੇ ਇੱਕ ਬਹੁਤ ਜਿਹੜੀ ਸੈਡ ਰਿਐਲਿਟੀ ਜਿਹੜੀ ਸਾਹਮਣੇ ਨਜ਼ਰ ਆਈ ਸਾਨੂੰ ਕਿ ਔਰਤਾਂ ਦੇ ਲਈ ਜਿਹੜੀ ਔਰਤਾਂ ਦੇ ਖਿਲਾਫ ਜਿਹੜਾ ਵਾਇਲੈਂਸ ਹੈ ਉਹਦੇ ਵਿੱਚ ਵਾਧਾ ਦੇਖਣ ਚ ਆਇਆ। ਸਟੈਟਿਸਟਿਕਸ ਕੈਨੇਡਾ ਨੇ ਇਹ ਗੱਲ ਬਹੁਤ ਜ਼ਿਆਦਾ ਕੀਤੀ, ਜਿਹੜੀ ਰਿਪੋਰਟਡ ਇਨਸੀਡੈਂਟਸ ਹੈ, ਔਰ ਕਈ ਇਨਸੀਡੈਂਟਸ ਹੈ ਕਿਉਂਕਿ ਮੈਂ ਆਪ ਵਾਇਲੈਂਸ ਅਗੇਂਸਟ ਵੂਮਨ ਕਾਉਂਸਲਰ ਰਹੀ ਹਾਂ, ਕਿ ਕਈ ਔਰਤਾਂ ਡਰ ਦੇ ਮਾਰੇ ਔਰ ਕਿੰਨੇ ਉਹਨਾਂ
कोल बैरीयर्स है वो रिपोर्ट भी नहीं करदियां ते जेडे अनरिपोर्टेड रह जांदे ਉਹਦਾ ਤੇ ਸਾਡੇ ਕੋਲ ਜਾਣਕਾਰੀ ਵੀ ਨਹੀਂ ਹੈਗੀ। मैं बिल्कुल कहना चाहूंगी कि साडी ये सरकार कि ਜਿਹੜੀ ਚੈਲੰਜਸ ਔਰਤਾਂ ਅੱਜ ਦੇ ਸਮੇਂ ਵਿੱਚ ਫੇਸ ਕਰ ਰਹੀਆਂ ਉਹਦੇ ਲਈ ਬਿਲਕੁਲ ਤਿਆਰ ਉਹਨਾਂ ਦੀ ਨਬਜ਼ ਉਹ ਪਛਾਣਦੀ ਹੈ। ਸਾਡੀ ਇੱਕ ਜਿਵੇਂ ਮੈਂ ਪਾਰਲੀਮੈਂਟਰੀ ਸੈਕਟਰੀ ਹੈਗੀ ਐਂਟੀ ਰੇਸਿਜ਼ਮ ਦੀ, ਸਾਡੀ ਉਵੇਂ ਹੀ ਇੱਕ ਪਾਰਲੀਮੈਂਟਰੀ ਸੈਕਟਰੀ ਹੈਗੀ ਜੈਂਡਰ ਇਕੁਇਟੀ ਦੀ, ਗ੍ਰੇਸ ਲੋਰ ਹੈ, ਨਵੀਂ ਐਮਐਲਏ ਹੈ ਜਿਹੜੀ ਕਿ ਵਿਕਟੋਰੀਆ ਤੋਂ ਚੁਣੀ ਗਈ ਹੈ ਤੇ ਉਹਨਾਂ ਦਾ ਇਹੀ ਕੰਮ ਹੈ ਕਿ ਜਿਹੜੇ ਵੀ ਚੈਲੰਜਸ ਔਰਤਾਂ ਫੇਸ ਕਰ ਰਹੀਆਂ ਤੇ ਅਸੀਂ ਜਿਹੜੇ ਪਿਛਲੇ ਸਾਲ ਵਿੱਚ ਮੈਂ ਕਹੂੰਗੀ ਕਿ ਜਿੰਨੀ ਵੀ ਸਰੀ ਦੇ ਵਿੱਚ ਜਿਹੜੇ ਅਦਾਰੇ ਹਨ ਜਿਵੇਂ ਸਰੀ ਵੂਮਨਸ ਸੈਂਟਰ ਵਰਗੇ ਹੈ ਜਾਂ ਡਾਇਵਰਸਿਟੀ ਵਰਗੀਆਂ ਸੰਸਥਾਵਾਂ ਜਿਹੜੀਆਂ ਕਿ ਔਰਤਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਉਹਨਾਂ ਦੀ ਫੰਡਿੰਗ ਵਿੱਚ ਵਾਧਾ ਕੀਤਾ ਗਿਆ। ਜਿਹੜੇ ਟ੍ਰਾਂਜੀਸ਼ਨ ਹੋਮਸ ਹੈ, ਜਿਹੜੇ ਸੇਫ ਹੋਮਸ ਮੰਨੇ ਜਾਂਦੇ ਔਰਤਾਂ ਲਈ, ਜਦ ਔਰਤਾਂ ਕੋਈ ਵਾਇਲੈਂਸ ਦਾ ਸ਼ਿਕਾਰ ਹੈ ਉਹਨਾਂ ਨੂੰ ਇੱਕ ਸੇਫ ਜਗ੍ਹਾ ਚਾਹੀਦੀ ਹੈ, ਉਸ ਘਰ ਵਿੱਚ ਨਹੀਂ ਰਹਿ ਪਾ ਰਹੀਆਂ, ਉਹ ਜਗ੍ਹਾ ਜਿਹੜੀ ਉਹ ਟ੍ਰਾਂਜੀਸ਼ਨ ਹੋਮਸ ਵਿੱਚ ਵੀ ਵਾਧਾ ਕੀਤਾ ਗਿਆ ਹੈਗਾ। ਤੇ ਅਜੇ ਵੀ ਬਹੁਤ ਕੁਝ ਮਤਲਬ ਕਿ ਇਹ ਕੁਝ ਹੋਇਆ ਪਰ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। ਇਹਨਾਂ ਨੇ ਇੱਕ ਗੱਲ ਕੀਤੀ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਹੈ ਔਰ ਉਹਨਾਂ ਦੀ ਚਿੰਤਾ ਮੈਨੂੰ ਖੁਸ਼ੀ ਹੋਈ ਕਿ ਉਹਨਾਂ ਨੇ ਚਿੰਤਾ ਪ੍ਰਗਟਾਈ ਕਿਉਂਕਿ ਇਟਸ ਅ ਵੈਰੀ ਵੈਰੀ ਸੈਡ ਰਿਐਲਿਟੀ ਕਿ ਜਿਹੜੇ ਬੱਚੇ ਸਾਡੇ ਆ ਰਹੇ ਹੈ ਔਰ ਸਪੈਸ਼ਲੀ ਸਾਡੀਆਂ ਯੰਗ ਕੁੜੀਆਂ ਆ ਰਹੀਆਂ ਕਿਉਂਕਿ ਰਚਨਾ ਜੀ ਸਮਾਜ ਦੀ ਤਬਦੀਲੀ ਇਸ ਲੈਵਲ ਤੱਕ ਤਾਂ ਹੁਣ ਹੋ ਹੀ ਗਈ ਹੈ ਕਿ ਜਿਹੜੇ ਪੈਰੈਂਟਸ ਨੇ ਉਹ ਆਪਣੀਆਂ ਯੰਗ ਕੁੜੀਆਂ ਨੂੰ ਮਤਲਬ +2 ਕਾਲਜ ਇਵਨ ਕੁੜੀਆਂ ਹਜੇ ਨਹੀਂ ਗਈਆਂ +2 ਕਰਦੇ ਹੀ ਜਿਹੜੇ ਬੱਚੇ ਨੇ ਉਹ ਸਟੱਡੀ ਬੇਸ ਦੇ ਉੱਤੇ ਇੱਥੇ ਭੇਜ ਦਿੱਤੇ ਜਾਂਦੇ ਨੇ ਵੀ ਕੈਨੇਡਾ ਸੇਫ ਲੱਗਦਾ ਉਹਨਾਂ ਨੂੰ ਤੇ ਆਪਣੇ ਬੱਚਿਆਂ ਨੂੰ। ਹਾਲਾਂਕਿ ਤੁਹਾਨੂੰ ਪਤਾ ਕਿ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਕੁੜੀ ਨੂੰ ਇਕੱਲੇ ਘਰੋਂ ਬਾਹਰ ਨਿਕਲਣ ਤੱਕ ਦੀ ਪਰਮਿਸ਼ਨ ਨਹੀਂ ਹੁੰਦੀ ਸੀਗੀ, ਉਹਦੇ ਨਾਲ ਕੋਈ ਜਾਏਗਾ ਤਾਂ ਫੇਰ ਉਹ ਬਾਹਰ ਨਿਕਲ ਸਕਦੀ ਤੇ ਹੁਣ ਕੈਨੇਡਾ ਤੱਕ ਆਪਣੇ ਬੱਚੇ ਜਿਹੜੇ ਨੇ ਯੰਗ ਕੁੜੀਆਂ ਜਿਹੜੀਆਂ ਇੱਥੇ ਭੇਜ ਦਿੱਤੀਆਂ ਜਾਂਦੀਆਂ ਨੇ। ਸੋ ਇਹ ਜ਼ਾਹਿਰ ਜੀ ਗੱਲ ਹੈ ਵੀ ਉਹਨਾਂ ਦੇ ਮਾਈਂਡ ਦੇ ਵਿੱਚ ਕੈਨੇਡਾ ਨੂੰ ਲੈ ਕੇ ਕੁਝ ਹੋਰ ਹੈ ਵੀ ਉੱਥੇ ਬੱਚਾ ਸਾਡਾ ਸੇਫ ਹੈ। ਸੋ ਇਸ ਲਈ ਇੱਥੇ ਵੀ ਸੇਫਟੀ ਨੂੰ ਜਿਹੜਾ ਹੈ ਉਹ ਯਕੀਨੀ ਬਣਾਉਣ ਦੇ ਲਈ ਕੁਝ ਨਾ ਕੁਝ ਤੁਸੀਂ ਜਿਵੇਂ ਐਮਐਲਏ ਔਰ ਪੰਜਾਬੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ, ਇਸ ਲਈ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਵੀ ਹੈ ਤੇ ਜ਼ਾਹਿਰ ਜੀ ਗੱਲ ਹੈ ਜਿਹੜੇ ਇੰਡੀਆ ਤੋਂ ਸਟੂਡੈਂਟਸ ਆਉਂਦੇ ਜਾਂ ਕਿਤੇ ਵੀ ਹੋਰ ਭਾਰਤ ਤੋਂ ਆ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਮੀਦ ਹੈ ਵੀ ਸਰੀ ਜਾਂ ਮੰਨ ਲਓ ਕੈਨੇਡਾ ਦਾ ਕੋਈ ਵੀ ਏਰੀਆ ਉਹ ਸੇਫ ਹੈ ਸਾਡੇ ਬੱਚਿਆਂ ਦੇ ਲਈ। ਔਰ ਮੈਂ ਚਾਹੂੰਗੀ ਕਿ ਉਹ ਹੋਵੇ ਪਰ ਮੈਂ ਇਹਦੇ ਨਾਲ ਇਹ ਵੀ ਜਾਣਦੀ ਹੈਗੀ ਆ ਸ਼ੈਰੀ ਕਿ ਜਿਹੜੀਆਂ ਇਹ ਬੱਚੀਆਂ ਆਉਂਦੀਆਂ ਹੈਗੀਆਂ ਉਹਨਾਂ ਨਾਲ ਸ਼ੋਸ਼ਣ ਵੀ ਹੁੰਦਾ, ਉਹਨਾਂ ਨਾਲ ਐਕਸਪਲੋਇਟੇਸ਼ਨ ਵੀ ਹੋ ਰਹੀ ਹੈਗੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਉਹੀ ਬੱਚੀਆਂ ਜਾਂ ਜਿਹੜੇ ਉਹਨਾਂ ਦੇ ਵਾਕਫ ਹੈ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਜੇ ਤੁਹਾਡੀ ਨਿਗਾਹ ਵਿੱਚ ਕਿਸੇ ਦਾ ਵੀ ਸ਼ੋਸ਼ਣ ਹੋ ਰਿਹਾ ਕੋਈ ਬੱਚੀ, ਉਹ ਸਾਡੇ ਬੱਚੇ ਹੈ, ਮੈਂ ਆਈ ਆਲਵੇਜ਼ ਸੇ ਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਹੈ। ਜੇ ਮੈਨੂੰ ਆਪਣੇ ਬੱਚੇ ਦੀ ਫਿਕਰ ਹੈ ਮੈਨੂੰ ਉਹਨਾਂ ਬੱਚਿਆਂ ਦੀ ਵੀ ਉਨੀ ਹੀ ਫਿਕਰ ਹੋਣੀ ਚਾਹੀਦੀ ਹੈ ਔਰ ਸਾਡੇ ਸਾਰੇ ਸਮਾਜ ਨੂੰ ਕਿਉਂਕਿ ਇੱਥੇ ਤਾਂ ਅਸੀਂ ਸਾਊਥ ਏਸ਼ੀਅਨਸ ਦੀ ਸਾਡੇ ਪੰਜਾਬੀਆਂ ਦੀ ਗਿਣਤੀ ਕਿੰਨੀ ਜ਼ਿਆਦਾ ਹੈ ਔਰ ਸਾਡੇ ਜ਼ਿਆਦਾਤਰ ਜਿਹੜੇ ਬੱਚੇ ਆ ਰਹੇ ਹੈਗੇ ਉਹ ਪੰਜਾਬੀ ਬੱਚੇ ਆ ਰਹੇ ਸੋ ਆਈ ਵੁੱਡ ਜਸਟ ਅਰਜ ਐਵਰੀਬਡੀ ਕਿ ਜੇ ਤੁਹਾਡੇ ਨਿਗਾਹ ਵਿੱਚ ਕੋਈ ਐਵੇਂ ਦਾ ਕੋਈ ਇਨਸੀਡੈਂਟ ਆਉਂਦਾ ਹੈ ਕਿ ਕਿਸੇ ਬੱਚੀ ਦਾ ਔਰ ਕੋਈ ਬੱਚੇ ਦਾ ਵੀ ਸ਼ੋਸ਼ਣ ਹੋ ਰਿਹਾ ਹੈਗਾ, ਪਲੀਜ਼ ਲੈਟ ਅਸ ਨੋ, ਪਲੀਜ਼ ਲੈਟ ਦ ਅਥਾਰਟੀਜ਼ ਨੋ। ਐਮਐਲਏ ਦੇ ਆਫਿਸ ਵਿੱਚ ਤੁਸੀਂ ਕੰਟੈਕਟ ਕਰ ਸਕਦੇ ਹੋ, ਐਮਪੀ ਦੇ ਆਫਿਸ ਵਿੱਚ ਤੇ ਨਾਲ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹਨ ਜਿਹੜੀਆਂ ਸਪੋਰਟ ਦੇਣ ਲਈ ਤਿਆਰ ਹੈਗੀਆਂ ਜਿਨ੍ਹਾਂ ਕੋਲ ਸਮਰਥ ਹੈ, ਪਲੀਜ਼ ਡੂ ਕੰਟੈਕਟ। ਬਿਲਕੁਲ। ਇੱਕ ਹੋਰ ਕਾਲਰ ਰਚਨਾ ਜੀ ਆਪਣੇ ਨਾਲ ਜੁੜ ਰਹੇ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਰਚਨਾ ਜੀ। ਹਾਂਜੀ ਰਚਨਾ ਜੀ ਨਾਲ ਨੇ ਸਾਡੇ। ਤੁਸੀਂ ਟੀਵੀ ਦੀ ਵੋਲਿਊਮ ਥੋੜੀ ਜਿਹੀ ਘਟਾਓ। ਸਾਰੇ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਮਨਜੀਤ ਸਿੰਘ ਹਾਣੀ ਜੀ ਸੀਗੇ ਤੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਚਨਾ ਨੂੰ ਆਪਣੇ ਰਚਨਾ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਮੈਂ ਇਹਨਾਂ ਨੂੰ ਗੱਲ ਕਰਨੀ ਹੈ ਵੀ ਮੈਂ ਦੇਖੋ ਅਸੀਂ ਵੋਟਾਂ ਵੀ ਇਹਨਾਂ ਨੂੰ ਪਾਈਆਂ ਨੇ, ਰਚਨਾ ਸਿੰਘ ਦੇਖ ਕੇ ਮੈਂ ਵੋਟ ਪਾਈ, ਮੈਨੂੰ ਇੰਨਾ ਨਹੀਂ ਸੀ ਪਤਾ ਜੀ ਔਰ ਵੀ ਮੈਂ ਕਿਹਨੂੰ ਪਾਉਣੀ ਹੈ ਬਜਾ ਨਾ ਨਹੀਂ ਪੈਣੀ ਵੀ ਰਚਨਾ ਸਿੰਘ ਹੈਗੀ ਤੇ ਸਾਡੇ ਲਈ ਕੁਛ ਨਾ ਕੁਛ ਕਰੂਗੀ। ਬਾਕੀ ਮੈਂ ਤੁਹਾਨੂੰ ਦੱਸਦੀ ਹਾਂ ਜੀ ਬਈ ਸਾਨੂੰ ਜਿਹੜੇ ਸੀਨੀਅਰ ਆਈ ਨੂੰ ਕੋਈ ਸਹੂਲਤਾਂ ਹੈ ਨਹੀਂ ਗੀਆਂ। ਹੁਣ ਜਿਹੜੇ ਮਾਪੇ ਮਤਲਬ ਸੱਤੇ ਰਹਿੰਦੇ ਆ ਰਿਜ਼ਲਟ ਲੈ ਕੇ ਔਰ ਦੇਖੋ ਵੀ 700 ਤਾਂ ਬੇਸਮੈਂਟ ਦਾ ਬਣ ਰੂਮ ਵਾਲੀ ਦਾ ਕਰਾਇਆ ਹੀ ਆ ਪਰ ਦੂਜਾ ਥੋੜੇ ਤੋਂ ਥੋੜਾ ਜੀ ਕਿਉਂਕਿ ਹੁਣ ਤਾਂ ਹਜ਼ਾਰ ਤੱਕ ਚੱਕਦਾ ਔਰ 1040 ਮੇਰੀ ਪੈਨਸ਼ਨ ਆ। ਇੰਨੀਆਂ ਸਾਡੀਆਂ ਦਵਾਈਆਂ ਦਾ ਖਰਚਾ ਵਾ। ਹੁਣ ਮੈਂ ਤੈਨੂੰ ਦੱਸਾਂ ਵੀ ਨਵਾਂ ਸਾਲ ਚੜਿਆ ਕੋਈ ਸਾਡੀ ਇੰਨੀ ਇਨਕਮ ਨਹੀਂ ਆਹੀ ਇਨਕਮ ਨਾ ਕੰਮ ਕੀਤਾ 17 ਤੋਂ ਲੈ ਕੇ ਔਰ 16 ਤੱਕ ਥੋੜਾ ਕੰਮ ਕੀਤਾ ਠੇਕੇਦਾਰਾਂ ਨਾਲ ਤੇ ਹੁਣ ਵੀ ਸਾਨੂੰ ਆਪਣੇ ਕੋਲ ਕੀ ਸਹੂਲਤ ਹੈ, ਸਾਨੂੰ ਤਾਂ ਕੋਈ ਸਹੂਲਤ ਲੱਗਦੀ ਨਹੀਂ ਜੀ ਸਾਡੇ ਲਈ ਵੀ ਸੋਚੋ। ਬਿਲਕੁਲ। ਤੇ ਮੈਂ ਤਾਂ ਇਹੀ ਕਹਿਣਾ ਹੋਰ ਤਾਂ ਇਹਨਾਂ ਦੇ ਡਾਕਟਰ ਦੇਖ ਲਓ ਕਹਿੰਦੇ ਤੁਹਾਡੀ ਮੈਂ ਕਿਹਾ ਇਨਕਮ ਕਿੱਥੋਂ ਹੋ ਗਈ ਮੇਰੀ 1000 ਹੁਣ $2 ਮੇਰੀ ਪੈਨਸ਼ਨ ਵਧੀ ਹੈ 45 ਤੋਂ 40 ਹੋਈ 41 ਹੋਈ 41 ਤੋਂ 42 ਹੋਈ ਜੀ। ਆਪਾਂ ਜੀ
ਬਿਲਕੁਲ ਇਹਦੇ ਵਿੱਚ ਅਸੀਂ ਕਿਵੇਂ ਗੁਜ਼ਾਰਾ ਕਰ ਸਕਦੇ ਹਾਂ? ਜੀ ਤੁਹਾਡੀ ਜਿਹੜੀ ਸਵਾਲ ਹੈ ਇਹ ਵੀ ਸਾਡੇ ਤੱਕ ਪਹੁੰਚ ਗਿਆ ਹੋਇਆ ਹੈ ਔਰ ਤੁਹਾਨੂੰ ਜਵਾਬ ਵੀ ਰਚਨਾ ਜੀ ਇਸ ਦਾ ਜ਼ਰੂਰ ਦੇਣਗੇ, ਪਰ ਮੇਰੀ ਸਾਰਿਆਂ ਨੂੰ ਪਲੀਜ਼ ਇਹ ਵੀ ਤਾਕੀਦ ਹੈ, ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹਾਂਗੀ, ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹੋ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਪਲੀਜ਼ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ ਜਦੋਂ ਅਸੀਂ ਕਿਸੇ ਵੀ ਮੁੱਦੇ ਤੇ ਉੱਤੇ ਗੱਲ ਕਰਦੇ ਹਾਂ, ਨੋ ਡਾਊਟ ਤੁਸੀਂ ਆਪਣੀ ਪਰੇਸ਼ਾਨੀ ਦੱਸੋ, ਤੁਹਾਡੀ ਪਰੇਸ਼ਾਨੀ ਸੁਣਨ ਵਾਸਤੇ ਇੱਥੇ ਬੈਠੇ, ਬਟ ਕੋਸ਼ਿਸ਼ ਕਰਿਆ ਕਰੋ ਕਿ ਜੇ ਅਸੀਂ ਟੌਪਿਕ ਤੇ ਗੱਲ ਕਰ ਰਹੇ ਹਾਂ, ਅਸੀਂ ਸਮਾਜਿਕ ਤਬਦੀਲੀ ਦੀ ਵੀ ਇੱਥੇ ਗੱਲ ਕਰ ਰਹੇ ਹਾਂ। ਸਮਾਜ ਦੇ ਵਿੱਚ ਅਸੀਂ ਤਬਦੀਲੀ ਕਿਵੇਂ ਲਿਆ ਸਕਦੇ ਹਾਂ, ਔਰਤ ਫੈਕਟਰ ਜਿਹੜਾ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ, ਤੁਹਾਡੇ ਜ਼ਿਹਨ ਦੇ ਵਿੱਚ ਕੀ ਉਹਨਾਂ ਨੂੰ ਲੈ ਕੇ ਸਵਾਲ ਨੇ, ਕਿਹੜੇ ਬਦਲਾਅ ਦੀ ਜ਼ਰੂਰਤ ਹੈ, ਇਦਾਂ ਦੀਆਂ ਗੱਲਾਂ ਵੀ ਜ਼ਰੂਰ ਕਰਿਆ ਕਰੋ। ਪਰੇਸ਼ਾਨੀਆਂ ਵੀ ਆਪਾਂ ਨਾਲ ਸੁਣਦੇ ਰਹਿੰਦੇ ਆ, ਪਰ ਜੇ ਆਪਣੇ ਗੈਸਟ ਬੈਠੇ ਨੇ ਤਾਂ ਇਦਾਂ ਦੀਆਂ ਤਬਦੀਲੀਆਂ ਦੀ ਗੱਲ ਵੀ ਜ਼ਰੂਰ ਕਰਿਆ ਕਰੋ। ਪਰ ਸ਼ੈਰੀ ਮੈਂ ਉਹਨਾਂ ਦੀ ਜ਼ਰੂਰ ਸ਼ੋਰ ਤੁਸੀਂ ਪਲੀਜ਼ ਪਰੇਸ਼ਾਨ ਸੀਗੇ, ਮੈਂ ਜ਼ਰੂਰ ਉਹਨਾਂ ਦੀ ਆਂਟੀ ਜੀ ਤੁਸੀਂ ਫੋਨ ਕਾਲ ਕੀਤੀ ਔਰ ਮੈਂ ਸਮਝ ਰਹੀ ਸੀਗੀ ਕਿ ਤੁਹਾਡੇ ਕਿੰਨਾ ਜ਼ਿਆਦਾ ਤੁਸੀਂ ਪਰੇਸ਼ਾਨੀ ਵਿੱਚੋਂ ਉਹ ਆਪਣੀ ਗੱਲਬਾਤ ਕਰ ਰਹੇ ਸੀਗੇ। ਮੈਂ ਸਿਰਫ ਤੁਹਾਨੂੰ ਇਹ ਕਹਾਂਗੀ ਕਿ ਇਹ ਸਮਾਂ ਇੰਨਾ ਨਹੀਂ ਹੋਏਗਾ ਕਿ ਤੁਹਾਨੂੰ ਸਾਰੀ ਜਾਣਕਾਰੀ ਦੇ ਸਕਾਂ। ਇੱਕ ਤਾਂ ਤੁਹਾਡੀ ਸਪੋਰਟ ਲਈ ਬਹੁਤ ਬਹੁਤ ਸ਼ੁਕਰੀਆ, ਪਰ ਤੁਸੀਂ ਇੱਕ ਨੰਬਰ ਨੋਟ ਕਰ ਲਓ ਜਿਹੜਾ ਕਿ ਮੇਰੇ ਦਫ਼ਤਰ ਦਾ ਨੰਬਰ ਹੈਗਾ, ਉਹ ਹੈਗਾ 604 501 8325। ਇਹ ਨੰਬਰ ਤੇ ਤੁਸੀਂ ਫੋਨ ਕਰ ਲਓ। ਮੰਡੇ ਥਰੂ ਫਰਾਈਡੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਸਾਡਾ ਦਫ਼ਤਰ ਖੁੱਲਾ ਹੈਗਾ। ਤੁਸੀਂ ਫੋਨ ਕਰੋ, ਜਿਹੜੀਆਂ ਤੁਹਾਡੀ ਪ੍ਰੋਬਲਮਸ ਹੈ ਅਸੀਂ ਉਹਦੀ ਡਿਟੇਲਸ ਲੈ ਕੇ ਜਿੱਥੇ ਵੀ ਅਸੀਂ ਕੋਈ ਮਦਦ ਕਰ ਸਕਦੇ ਹਾਂ ਜਾਂ ਜਿਹੜੇ ਕੋਈ ਸਰਵਿਸਿਜ਼ ਹੈ ਜਿਹੜੀ ਤੁਹਾਨੂੰ ਮੁਹੱਈਆ ਹੋ ਸਕਦੀਆਂ ਉਹਦੇ ਬਾਰੇ ਜਾਣਕਾਰੀ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਜਾਂ ਤੁਹਾਡੇ ਬਿਹਾਫ ਤੇ ਐਡਵੋਕੇਸੀ ਕਰ ਸਕਦੇ ਹਾਂ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਮੇਰਾ ਸਟਾਫ ਤੁਹਾਡੀ ਕਾਲ ਲੈ ਕੇ ਔਰ ਉਹਦੇ ਤੇ ਪੂਰਾ ਦੇ ਵਿਲ ਡੂ ਦਾ ਰਿਸਰਚ ਔਰ ਤੁਹਾਡੇ ਲਈ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਕਰਾਂਗੇ। ਤੇ ਨੰਬਰ ਮੈਂ ਦੁਬਾਰਾ ਤੋਂ ਇੱਕ ਵਾਰ ਰਿਪੀਟ ਕਰਦੀ ਹਾਂ 604 501 8325। ਜੀ ਰਚਨਾ ਜੀ, ਤੁਸੀਂ ਪੰਜਾਬ ਤੱਕ ਦਾ ਵੀ ਸਾਰਾ ਮਾਹੌਲ ਦੇਖਿਆ, ਤੁਸੀਂ ਚੰਡੀਗੜ੍ਹ ਦੇ ਵਿੱਚ ਰਹੇ ਹੋ, ਕਾਫੀ ਸਮਾਂ ਉੱਥੇ ਤੁਸੀਂ ਆਪਣਾ ਬਿਤਾਇਆ, ਪੰਜਾਬ ਤੋਂ ਲੈ ਕੇ ਹੁਣ ਤੁਸੀਂ ਕੈਨੇਡਾ ਵੀ ਆ ਗਏ ਹੋ, ਕੈਨੇਡਾ ਤੱਕ ਦਾ ਸਫ਼ਰ ਵੀ ਜਿਹੜਾ ਤੁਸੀਂ ਉਹ ਦੇਖਿਆ ਤੇ ਦੇਖ ਵੀ ਰਹੇ ਹੋ, ਇੱਥੇ ਵੀ ਬਹੁਤ ਸਾਰੇ ਚੀਜ਼ਾਂ ਦੇਖੀਆਂ। ਦੋਹਾਂ ਦੇ ਵਿੱਚ ਜਦੋਂ ਤੁਸੀਂ ਇਦਾਂ ਦੇ ਫੈਕਟਰਸ ਦੀ ਗੱਲ, ਜੇ ਵਿਮਨਸ ਦੀ ਹੀ ਅਸੀਂ ਗੱਲ ਕਰ ਲਈਏ, ਕੀ ਬਦਲਾਅ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਹੈ? ਇੱਕ ਕਾਲਰ ਵੀ ਜੁੜ ਰਹੇ ਨੇ, ਦੀ ਕਾਲ ਵੀ ਅਟੈਂਡ ਕਰ ਲਈਏ, ਫਿਰ ਆਪਾਂ ਇਸ ਚੀਜ਼ ਦਾ ਜੀ ਸਤਿ ਸ਼੍ਰੀ ਅਕਾਲ ਜੀ। ਨੰਬਰ ਦੁਬਾਰਾ ਰਚਨਾ ਜੀ ਦਾ ਪਤਾ ਦੱਸਿਓ ਜੀ। ਰਚਨਾ ਜੀ ਨੰਬਰ ਦੱਸੋ। ਹਾਂਜੀ ਆਂਟੀ ਜੀ 604 501 8325। ਓਕੇ, ਸਕਰੀਨ ਤੇ ਤੁਸੀਂ ਇੱਕ ਵਾਰੀ ਫੇਰ ਨੰਬਰ ਬੋਲ ਦਿਓ, ਇਹਨਾਂ ਨੂੰ ਪਤਾ ਲੱਗ ਜਾਏਗਾ। 604 501 8325। ਜੀ ਰਚਨਾ ਜੀ, ਅਸੀਂ ਗੱਲ ਕਰ ਰਹੇ ਸੀਗੇ ਵੀ ਚੰਡੀਗੜ੍ਹ ਤੋਂ ਲੈ ਕੇ ਤੁਸੀਂ ਕੈਨੇਡਾ ਤੱਕ ਦਾ ਜਿਹੜਾ ਸਫ਼ਰ ਦੇਖਿਆ, ਕੀ ਬਦਲਾਅ ਦੇਖਿਆ ਤੁਸੀਂ? ਜੀ ਬਿਲਕੁਲ, ਮੈਂ ਕਹਾਂਗੀ ਕਿ ਔਰਤਾਂ ਦੀ ਜਿਹੜੀ ਸਟਰਗਲਸ ਹੈ ਮਤਲਬ ਕਿ ਦੁਨੀਆ ਭਰ ਵਿੱਚ ਉਹ ਸੇਮ ਰਹੀਆਂ ਹੈਗੀਆਂ, ਪਰ ਜਿਹੜੀਆਂ ਕਿ ਜਦ ਅਸੀਂ ਇੰਡੀਆ ਵਿੱਚ ਦੇਖਦੇ ਹਾਂ, ਮੈਨੂੰ ਕਈ ਵਾਰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਇੱਕ ਤਾਂ ਮੈਂ ਉਸ ਸਮਾਜ ਵਿੱਚ ਵੱਡੀ ਹੋਈ, ਉੱਥੇ ਮੇਰਾ ਬਚਪਨ ਗੁਜ਼ਰਿਆ, ਉੱਥੇ ਹੀ ਮੇਰੀ ਜ਼ਿਆਦਾ ਪੜ੍ਹਾਈ ਹੋਈ ਤੇ ਜਿਹੜੀ ਮੈਨੂੰ ਵੈਲਿਊ ਸਿਸਟਮ ਮਿਲਿਆ ਉਹ ਇੰਡੀਆ ਤੋਂ ਹੀ ਮਿਲਿਆ ਹੈ। ਤੇ ਉੱਥੇ ਜਿਹੜੀਆਂ ਸਟਰਗਲਸ ਹੈ ਜਨਾਨੀਆਂ ਦੀਆਂ, ਜਿਹੜੀਆਂ ਕਿ ਵਰਕਿੰਗ ਕਲਾਸ ਦੀਆਂ ਹੈਗੀਆਂ, ਉਹ ਹੋਰ ਵੀ ਜ਼ਿਆਦਾ ਸਟਾਰਕ ਹੈ, ਉਹ ਹੋਰ ਵੀ ਜ਼ਿਆਦਾ ਤੁਹਾਨੂੰ ਨਜ਼ਰ ਆਉਂਦੀ ਹੈ ਕਿਉਂਕਿ ਇੱਕ ਤਾਂ ਗਿਣਤੀ ਬਹੁਤ ਜ਼ਿਆਦਾ ਹੈ ਉੱਥੇ ਔਰਤਾਂ ਦੀ। ਤੇ ਪਿਛਲੇ ਸਮੇਂ ਵਿੱਚ ਮੈਂ ਬਿਲਕੁਲ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹੜੀਆਂ ਔਰਤਾਂ ਦੀਆਂ ਸਟਰਗਲਸ ਜਿਹੜੀਆਂ ਕਿ ਗਲੋਬਲ ਮੂਵਮੈਂਟਸ ਵਜੋਂ ਉੱਭਰ ਕੇ ਆਈਆਂ, ਉਹ ਵੀ ਇੰਡੀਆ ਦੇ ਵਿੱਚੋਂ। ਆਈ ਸੈਲੂਟ ਦੋਜ਼ ਵੂਮਨ ਕਿ ਇੰਨੀ ਜ਼ਿਆਦਾ ਚੈਲੰਜਸ ਦੇ ਬਾਵਜੂਦ, ਇੰਨੇ ਜ਼ਿਆਦਾ ਜਿਹੜੇ ਕਹੋਗੇ ਕਿ ਐਸਟੈਬਲਿਸ਼ਮੈਂਟ ਵੱਲੋਂ ਜਿਹੜੇ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਦੇ ਬਾਵਜੂਦ ਉਹ ਸਟਰਗਲਸ ਆਈਆਂ। ਬੇਸ਼ੱਕ ਉਹ ਸ਼ਹੀਨ ਬਾਗ ਦੀ ਸਟਰਗਲ ਸੀਗੀ, ਔਰਤਾਂ ਦੀ ਸੀਗੀ, ਤੇ ਹੁਣ ਜਿਹੜੇ ਸਪੈਸ਼ਲੀ ਜਿਹੜੇ ਕਿ ਬਹੁਤ ਮੀਡੀਆ ਕਵਰੇਜ ਲੈ ਰਹੀ ਹੈ ਫਾਰਮਰਸ ਪ੍ਰੋਟੈਸਟ ਵਿੱਚ ਹੈ, ਤੇ ਉਹਦੇ ਵਿੱਚ ਵੀ ਜਿਹੜੀਆਂ ਔਰਤਾਂ ਦੀ ਜਿਹੜੀ ਸ਼ਮੂਲੀਅਤ, ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ, ਉਹਨਾਂ ਦਾ ਜਿਹੜਾ ਯੋਗਦਾਨ ਹੈਗਾ, ਆਈ ਥਿੰਕ ਕਿ ਅਸੀਂ ਜੇ ਉਹਨੂੰ ਰਿਕਗਨਾਈਜ਼ ਨਹੀਂ ਕਰਦੇ ਤੇ ਵੀ ਆਰ ਮਿਸਿੰਗ ਸਮਥਿੰਗ। ਸੋ ਆਈ ਥਰੂ ਯੋਰ ਚੈਨਲ ਆਈ ਰੀਅਲੀ ਵਾਂਟ ਟੂ ਰਿਕਗਨਾਈਜ਼ ਉਹ ਔਰਤਾਂ ਜਿਹੜੀਆਂ ਕਿ ਬਿਲਕੁਲ ਗ੍ਰਾਸ ਰੂਟਸ ਤੋਂ ਉੱਠ ਕੇ ਆ ਰਹੀਆਂ ਹੈਗੀਆਂ, ਸ਼ਹਿਰੀ ਪਿੰਡਾਂ ਦੇ ਵਿੱਚੋਂ। ਉਹ ਖੇਤੀ ਕਾਮਿਆਂ ਦੀਆਂ ਬੀਵੀਆਂ ਜਾਂ ਉਹਨਾਂ ਦੀਆਂ ਬੱਚੀਆਂ, ਪੜ੍ਹਾਈ ਲਿਖਾਈ ਵੀ ਕਈਆਂ ਦੀ ਜ਼ਿਆਦਾ ਨਹੀਂ ਹੈ, ਬਟ ਦੇ ਆਰ ਰਾਈਟ ਇਨ ਦਾ ਫੋਰਫਰੰਟ। ਜ਼ਿਆਦਾਤਰ ਜਦੋਂ ਡਾਕਟਰ, ਵਕੀਲ ਜਾਂ ਤੁਸੀਂ ਕਹਿ ਲਓ ਟੀਚਿੰਗ ਲਾਈਨ ਦੇ ਵਿੱਚ ਕਿਸੇ ਵੀ ਵੱਡੇ ਅਹੁਦੇ ਦੇ ਉੱਤੇ ਜਦੋਂ ਅਸੀਂ ਬਿਰਾਜਮਾਨ ਦੇਖੇ, ਈਵਨ ਕਿ ਸਿਆਸਤ ਦੇ ਵਿੱਚ ਪਿੰਡਾਂ ਦੀਆਂ ਔਰਤਾਂ, ਪਿੰਡਾਂ ਤੋਂ ਉੱਠੀਆਂ ਉਹ ਔਰਤਾਂ ਨੇ ਜਿਨ੍ਹਾਂ ਨੇ ਇੰਨੀ ਕਾਮਯਾਬੀ ਹਾਸਲ ਕੀਤੀ। ਇਹ ਨਹੀਂ ਕਿ ਸਿਰਫ ਸ਼ਹਿਰਾਂ ਵਾਲਿਆਂ ਨੇ। ਔਰ ਇਹ ਬਹੁਤ ਵੱਡੀ ਗੱਲ ਹੈ ਵੀ ਪਿੰਡਾਂ ਤੋਂ ਉੱਠ ਕੇ ਅੱਜ ਮਤਲਬ ਇੰਨੀਆਂ ਵੱਡੇ ਵੱਡੇ ਪੋਸਟਾਂ ਤੇ ਪਹੁੰਚੇ ਨੇ। ਇਨਫੈਕਟ ਜਦੋਂ ਅਸੀਂ ਸਿਆਸਤ ਦੀ ਵੀ, ਰਚਨਾ ਜੀ ਇੱਥੇ ਗੱਲ ਕਰ ਲੈਂਦੇ ਹਾਂ, ਭਾਰਤ ਦੀ ਸਿਆਸਤ ਦੀ ਅਸੀਂ ਗੱਲ ਕਰਦੇ ਹਾਂ, ਤਾਂ ਸਿਆਸਤ ਦੇ ਵਿੱਚ ਵੀ ਉੱਥੇ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਬਹੁਤ ਆਪਣਾ ਮੁਕਾਮ ਹਾਸਲ ਕੀਤਾ ਹੈ। ਚਾਹੇ ਅਸੀਂ ਰਜਿੰਦਰ ਕੌਰ ਭੱਠਲ ਦੀ ਗੱਲ ਕਰ ਲਈਏ, ਸੋਨੀਆ ਗਾਂਧੀ, ਇੰਦਰਾ ਗਾਂਧੀ, ਕੁਮਾਰੀ ਸ਼ੈਲਜਾ ਹਰਿਆਣਾ ਤੋਂ ਨੇ ਜਿਹੜੇ, ਸੁਸ਼ਮਾ ਸਵਰਾਜ ਹੋਣੀ, ਇਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਔਰਤਾਂ ਦੀਆਂ ਜਿਨ੍ਹਾਂ ਨੇ ਇੱਕ ਚੰਗਾ ਮੁਕਾਮ ਹਾਸਲ ਕੀਤਾ ਔਰ ਵੱਡੇ ਪੱਧਰ ਦੇ ਉੱਤੇ ਜਿਨ੍ਹਾਂ ਨੇ ਸਿਆਸਤ
ਅਸੀਂ ਜਿਹੜਾ ਦੇਖਿਆ। ਬਿਲਕੁਲ। ਤੁਸੀਂ ਸਰੀ ਦੇ ਵਿੱਚ, ਤੁਸੀਂ ਇੱਥੋਂ ਦੀ ਸਿਆਸਤ ਦੇ ਵਿੱਚ ਹੈਗੇ ਹੋ, ਤੁਸੀਂ ਇੱਥੋਂ ਦੀ ਸਿਆਸਤ ਨੂੰ ਮਤਲਬ ਕਿਵੇਂ ਦੇਖਦੇ ਹੋ? ਔਰਤਾਂ ਦੀ ਜਦੋਂ ਇਸ ਸਿਆਸਤ ਇਸ ਲੈਵਲ ਦੇ ਉੱਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਕਿਵੇਂ ਦੀ ਵੈਲਿਊ ਹੁੰਦੀ ਹੈ, ਕਿਵੇਂ ਦੇ ਜਿਹੜੇ ਨੇ ਉਹਨਾਂ ਦੇ ਕੰਮਕਾਰ ਹੁੰਦੇ ਨੇ? ਜੀ ਬਿਲਕੁਲ, ਮੈਂ ਕਹੂੰਗੀ ਕਿ ਜਿਹੜੀ ਮੇਰੀ ਜਿੱਥੇ ਤੱਕ ਮੈਂ ਪਹੁੰਚੀ ਹੈਗੀ ਆ ਕਿ ਮੇਰੇ ਲਈ ਜਗ੍ਹਾ ਬਣਾਈ ਗਈ ਹੈਗੀ ਹੈ, ਔਰ ਬਹੁਤ ਜ਼ਿਆਦਾ ਔਰਤਾਂ ਦਾ ਯੋਗਦਾਨ ਰਿਹਾ ਹੈਗਾ, ਫੀਮੇਲ ਐਲਾਈਜ਼ ਦਾ, ਪਰ ਨਾਲ ਜਿਹੜੇ ਬੰਦੇ ਐਲਾਈਜ਼ ਸੀਗੇ, ਪ੍ਰੀਮੀਅਰ ਹੌਰਗਨ ਜਾਂ ਮੇਰਾ ਆਪਣਾ ਪਤੀ ਜਾਂ ਮੇਰੇ ਆਪਣੇ ਕੋਲੀਗਸ ਜਿਨ੍ਹਾਂ ਨੇ ਸਪੋਰਟ ਕੀਤੀ ਹੈ, ਤੇ ਔਰਤਾਂ ਦਾ ਵੀ, ਸੂ ਹੈਮਲ ਨੂੰ ਲਵਾਂ, ਕੈਰਲ ਜੇਮਸ, ਹੁਣ ਜਿਹੜੀਆਂ ਅਜੋਕੇ ਸਮੇਂ 'ਚ ਇੱਕ ਔਰਤ ਪੋਲੀਟੀਸ਼ੀਅਨ ਲਈ ਜਿਹੜੇ ਪੁਰਸ਼ ਨੇ ਉਹ ਕੈਂਪੇਨਿੰਗ ਕਰ ਰਹੇ ਨੇ। ਬਿਲਕੁਲ, ਇਹ ਤਾਂ ਬਰਾਬਰਤਾ ਤੋਂ ਵੀ ਅੱਗੇ ਦੀ ਗੱਲ ਹੋਊਗੀ। ਬਿਲਕੁਲ, ਔਰ ਉਹਦੀ ਲੋੜ ਹੈਗੀ ਹੈ ਸ਼ਰੀ, ਕਿ ਕਿਉਂਕਿ ਅਸੀਂ ਜਾਣਦੇ ਹਾਂ ਕਿ ਮੈਂ ਪਹਿਲਾਂ ਵੀ ਜਦ ਜ਼ਿਕਰ ਕੀਤਾ ਸੀ ਕਿ ਅੱਜ ਦੇ ਟਾਈਮ 'ਚ ਵੀ, ਔਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਵੀ ਕਹਿ ਰਹੀ ਹਾਂ ਕਿ ਮੈਂ ਬਹੁਤ ਜ਼ਿਆਦਾ ਮਿਸੋਜਨੀ, ਬਹੁਤ ਜ਼ਿਆਦਾ ਸੈਕਸਿਜ਼ਮ ਦਾ ਸ਼ਿਕਾਰ ਹੋਈ ਹੈਗੀ ਆ, ਉਹ ਵੀ ਸਰੀ ਵਰਗੇ ਸ਼ਹਿਰ ਵਿੱਚ ਜਿੱਦਾਂ ਅਸੀਂ ਕਹਿੰਦੇ ਕਿ ਪੰਜਾਬੀਆਂ ਦੀ ਜਿਹੜੀ ਸਭ ਤੋਂ ਜ਼ਿਆਦਾ ਵਸੋਂ ਹੈਗੀ ਹੈ, ਜਿੱਥੇ ਅਸੀਂ ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਇੱਕ ਪੰਜਾਬੀ ਔਰਤ ਉੱਭਰ ਕੇ ਆ ਰਹੀ ਹੈ, ਤੇ ਉਹਦੇ ਤੇ ਅਸੀਂ ਇੰਨੇ ਮਿਸੋਜਨਿਸਟ ਆਪਣਾ ਵਿਊ ਰੱਖੀਏ, ਉਹ ਇੱਕ ਸੈਡ ਰਿਐਲਿਟੀ ਦਾ ਸਾਹਮਣਾ ਕਰਨ ਵਾਲੀ ਗੱਲ ਸੀ। ਕਿਉਂਕਿ ਜਦ ਤੁਸੀਂ ਇੱਕ ਇਨ ਦਾ ਫੋਰਫਰੰਟ ਨਹੀਂ ਹੁੰਦੇ, ਤੁਸੀਂ ਇੱਕ ਪਬਲਿਕ ਲਾਈਫ 'ਚ ਨਹੀਂ ਹੁੰਦੇ, ਇਹ ਚੀਜ਼ਾਂ ਤੋਂ ਤੁਸੀਂ ਵਾਂਝੇ ਹੁੰਦੇ ਹੋ, ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕਿਵੇਂ ਦੀ ਮਿਸੋਜਨੀ ਡੀਲ ਕਰਦੇ ਆ। ਔਰ ਮੈਂ ਪਰ ਕਹੂੰਗੀ ਕਿ ਅਜੇ ਫਿਰ ਵੀ ਮੈਂ ਬਹੁਤ ਜ਼ਿਆਦਾ ਪ੍ਰਿਵਿਲੇਜਡ ਰਹੀ ਹਾਂ ਸ਼ੈਰੀ, ਕਿ ਮੇਰੇ ਕੋਲ ਇੱਕ ਤਾਂ ਸਮਰੱਥਾ ਸੀਗੀ ਉਹਨੂੰ ਫਾਈਟ ਕਰਨ ਦੀ, ਮੇਰੇ ਕੋਲ ਐਲਾਈਜ਼ ਸੀਗੇ ਜਿਹੜੇ ਕਿ ਮੈਨੂੰ ਇੱਕ ਸੋਲੀਡੈਰਿਟੀ ਸ਼ੋ ਕਰ ਰਹੇ ਸੀਗੇ, ਸਿਰਫ ਮੇਰੇ ਪਰਿਵਾਰ ਦੇ ਮੈਂਬਰ ਹੀ ਨਹੀਂ, ਕਿ ਮੇਰਾ ਪੂਰਾ ਜਿਹੜਾ ਆਊਟਰ ਸਪੇਸ ਸੀਗੀ ਉਹ ਬਹੁਤ ਜ਼ਿਆਦਾ ਮੇਲ ਐਲਾਈਜ਼ ਸੀਗੇ, ਬਹੁਤ ਜ਼ਿਆਦਾ ਜਿਹੜੀ ਲੀਡਰਸ਼ਿਪ ਦੇ ਵਿੱਚ ਲੋਕੀ ਸੀਗੇ ਜਿਹੜੇ ਡਟ ਕੇ ਖੜੇ ਹੋਏ ਮੇਰੇ ਨਾਲ। ਸੋ ਆਈ ਫੀਲ ਵੈਰੀ ਪ੍ਰਿਵਿਲੇਜਡ। ਮੇਰੇ ਕੋਲ ਇੱਕ ਲੜਨ ਦੀ ਜਿਹੜੀ ਸ਼ਕਤੀ ਆਈ ਉਹਨਾਂ ਨੂੰ ਦੇਖ ਕੇ ਵੀ ਆਈ, ਪਰ ਮੈਂ ਉਹ ਔਰਤਾਂ ਬਾਰੇ ਮੈਨੂੰ ਬਹੁਤ ਫਿਕਰ ਹੁੰਦੀ ਹੈ ਕਿ ਜਿਹੜੀ ਇੱਕ ਤਾਂ ਆਪਣੀ ਆਵਾਜ਼ ਉਹਨਾਂ ਦੀ ਦਬਾ ਦਿੱਤੀ ਜਾਂਦੀ ਹੈ, ਜਿਹੜਾ ਕੋਲ ਆਪਣੇ ਆਪ ਨੂੰ ਐਡਵੋਕੇਟ ਕਰਨ ਦੀ ਵੀ ਸ਼ਕਤੀ ਨਹੀਂ ਹੈਗੀ ਹੈ, ਜਿਹੜੇ ਇੱਕ ਉਹ ਐਵੇਂ ਦੇ ਦਾਇਰੇ ਵਿੱਚ ਵਿਚਰ ਰਹੀਆਂ ਹੈਗੀਆਂ ਕਿ ਜਦੋਂ ਬੋਲਣਾ ਵੀ ਚਾਹ ਰਹੀਆਂ ਉਹ ਬੋਲ ਨਹੀਂ ਸਕ ਰਹੀਆਂ। ਸੋ ਦੇयर ਸੋ ਮੈਨੀ ਸੱਚ ਮੂਮੈਂਟ ਟੂ। ਪਰ ਮੈਂ ਕਹਾਂਗੀ ਕਿ ਜਿਹੜੀਆਂ ਔਰਤਾਂ ਉੱਭਰ ਕੇ ਵੀ ਬਾਹਰ ਆ ਜਾਂਦੀਆਂ, ਤੁਸੀਂ ਇੰਡੀਆ ਦੀ ਜਦ ਗੱਲ ਕੀਤੀ ਹੈਗੀ ਹੈ, ਇੰਡੀਆ ਵਿੱਚ ਜਦ ਅਸੀਂ ਅੱਜ ਕੱਲ੍ਹ ਜਦ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਹੈਗਾ, ਮੈਂ ਵੀ ਥੋੜੀ ਬਹੁਤ ਸ਼ਿਕਾਰ ਹੋਈ ਹਾਂ, ਪਰ ਮੈਂ ਤਾਂ ਉਸ ਲੈਵਲ ਦੀ ਸੋਚ ਨਹੀਂ ਸਕਦੀ ਕਿ ਜਿਹੜੀਆਂ ਇੰਡੀਆ ਵਿੱਚ ਔਰਤਾਂ ਜਿਹੜੀਆਂ ਚੈਲੰਜ ਕਰਦੀਆਂ ਕਿਸੇ ਵੀ ਸਥਾਪਤੀ ਰਾਈਟ, ਕਿਸੇ ਵੀ ਸਟਰਗਲ ਦਾ ਜਦੋਂ ਹਿੱਸਾ ਬਣਦੀਆਂ, ਤੇ ਦ ਕਾਈਂਡ ਆਫ ਟ੍ਰੋਲਿੰਗ ਜਿਹੜੀ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ 'ਚ, ਔਰ ਜਿਹੜੀ ਔਰਤ ਲਈ ਜਿਹੜੀ ਗੰਦੀ ਤੋਂ ਗੰਦੀ ਸ਼ਬਦਾਵਲੀ, ਮਤਲਬ ਕਿ ਕਈ ਵਾਰ ਮੈਂ ਜਿਵੇਂ ਐਵੇਂ ਕਮੈਂਟਸ ਕਦੀ ਪੜਨ ਲੱਗ ਜਾਂਦੀ ਹਾਂ, ਮਤਲਬ ਕਿ ਤੁਹਾਡੇ ਰੌਂਗਟੇ ਖੜੇ ਹੋ ਜਾਂਦੇ ਆ ਸ਼ੈਰੀ, ਕਿ ਦਿਸ ਇਜ਼ ਅ ਵੂਮਨ, ਕਿ ਔਰਤਾਂ ਨੂੰ ਉਹਦੇ ਕੈਰੈਕਟਰ ਨੂੰ ਪੂਰਾ ਟਾਰਨਿਸ਼ ਕਰ ਦੇਣਾ, ਉਹਨੂੰ ਗਾਲਾਂ ਕੱਢੀਆਂ ਜਾਣੀਆਂ, ਉਹਨੂੰ ਸਲੈਂਡਰ ਕੀਤਾ ਜਾਣਾ। ਔਰ ਹਰ ਮਤਲਬ ਕਿ ਔਰਤ ਜਦ ਵੀ ਇੱਕ ਜਿਹੜੀ ਸਟਰੋਂਗ ਔਰਤ ਆਪਣੀ ਜਗ੍ਹਾ ਬਣਾਉਣ ਦੀ ਗੱਲ ਕਰਦੀ ਹੈ ਨਾ, ਅਜੇ ਵੀ ਸਾਡਾ ਸਮਾਜ ਹੈ, ਔਰ ਜਿਹੜਾ ਸਪੈਸ਼ਲੀ ਮੈਂ ਕਹੂੰਗੀ ਜਿਹੜੀ ਸਟੀਰੀਓਟਾਈਪਸ ਅਸੀਂ ਬਣਾਈਆਂ ਹੋਈਆਂ, ਉਹ ਕਹਿੰਦਾ ਕਿ ਹਾਊ ਡੇਅਰ ਯੂ, ਤੇ ਤੂੰ ਵਧੇਂਗੀ ਸਾਡੇ ਕਹਿਣ ਤੇ ਵਧੇਂਗੀ, ਜੇ ਤੂੰ ਸਾਡੇ ਤੋਂ ਉਲਟ ਹੋ ਕੇ ਜਾਂ ਸਾਨੂੰ ਚੈਲੰਜ ਦੇ ਕੇ ਉੱਠ ਰਹੀ ਹੈ, ਵੀ ਵੋਂਟ ਲੈਟ ਯੂ। ਹਾਲਾਂਕਿ ਮਤਲਬ ਅਸੀਂ ਤਾਂ ਇੱਕ ਕਹਾਵਤ ਵੀ ਜਿਹੜੀ ਸਾਡੇ ਸਮਾਜ ਦੀ ਬਣੀ ਹੋਈ ਹੈ ਕਿ ਹਰ ਕਾਮਯਾਬ ਜਿਹੜਾ ਪੁਰਸ਼ ਹੁੰਦਾ ਉਹਦੇ ਪਿੱਛੇ ਜਿਹੜਾ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਹੈ। ਉਸ ਦੇ ਬਾਵਜੂਦ ਵੀ ਲੱਗਦਾ ਸਮਾਜ ਨੂੰ ਐਕਸੈਪਟ ਕਰਨ ਦੇ ਵਿੱਚ ਇਸ ਚੀਜ਼ ਨੂੰ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ, ਪਰ ਸ਼ਾਇਦ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਤਰ੍ਹਾਂ ਦੀਆਂ ਤਬਦੀਲੀਆਂ ਆ ਗਈਆਂ ਨੇ। ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਰਚਨਾ ਜੀ ਦੇਖਦੇ ਹਾਂ, ਤੁਸੀਂ ਵੀ ਆਪਣੀ ਫੈਮਿਲੀ ਦੇ ਵਿੱਚ ਇਹ ਚੀਜ਼ ਦੇਖੀ ਹੋਣੀ ਹੈ, ਅੱਜ ਕੱਲ੍ਹ ਦੇ ਜਿਹੜੇ ਮਰਦ ਨੇ ਉਹ ਬੇਸ਼ੱਕ ਆਪਣੀ ਮਾਂ ਜਿਹੜੀ ਆ ਉਹਨਾਂ ਨੂੰ ਇਹ ਹੁੰਦਾ ਵੀ ਉਹ ਇੱਕ ਘਰੇਲੂ ਔਰਤ ਹੋਵੇ, ਇੱਕ ਜਿਹਨੂੰ ਕਹਿ ਸਕਦੇ ਆਪਾਂ ਘਰ ਦੇ ਵਿੱਚ ਰਹਿਣ ਵਾਲੀ ਹੋਵੇ, ਲਾਈਕ ਜਿਹਨੂੰ ਹਾਊਸ ਵਾਈਫ ਕਹਿ ਲੈਂਦੇ ਆ, ਤੇ ਪਰ ਜਿਹੜੀ ਮੇਰੀ ਵਾਈਫ ਜਾਂ ਗਰਲਫ੍ਰੈਂਡ ਹੋਵੇ ਉਹ ਹੋਵੇ ਜਿਹੜੀ ਸਮਾਜ ਦੇ ਵਿੱਚ ਵਿਚਰਦੀ ਹੋਵੇ, ਜਿਹੜੀ ਕੰਮਕਾਜੀ ਹੋਵੇ, ਸਮਾਜ ਦੇ ਵਿੱਚ ਵਿਚਰਦੀ ਹੋਵੇ, ਸਮਾਜ ਪ੍ਰਾਊਡ ਫੀਲ ਕਰਦੇ ਨੇ। ਹੁਣ ਪਰਸੈਪਸ਼ਨ ਬਹੁਤ ਚੇਂਜ ਹੋ ਚੁੱਕੀ ਹੈ। ਨਹੀਂ ਜੀ ਬਿਲਕੁਲ, ਆਈ ਥਿੰਕ ਕਿ ਅਸੀਂ ਕਨਫਲਿਕਟਡ ਹਾਂ ਕਿ ਅਸੀਂ ਚਾਹ ਕੀ ਰਹੇ ਹਾਂ, ਔਰ ਸਪੈਸ਼ਲੀ ਮੈਂ ਕੈਨੇਡੀਅਨ ਸਮਾਜ ਦੇ ਵਿੱਚ ਕਹਾਂਗੀ ਕਿ ਇੱਥੇ ਤਾਂ ਔਰਤਾਂ ਦੇਖੋ ਕਿੰਨਾ ਜ਼ਿਆਦਾ ਕੰਮ ਕਰਦੀਆਂ, ਮੈਨੂੰ ਲੱਗਦਾ ਕਿ ਇੰਡੀਆ 'ਚ ਵੀ ਬਹੁਤ ਮਿਹਨਤ ਕਰਦੀਆਂ ਔਰਤਾਂ, ਪਰ ਇੱਥੇ ਦੇ ਸਮਾਜ ਵਿੱਚ ਦੇਖੋ ਕਿ ਔਰਤ ਬੱਚੇ ਦੀ ਅਜੇ ਵੀ ਕੇਅਰ ਗਿਵਰ ਜਿਹੜੀ ਹੈਗੀ ਹੈ, 90% ਕੇਸਿਸ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਇਸ ਦਾ ਪ੍ਰਾਇਮਰੀ ਕੇਅਰ ਗਿਵਰ, ਐਲਡਰਸ ਦੀ ਕੇਅਰ ਗਿਵਰ ਵੀ ਔਰਤ ਹੀ ਹੈਗੀ ਹੈ। ਉਹ ਬੱਚਿਆਂ ਦਾ ਵੀ ਧਿਆਨ ਰੱਖ ਰਹੀ ਹੈ, ਉਹਨੂੰ ਸਕੂਲ ਛੱਡ ਰਹੀ ਹੈ, ਉਹਨੂੰ ਗੇਮਾਂ ਤੇ ਛੱਡ ਰਹੀ ਹੈ, ਫਿਰ ਨੌਕਰੀ ਕਰਦੀ ਹੈ ਉਹ ਆਪਣੀ, ਉਹ ਪੈਸੇ ਲੈ ਕੇ ਆ ਰਹੀ ਹੈ, ਸ਼ੀ ਇਜ਼ ਐਨ ਇਕੁਅਲ ਪਾਰਟਨਰ, ਜਿਹੜਾ ਫਾਈਨੈਂਸ਼ੀਅਲ ਪਾਰਟਨਰ ਹੈ ਇਕੁਅਲ ਪਾਰਟਨਰ ਹੈ, ਔਰ ਕਈ ਮੈਂ ਕਹੂੰਗੀ ਕਈ ਪਰਿਵਾਰਾਂ ਵਿੱਚ ਵੱਧ ਕਮਾ ਰਹੀਆਂ ਹੈਗੀਆਂ ਔਰਤਾਂ। ਐਂਡ
ਫਿਰ ਨਾਲ ਇਟ ਇਜ਼ ਐਕਸਪੈਕਟਡ ਫਰਮ दैट ਵੂਮਨ ਕਿ ਉਹ ਸ਼ਾਮੀ ਉਹ ਸਾਰਾ ਕਰੇ, ਉਹ ਸਾਰੀ ਬਾਹਰ ਵਿਚਰੇ ਕਰੇ, ਪਰ ਇਨ ਦ ਈਵਨਿੰਗ ਸ਼ੀ ਸ਼ੁੱਡ ਬੀ ਐਟ ਹੋਮ, ਸ਼ੀ ਸ਼ੁੱਡ ਬੀ ਪ੍ਰੀਪੇਅਰਿੰਗ ਦ ਡਿਨਰ, ਉਹ ਡਿਨਰ ਟੇਬਲ ਤੇ ਰੱਖੇ। ਸੋ ਯੂ ਵਾਂਟ ਜਿਹੜਾ ਸਾਡਾ ਸਮਾਜ ਹੈ, ਜਿਹੜੇ ਸਾਡਾ ਮਰਦ ਪ੍ਰਧਾਨ ਸਮਾਜ ਹੈ, ਇਹ ਐਕਸਪੈਕਟ ਕਰ ਰਿਹਾ ਔਰਤਾਂ ਤੋਂ। ਉਹ ਚਾਹੁੰਦਾ ਕਿ ਹਾਂ ਔਰਤ ਕਰੇ ਕੰਮ, ਪਰ ਉਹ ਆਪਣਾ ਟ੍ਰੈਡੀਸ਼ਨਲ ਰੋਲ ਵੀ ਨਾ ਛੱਡੇ। ਯੈਸ, ਸ਼ੀ ਸ਼ੁੱਡ ਟੇਕ ਔਨ more I think initiatives, more duties ਜਿਹੜੀਆਂ acquire ਕਰੇ, responsibilities ਲਵੇ, ਪਰ ਨਾਲ ਨਾਲ ਜਿਹੜੀ ਉਹਦੀ ਟ੍ਰੈਡੀਸ਼ਨਲ ਜਿਹੜੀਆਂ ਡਿਊਟੀਆਂ ਹੈਗੀਆਂ ਉਹਨੂੰ ਵੀ ਨਾ ਛੱਡੇ, ਹੈ ਨਾ। ਸੋ this is I think a real challenge for women ਕਿ ਉਹ ਤਾਂ ਹੀ ਔਰਤਾਂ, ਮੈਂ ਕਿਸੇ ਨੇ ਮੈਨੂੰ ਇੱਕ ਸਵਾਲ ਕੀਤਾ ਕਿ ਕਿਉਂ ਔਰਤਾਂ ਲੀਡਰਸ਼ਿਪ ਦੀਆਂ ਜਿਹੜੀ ਜਦ ਉਹਨੂੰ ਲੀਡਰਸ਼ਿਪ ਆਫਰ ਕੀਤੀ ਜਾਂਦੀ ਹੈ ਜਾਂ ਲੀਡਰਸ਼ਿਪ, ਔਰ ਲੀਡਰਸ਼ਿਪ ਜਦ ਮੈਂ ਕਹਿ ਰਹੀ ਹਾਂ ਸਿਰਫ ਪੋਲਿਟਿਕਸ ਦੀ ਗੱਲ ਨਹੀਂ ਕਰ ਰਹੀ, ਲੀਡਰਸ਼ਿਪ ਇਨ ਐਨੀ ਫੀਲਡ, ਕਿਸੇ ਵੀ ਫੀਲਡ ਵਿੱਚ ਉਹਨੂੰ ਉਦੋਂ ਕਿਉਂ ਡਰ ਲੱਗਦਾ ਹੈ? ਕਿਉਂਕਿ ਉਹਨਾਂ ਨੂੰ ਇੱਕ ਤਾਂ ਡਰ ਲੱਗਦਾ ਕਿ ਜੇ ਖੁਦਾ ਨਾ ਖਾਸਤਾ ਮੈਂ ਕਿਤੇ ਜ਼ਿਆਦਾ ਪਪੂਲਰ ਹੋ ਗਈ, ਮੈਂ ਜ਼ਿਆਦਾ, ਮੇਰੀ ਸੇ ਜ਼ਿਆਦਾ ਹੋ ਗਈ, ਕਿਤੇ ਮੇਰਾ ਜਿਹੜਾ ਪਰਿਵਾਰਕ ਜਿਹੜਾ ਸੰਤੁਲਨ ਹੈ ਉਹਦੇ ਵਿੱਚ ਵਿਗਾੜ ਨਾ ਹੋ ਜਾਏ। ਔਰ ਇੱਕ ਮੈਂ ਤੁਹਾਨੂੰ ਦੱਸੂਗੀ ਸ਼ੈਰੀ ਕਿ ਦਿਸ ਇਜ਼ ਅ ਸੈਡ ਰਿਐਲਿਟੀ, ਦਿਸ ਇਜ਼ ਹਾਊ ਸਮਾਜ ਲੁਕਸ ਐਟ ਯੂ। ਐਂਡ ਮੈਂ ਆਪਣਾ ਪਰਸਨਲ ਐਗਜ਼ਾਮਪਲ ਦਿੰਦੀ ਹਾਂ। ਮੈਂ ਵਾਸ ਨਾਟ ਇਨ ਪੋਲਿਟਿਕਸ ਐਟ ਦੈਟ ਟਾਈਮ, ਮੈਂ ਯੂਨੀਅਨ ਵਿੱਚ ਕੰਮ ਕਰਨ ਲੱਗ ਗਈ ਸੀਗੀ, ਤੇ ਉਹ ਕਾਫੀ ਅੱਛੀ ਜੌਬ ਮੰਨੀ ਜਾਂਦੀ ਹੈ। ਉਹਦੇ ਜਿਹੜੀ ਫਾਈਨੈਂਸ਼ੀਅਲੀ ਵੀ ਇਟ ਹੈਡ ਲੋਟ ਆਫ ਫਾਈਨੈਂਸ਼ੀਅਲ ਬੈਨੀਫਿਟਸ ਵੀ ਜ਼ਿਆਦਾ ਸੀ, ਤਨਖਾਹ ਮੇਰੀ ਕਾਫੀ ਅੱਛੀ ਸੀਗੀ। ਔਰ ਅੱਜ ਤੋਂ ਮੈਂ ਕਹੂੰਗੀ 10 ਸਾਲ ਪੁਰਾਣੀ ਗੱਲ ਰਹੀ ਹੋਗੀ। ਤੇ ਮੈਂ ਜੌਬ ਜਦ ਮੈਨੂੰ ਮਿਲੀ, ਸਾਡੇ ਇੱਕ ਵਾਕਫ ਸੀਗੇ ਤੇ ਕਾਫੀ ਆਣਾ ਜਾਣਾ ਸੀ ਉਹਨਾਂ ਦੇ ਨਾਲ ਤਦ, ਤੇ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਜੌਬ ਹੈਗੀ ਹੈ, ਤੇ ਜਿਵੇਂ ਉਹਨਾਂ ਨੂੰ ਜਾਂ ਤਾਂ ਆਪ ਹੀ ਪਤਾ ਹੋਏਗਾ ਕਿ ਤਨਖਾਹ ਕਿੰਨੀ ਹੈਗੀ ਹੈ ਜਾਂ ਕੁਛ ਕਿਸੇ ਤਰ੍ਹਾਂ ਇਹ ਗੱਲ ਸੀ। ਐਂਡ ਉਹਨਾਂ ਦਾ ਮੇਰੇ ਲਈ ਪਤਾ ਕੀ ਸਵਾਲ ਸੀ, ਕਹਿੰਦੇ ਦੇਖੀ ਕੁੜੀਏ ਘਰ ਵਾਲਾ ਨਾ ਛੱਡਦੀ, ਲਾਈਕ ਦਿਸ। ਔਰ ਮੈਨੂੰ ਲੱਗਦਾ ਵੀ ਇਹ ਪਹਿਲਾਂ ਦੇ ਸਮੇਂ ਦੀਆਂ ਇਹ ਗੱਲਾਂ ਹੁੰਦੀਆਂ ਸੀ ਵੀ ਜਦੋਂ ਕਿਸੇ ਵੀ ਆਦਮੀ ਨੂੰ ਇਹ ਲੱਗਦਾ ਸੀ ਵੀ ਜੇ ਔਰਤ ਘਰੋਂ ਬਾਹਰ ਕੰਮ ਕਰਨ ਲਈ ਨਿਕਲੀ ਹੈ ਤੇ ਜੇ ਮੈਂ 10 ਰੁਪਏ ਕਮਾ ਰਿਹਾ ਤਾਂ ਉਹ ਕਿਤੇ 20 ਨਾ ਕਮਾ ਲੈ, ਬਿਲਕੁਲ ਵੀ ਉਹ ਮੇਰੇ ਸਿਰ ਤੇ ਚੜੇਗੀ। ਆਈ ਵਾਸ ਸ਼ੌਕਡ ਸ਼ੈਰੀ, ਆਈ ਵਾਸ ਸ਼ੌਕਡ। ਪਰ ਮੈਂ ਫਿਰ ਵੀ, ਮੇਰੇ ਤੋਂ ਉਮਰ 'ਚ ਕਾਫੀ ਵੱਡੇ ਸੀਗੇ ਉਹ ਇਨਸਾਨ, ਪਰ ਮੇਰੇ ਪਤੀ ਵੀ ਸੀਗੇ ਉਸ ਵੇਲੇ ਉੱਥੇ। ਮਾਈ ਹਸਬੈਂਡ ਟੁਕ ਅ ਸਟਰੋਂਗ ਅਫੈਂਸ ਟੂ ਇਟ। ਮੈਂ ਤਾਂ ਮਤਲਬ ਚੁੱਪ ਹੋ ਗਈ, ਮਤਲਬ ਕਿ ਉਸ ਗੱਲ ਸੁਣ ਕੇ, ਪਰ ਮਾਈ ਹਸਬੈਂਡ ਵਾਸ ਅਫੈਂਡਡ। ਹੀ ਸੈਡ ਕਿ what do you mean, ਹੈ ਨਾ। ਉਸ ਬੰਦੇ ਨੂੰ ਪੁੱਛ ਕਹਿ ਰਹੇ ਹੈ ਕਿ ਤੁਸੀਂ ਸੋਚਦੇ ਹੋ ਕਿ ਕੋਈ ਰਿਸ਼ਤਾ ਜਿਹੜਾ ਹੈਗਾ ਇੰਨਾ ਫਰਜਾਈਲ ਹੋਏਗਾ ਕਿ ਇੱਕ ਔਰਤ ਜ਼ਿਆਦਾ ਕਮਾਉਣ ਲੱਗ ਗਈ ਹੈ ਜਾਂ ਇੱਕ ਔਰਤ ਆਪਣੀ ਥਾਂ ਜ਼ਿਆਦਾ ਬਣਾ ਰਹੀ ਹੈ ਤੇ ਉਹਦੇ ਕਰਕੇ ਕੋਈ ਰਿਸ਼ਤੇ ਵਿੱਚ ਪਾੜ ਆ ਜਾਏਗੀ। ਔਰ and that's what I really, when I say ਕਿ I'm very privileged ਸ਼ਰੀ, ਉਹਦਾ ਮੈਂ ਹੀ ਕਹੂੰਗੀ ਕਿ ਮੇਰੇ ਕੋਲ ਬਹੁਤ ਹੀ ਸਟਰੋਂਗ ਮਾਪਿਓ ਸੀਗੇ ਜਿਹੜੇ ਕਿ ਮੈਨੂੰ ਹੱਲਾਸ਼ੇਰੀ ਦੇ ਰਹੇ ਸੀਗੇ ਕਿ there's nothing that you cannot achieve, ਪਰ ਨਾਲ ਹੀ ਨਾਲ ਮੇਰੇ ਕੋਲ ਇੱਕ ਬਹੁਤ ਸਟਰੋਂਗ ਪਾਰਟਨਰ ਸੀਗਾ। ਔਰ ਜਦ ਮੈਂ ਕਹਿੰਦੀ ਹਾਂ ਕਿ ਸਟਰੋਂਗ ਪਾਰਟਨਰ ਹੈ, ਕਿ ਉਹ ਸਿਰਫ ਸਟਰੋਂਗ ਹੈ ਨਹੀਂ ਕਿ ਉਹ ਆਪਣੀ ਮੈਸਕੁਲਿਨਿਟੀ ਦਿਖਾ ਰਿਹਾ ਜਾਂ ਮੇਲ ਸ਼ੋਵਨਿਜ਼ਮ ਦਿਖਾ ਰਿਹਾ। ਉਹ ਸਟਰੋਂਗ, ਮੈਂ ਪਾਰਟਨਰ ਦੀ ਜਦ ਗੱਲ ਕਰਦੀ ਹਾਂ, ਉਹ ਪਾਰਟਨਰ ਜਿਹਨੂੰ ਖੁਸ਼ੀ ਹੁੰਦੀ ਹੈ ਕਿ ਉਹਦੀ ਬੀਵੀ ਤਰੱਕੀ ਕਰ ਰਹੀ ਹੈ, ਬਿਲਕੁਲ ਤਰੱਕੀ ਕਰ ਰਹੀ ਹੈ, ਸਮਾਜ 'ਚ ਵਿਚਰ ਰਹੀ ਹੈ, ਲੋਕ ਉਹਨੂੰ ਜਾਣਦੇ ਨੇ। ਔਰ ਬੇਸ਼ੱਕ ਉਹ ਮੇਰੇ ਪੁਰਾਣਾ ਕੰਮ ਰਿਹਾ ਹੋਏ, ਔਰ ਜਦ ਅੱਜ ਮੈਂ ਪੋਲਿਟਿਕਸ ਵਿੱਚ ਹੈਗੀ ਹਾਂ, ਜਦ ਮੈਂ ਇੰਨੇ ਚੈਲੰਜਸ ਫੇਸ ਕਰਦੀ ਹਾਂ, ਇੱਕ ਟ੍ਰੈਡੀਸ਼ਨਲ ਕੋਈ ਪਰਿਵਾਰ ਹੋਏਗਾ let it go, ਤੁਹਾਨੂੰ ਕੀ ਲੋੜ ਹੈਗੀ ਹੈ ਇਹ ਚੈਲੰਜਸ ਲੈਣ ਦੀ? ਤੂੰ ਤੇਰੇ ਕੋਲ ਚੰਗੀ ਭਲੀ ਪਹਿਲਾਂ ਨੌਕਰੀ ਸੀ, ਤੂੰ ਜ਼ਿਆਦਾ ਕਮਾ ਰਹੀ ਸੀ ਉਸ ਨੌਕਰੀ ਦੇ ਵਿੱਚ, why do you want to go through it? ਪਰ ਇਹ ਇੱਕ ਪਰਿਵਾਰ ਹੈਗਾ ਜਿਹੜਾ ਨਾਲ ਬਿਲਕੁਲ ਡਟ ਕੇ ਖੜਾ ਹੈ। they are like my rock, ਜਿਹੜੇ ਕਹਿ ਰਹੇ ਹੈਗੇ ਹੈ you have to challenge it ਕਿ ਕੱਲ ਨੂੰ ਜਿਹੜੀ ਇੱਕ ਸਟੀਰੀਓਟਾਈਪਸ ਔਰ ਔਰਤਾਂ ਬਾਰੇ ਬਣਾਈਆਂ ਗਈਆਂ ਜਾਂ ਜਿਹੜੇ ਉਹਨਾਂ ਨੂੰ ਚੈਲੰਜ ਦਿੱਤੇ ਜਾਂਦੇ ਆ ਜਾਂ ਉਹਨਾਂ ਉੱਤੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਨੂੰ ਕਿਤੇ ਨਾ ਕਿਤੇ ਸੈਕੰਡ ਕਲਾਸ ਸਿਟੀਜ਼ਨ ਸਮਝਿਆ ਜਾਂਦਾ ਹੈ। if I don't challenge it, who else? ਤੁਹਾਨੂੰ ਕੀ ਲੱਗਦਾ ਹੈ ਕਈ ਵਾਰੀ ਜਦੋਂ ਬੇਸ਼ੱਕ ਸਿਆਸੀ ਤੌਰ ਤੇ ਅਸੀਂ ਗੱਲ ਕਰ ਲਈਏ ਜਾਂ ਹੋਰ ਅਦਾਰਿਆਂ ਦੀ ਵੀ ਅਸੀਂ ਗੱਲ ਕਰ ਲਈਏ, ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਦੀ, ਜਦੋਂ ਇੱਕ ਔਰਤ ਨੂੰ ਸਪੋਰਟ ਕੀਤੀ ਜਾਂਦੀ ਹੈ, ਚਾਹੇ ਉਹਦੀ ਫੈਮਿਲੀ ਵੱਲੋਂ ਦਿੱਤੀ ਜਾਂਦੀ ਹੈ ਜਾਂ ਉਹਦਾ ਹਸਬੈਂਡ ਕਰਦਾ ਹੈ ਜਾਂ ਕੋਈ ਵੀ ਅਗਰ ਉਹਦੀ ਹੈਲਪ ਕਰ ਰਿਹਾ ਜਾਂ ਸਪੋਰਟ ਕਰ ਰਿਹਾ, ਤਾਂ ਕੀ ਉਹ ਤਰਸ ਦੇ ਆਧਾਰ ਤੇ ਕੀਤੀ ਜਾਂਦੀ ਹੈ ਜਾਂ ਉਹਦੀ ਐਬਿਲਿਟੀ ਦੇ ਆਧਾਰ ਤੇ? ਉਹਦੇ ਐਬਿਲਿਟੀ ਦੇ ਆਧਾਰ ਤੇ। ਔਰ ਉਹਦੀ ਬਹੁਤ ਜ਼ਿਆਦਾ, ਮੈਂ ਜਦ ਬਾਰ-ਬਾਰ ਮੇਲ ਐਲਾਈਜ਼ ਦੀ ਗੱਲ ਕਰਦੀ ਹੈਗੀ ਆ ਸ਼ੈਰੀ, ਉਹਦਾ ਕਾਰਨ ਹੀ ਹੈਗਾ ਕਿ ਅਸੀਂ ਔਰਤਾਂ ਨੇ ਬਹੁਤ ਸਟਰਗਲ ਕੀਤੀ ਔਰ ਬਹੁਤ ਸਟਰਗਲ ਅੱਗੇ ਕਰ ਰਹੀਆਂ ਹੈ ਨਾ, ਪਰ ਜਿੰਨੀ ਵੀ ਅਚੀਵਮੈਂਟ ਅਸੀਂ ਕੀਤੀ ਹੈ ਔਰ ਜਿੰਨੀ ਹੋਰ ਕਰਨ ਦੀ ਲੋੜ ਹੈ, ਇਹ ਜਿਹੜਾ ਬੰਦਿਆਂ ਦਾ ਸਹਿਯੋਗ ਤੋਂ, ਔਰ ਸਪੈਸ਼ਲੀ ਸਭ ਤੋਂ ਪਹਿਲਾਂ ਤਾਂ ਪ੍ਰਾਇਮਰੀ ਤਾਂ ਆ ਜਾਂਦਾ ਕਿ ਤੁਹਾਡਾ ਪਰਿਵਾਰ ਹੈਗਾ, ਪਰ ਪਰਿਵਾਰ ਤੋਂ ਬਾਹਰ ਵੀ ਜਿਹੜਾ ਸਮਾਜ ਹੈਗਾ ਜਿਹੜਾ ਤੁਹਾਨੂੰ ਸਹਿਯੋਗ ਕਰ ਰਿਹਾ, ਫੀਮੇਲ ਐਲਾਈਜ਼
ਪਲੱਸ ਮੇਲ ਐਲਾਈਜ਼। ਉਹਦੀ ਲੋੜ ਉਹਦੀ ਐਬਿਲਿਟੀ, ਜਦ ਔਰਤ ਵਿੱਚ ਐਬਿਲਿਟੀ ਇੱਕ ਤਾਂ ਉਹ ਆਪਣੇ ਵਿੱਚ ਉਹਦੇ ਚ ਲੜਨ ਦੀ ਸ਼ਕਤੀ ਹੈਗੀ ਹੈ, ਪਲੱਸ ਜਿਹੜੀ ਉਹ ਸ਼ਕਤੀ ਨੂੰ ਦੇਖ ਕੇ ਇੱਕ ਤਾਂ ਉਹ ਆਪ ਫਾਈਟ ਕਰ ਰਹੀ ਹੈ, ਪਰ ਉਹ ਇਕੱਲੀ ਨਹੀਂ ਲੜ ਸਕੇਗੀ, ਉਹਨੂੰ ਇਸ ਫਾਈਟ ਦੇ ਵਿੱਚ ਆਪਣੀ ਸਪੋਰਟ ਦੀ, ਇਸ ਸੋਲੀਡੈਰਿਟੀ ਦੀ ਬਹੁਤ ਜ਼ਿਆਦਾ ਲੋੜ ਬਿਲਕੁਲ। ਹੈਗੀ। ਰਚਨਾ ਜੀ, ਪਿੱਤਰ ਸੱਤਾ ਤੋਂ ਰਾਜ ਸੱਤਾ ਤੱਕ ਦਾ ਜਿਹੜਾ ਹੈ ਉਹ ਰਸਤਾ ਕਾਫੀ ਔਖਾ ਹੁੰਦਾ, ਤੁਸੀਂ ਇਹ ਸਭ ਕੁਝ ਦੇਖਿਆ ਹੋਇਆ, ਸੋ ਇਹ ਰਸਤਾ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਅੱਜ ਦੇ ਦੌਰ ਦੇ ਵਿੱਚ ਤਾਂ ਖੈਰ ਇਹ ਆਸਾਨ ਹੋ ਗਈਆਂ ਨੇ ਚੀਜ਼ਾਂ, ਪਰ ਫਿਰ ਵੀ ਕਿਹੜੇ ਚੈਲੰਜਸ ਅੱਗੇ ਹੁੰਦੇ ਨੇ ਜਿਹੜੇ ਕਿ ਤੁਸੀਂ ਵੀ ਦੇਖੇ ਨੇ ਜਾਂ ਕਿਸੇ ਵੀ ਆਮ ਔਰਤ ਨੂੰ ਜਿਹੜੇ ਨੇ ਦੇਖਣੇ ਪੈਂਦੇ ਨੇ? ਜੀ ਬਿਲਕੁਲ, ਬਹੁਤ ਚੈਲੰਜਿੰਗ ਹੈ। ਇੱਕ ਤਾਂ ਔਰਤ ਲਈ ਅਸੀਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕੀਤੀ ਹੈਗੀ ਹੈ ਸ਼ੈਰੀ, ਕਿ ਇੱਕ ਔਰਤ ਨੂੰ ਸਿਰਫ ਕਨਵਿੰਸ ਕਰਾਉਣਾ ਕਿ ਉਹ ਪੋਲਿਟਿਕਸ ਦੇ ਫੀਲਡ ਵਿੱਚ ਆਵੇ, ਆਪਣਾ ਨਾਮ ਅੱਗੇ ਕਰੇ, ਉਹਨੂੰ ਕਨਵਿੰਸ ਕਰਾਉਣ ਵਿੱਚ ਹੀ ਕਿੰਨਾ ਸਮਾਂ ਲੱਗ ਜਾਂਦਾ ਹੈਗਾ। ਮਤਲਬ ਕਿ 7 ਵਾਰ ਔਨ ਐਨ ਐਵਰੇਜ, ਮੈਂ ਆਮ ਔਰਤਾਂ ਦੀ ਗੱਲ ਕਰ ਰਹੀ ਹਾਂ ਜਿਹੜੀਆਂ ਮੇਨ ਸਟ੍ਰੀਮ ਦੀਆਂ ਔਰਤਾਂ ਹੈਗੀਆਂ, ਆਮ ਨਾਟ ਟਾਕਿੰਗ ਅਬਾਊਟ ਦ ਵੂਮਨ ਹੂ ਆਰ ਮਾਰਜਨਲਾਈਜ਼ਡ, ਜਿਹੜੀਆਂ ਓਪਰੈਸਡ ਹੈਗੀਆਂ, ਉਹਨਾਂ ਨੂੰ 7 ਵਾਰ ਕਿਹਾ ਜਾਂਦਾ ਤਦ ਜਾ ਕੇ ਉਹ ਹਾਮੀ ਭਰਦੀਆਂ ਇਸ ਚੀਜ਼ ਲਈ ਕਿ ਉਹ ਆਪਣਾ ਨਾਮ ਅੱਗੇ ਰੱਖਣ ਜਾਂ ਉਹ ਪੋਲਿਟਿਕਸ ਵਿੱਚ ਐਕਟਿਵਲੀ ਆਉਣ। ਔਰ ਉਹਦਾ ਕਾਰਨ ਕੀ ਹੈ? ਉਹਨਾਂ ਨੇ ਦੇ ਨੋ ਦ ਚੈਲੰਜਸ ਦੈਟ ਦੇ ਵਿਲ ਫੇਸ, ਦੈਟ ਇਟ ਇਜ਼ ਅ ਨਾਨ ਟ੍ਰੈਡੀਸ਼ਨਲ ਫੀਲਡ, ਕਿਵੇਂ ਉਹਨੂੰ ਮਿਸੋਜਨੀ, ਕਿਵੇਂ ਸੈਕਸਿਜ਼ਮ ਦਾ, ਕਿਵੇਂ ਡਿਸਕ੍ਰਿਮੀਨੇਸ਼ਨ ਦਾ ਉਹਨੂੰ ਸਾਹਮਣਾ ਕਰਨਾ ਪਏਗਾ। ਔਰ ਸਪੈਸ਼ਲੀ ਇਨ ਦ ਪਬਲਿਕ ਲਾਈਫ, ਜਿਵੇਂ ਮੈਂ ਗੱਲ ਕੀਤੀ ਹੈ, ਦ ਕਾਈਂਡ ਆਫ ਟ੍ਰੋਲਿੰਗ ਦੈਟ ਵੂਮਨ ਹੈਵ ਟੂ ਗੋ ਥਰੂ, ਡੈਥ ਥ੍ਰੈਟਸ ਔਰਤਾਂ ਨੂੰ ਆਉਂਦੇ। ਅਸੀਂ ਦੇਖਿਆ ਕਿ ਇਹ ਬੋਨੀ ਹੈਨਰੀ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਹੈ, ਸ਼ੀ ਹੈਜ਼ ਸੈਡ ਸੋ ਮੈਨੀ ਟਾਈਮਸ ਕਿ ਜਿਹੜੀ ਔਰਤ ਲੀਡ ਕਰ ਰਹੀ ਹੈ ਕੋਵਿਡ ਦੇ ਪੈਂਡੈਮਿਕ ਨੂੰ, ਔਰ ਸ਼ੀ ਇਜ਼ ਔਨ ਦ ਫੋਰਫਰੰਟ, ਮੈਨੂੰ ਨਹੀਂ ਲੱਗਦਾ ਕਿ ਉਹ ਜਨਾਨੀ ਨੇ ਕਿਤੇ 2-3 ਘੰਟੇ ਤੋਂ ਵੱਧ ਨੀਂਦ ਵੀ ਹਾਸਲ ਕੀਤੀ ਹੋਏਗੀ ਪਿਛਲੇ 1 ਸਾਲ ਤੋਂ। ਉਹ ਔਰਤ ਲਈ I know we are all frustrated, ਪਰ ਅਸੀਂ ਫਰਸਟ੍ਰੇਸ਼ਨ ਕਿਤੇ ਤੇ ਕੱਢ ਰਹੇ ਹਾਂ ਇੱਕ ਔਰਤ ਦੇ ਉੱਤੇ ਜਿਹੜੀ ਕਿ ਰਾਈਟ ਇਨ ਦਾ ਫੋਰਫਰੰਟ ਹੈਗੀ ਹੈ। ਉਹਨੂੰ ਅਸੀਂ ਡੈਥ ਥ੍ਰੈਟਸ ਦੇ ਰਹੇ ਹਾਂ, ਉਹਨੂੰ ਅਸੀਂ ਰੇਪ ਥ੍ਰੈਟਸ ਦੇ ਰਹੇ ਹਾਂ, ਉਹਨੂੰ ਅਸੀਂ ਮਤਲਬ ਕਿ ਗਾਲਾਂ ਕੱਢ ਰਹੇ ਹੈਗੇ ਫॉर ਅ ਵੂਮਨ ਹੂ ਇਜ਼ ਲਾਈਕ ਅ ਕੇਅਰ ਗਿਵਰ, ਐਂਡ ਇਹ ਸਾਡਾ ਐਟੀਟਿਊਡ ਹੈ ਸਮਾਜ ਦਾ ਟੁਵਰਡਸ ਦੈਟ ਵੂਮਨ। ਬਿਲਕੁਲ। ਇੱਕ ਕਾਲਰ ਆਪਣੇ ਨਾਲ ਜੁੜ ਰਹੇ ਨੇ, ਰਚਨਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਇਹ ਟੀਵੀ ਤੇ ਪ੍ਰੋਗਰਾਮ ਜੀ ਬਿਲਕੁਲ ਜੀ ਬਿਲਕੁਲ, ਇਸ ਟਾਈਮ ਤੁਸੀਂ ਵੀ ਸਾਡੇ ਨਾਲ ਲਾਈਵ ਹੋ। ਰਚਨਾ ਜੀ ਮੇਰੇ ਨਾਲ ਜੁੜੇ ਹੋਏ ਨੇ, ਤੇ ਜਿਸ ਤਰੀਕੇ ਨਾਲ ਅੱਜ ਤੁਸੀਂ ਜਾਣਦੇ ਹੀ ਹੋ ਕਿ ਵਿਮਨਸ ਡੇ ਹੈ ਔਰ ਆਪਾਂ ਇੰਟਰਨੈਸ਼ਨਲ ਵਿਮਨਸ ਡੇ ਤੇ ਹੀ ਗੱਲ ਕਰ ਰਹੇ ਹਾਂ, ਤੁਸੀਂ ਕੀ ਕਹਿਣਾ ਚਾਹੋਗੇ? ਆਪਣੀ ਗੱਲ ਕਹਿ ਸਕਦੇ ਹੋ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਥੈਂਕਸ, ਮੈਂ ਇਹਨਾਂ ਦੀ ਥੈਂਕਸ ਬੋਲਣਾ ਕਿ ਬਹੁਤ ਅੱਛਾ ਪ੍ਰੋਗਰਾਮ ਲੈ ਕੇ ਆਏ ਹੈ ਜੀ, ਥੈਂਕ ਯੂ। ਬਟ ਜਿੰਨਾ ਆਪਾਂ ਪ੍ਰਚਾਰ ਕਰਦੇ ਹਾਂ ਕਿ ਉਹ ਮੈਨੂੰ ਬਹੁਤ ਸਪੋਰਟ ਮਿਲ ਰਹੀ ਹੈ ਜਾਂ ਜੋ ਕੁਝ ਵੀ ਹੈ, ਉਹ ਨਹੀਂ ਮਿਲ ਰਿਹਾ। ਓਕੇ, ਮਿਲ ਕਿਉਂ ਨਹੀਂ ਰਿਹਾ? ਦੇਖੋ, ਛੋਟੀਆਂ ਬੱਚੀਆਂ ਨਾਲ ਰੇਪ ਹੁੰਦੇ ਨੇ, ਉਹਨਾਂ ਨੂੰ ਰੇਪ ਕਰਕੇ ਮਾਰ ਦਿੱਤਾ ਜਾਂਦਾ ਹੈ। ਸੋ ਵੈਸੇ ਵੀ ਜਿਵੇਂ ਪਰਿਵਾਰਾਂ ਦੇ ਵਿੱਚ ਹਾਲੇ ਵੀ ਜਿਵੇਂ ਮੈਨੂੰ ਬਹੁਤ ਜ਼ਿਆਦਾ ਭਾਰੂ ਹੈ ਔਰਤ ਦੇ ਉੱਤੇ, ਮੈਂ ਇਸ ਗੱਲ ਨਾਲ ਐਗਰੀ ਕਰਦੀ ਹਾਂ ਕਿ ਜੋ ਲੜਕੀਆਂ ਪੜ੍ਹ ਲਿਖ ਗਈਆਂ ਜਾਂ ਆਪਣੇ ਪੈਰਾਂ ਤੇ ਖੜੀਆਂ ਹੋ ਗਈਆਂ, ਆਪਣੀ ਜੌਬ ਤੇ ਖੜੀਆਂ ਹੋ ਗਈਆਂ, ਉਹ ਠੀਕ ਹੈ, ਉਹ ਆਪਣੇ ਆਪ ਦੇ ਪੈਰਾਂ ਤੇ ਹੈ। ਬਟ ਅਦਰਵਾਈਜ਼ ਆਲ ਦਾ ਵਰਲਡ not respect, they are not respect given for ladies. जी so जी, ਇਸ ਵਾਸਤੇ ਕੁਛ ਨਾ ਕੁਛ ਜਿਵੇਂ ਹੋਰ ਕੋਈ ਆਪਣੀਆਂ ਗਵਰਨਮੈਂਟਾਂ ਸਪੋਰਟ ਕਰਨ ਜਾਂ ਬਿਲਕੁਲ ਅਵੇਅਰਨੈਸ ਹੋਣੀ ਚਾਹੀਦੀ ਹੈ। ਕੁਛ ਹੋ ਸਕਦਾ। ਦੇਖੋ ਜਿਵੇਂ ਅੱਜ ਇਹਨਾਂ ਨੇ ਅਨਾਉਂਸ ਕੀਤਾ ਕਿ ਲੇਡੀਆਂ ਨੂੰ ਬੱਸ ਸਰਵਿਸ ਫ੍ਰੀ ਹੋਏਗੀ। ਸੋ ਮੈਂ ਜ਼ਿਆਦਾ ਦੇਰ ਇੰਡੀਆ 'ਚ ਰਹਿੰਦੀ ਹਾਂ, ਮੈਂ ਉੱਥੇ ਦੇਖਦੀ ਹਾਂ ਕਿ ਪਿੱਛੇ ਵੀ ਗਵਰਨਮੈਂਟ ਨੇ ਇਹ ਕੀਤਾ ਸੀ, ਜਿਹੜੇ ਬੱਸਾਂ ਵਾਲੇ ਹੁੰਦੇ ਸੀ ਉਹ ਬਜ਼ੁਰਗ ਔਰਤਾਂ ਨੂੰ ਸੜਕਾਂ ਤੇ ਖੜੀਆਂ ਛੱਡ ਜਾਂਦੇ ਸੀ ਕਿ ਇਹਨਾਂ ਕੋਲੋਂ ਸਾਨੂੰ ਕਿਹੜਾ ਕੋਈ ਪੈਸਾ ਮਿਲਣਾ। ਜੀ ਬਿਲਕੁਲ, ਹੈ ਨਾ। ਸੋ ਇਸ ਕਰਕੇ ਠੀਕ ਹੈ, ਆਪਾਂ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ ਜੀ, ਪਰ ਮੈਂ ਟੂ ਮਚ ਸ਼ੌਕ ਹਾਂ ਜਿਵੇਂ ਕਿ ਇਹ ਚੀਜ਼ਾਂ ਨਹੀਂ ਹੈਗੀਆਂ। ਸੋ ਦੇਖੋ, ਆਪਾਂ ਜੇ ਆਦਮੀ ਦੇ ਬਾਰੇ ਲਈਏ, ਆਦਮੀ ਅੱਜ ਦੇ ਯੁੱਗ 'ਚ ਵੀ ਔਰਤ ਉੱਤੇ ਬੌਸ ਹੈ। ਜਿੱਥੇ ਕਿਤੇ ਔਰਤ ਆਪਣਾ ਉਹਨੂੰ ਕੱਲੀ ਦਿਸਦੀ ਆ, ਉਹ ਕਹਿ ਲਓ ਕਿ ਭੇਜੇ ਦੀ ਤਰ੍ਹਾਂ ਔਰਤ ਦੇ ਉੱਤੇ ਹੀ ਚੱਟ ਪੈਂਦਾ ਹੈ ਜੀ। ਸੋ ਇਹਨਾਂ ਚੀਜ਼ਾਂ ਨੂੰ ਕੋਈ ਹੈ ਰੋਕਣ ਵਾਲਾ ਇਸ ਦੁਨੀਆ ਤੇ? ਬਿਲਕੁਲ, ਤੁਸੀਂ ਬਿਲਕੁਲ, ਹਾਂਜੀ ਜੀ। ਪਿੱਛੇ ਜਿਹੇ ਇੱਕ ਮੂਵੀ ਵੀ ਪ੍ਰਮੋਟ ਹੋਈ ਹੈ ਇੱਥੇ, ਉਹ ਤੁਹਾਨੂੰ ਵੀ ਪਤਾ ਹੋਣਾ ਉਹਦੇ ਬਾਰੇ,
ਉਹ ਮੂਵੀ ਬਣੀ ਆਪਣੇ ਜਿਵੇਂ ਉਹਦਾ ਮੈਂ ਨਾਂ ਭੁੱਲ ਗਈ ਆ ਕਿਹੜੀ ਮੂਵੀ ਆ ਉਹ ਜੀ ਆਪਣੇ BC ਚ ਇਹ ਉਹ ਪ੍ਰਮੋਟ ਹੋਈ ਹੈ। ਓਕੇ ਠੀਕ ਹੈ, ਕੋਈ ਨਹੀਂ, ਆਪਾਂ ਤੁਸੀਂ ਵੈਸੇ ਆਪਣੀ ਗੱਲ ਕਰ ਸਕਦੇ ਹੋ, ਫਿਰ ਹੋ ਸਕਦਾ ਆਪਣਾ ਨਾਮ ਯਾਦ ਆ ਜਾਏ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਨਹੀਂ, ਕਹਿਣਾ ਮੈਂ ਇਹ ਚਾਹੁੰਦੀ ਹਾਂ ਕਿ ਜਿੰਨੀ ਆਪਾਂ ਇਹ ਕਹਿੰਦੇ ਆ ਕਿ ਔਰਤ ਨੂੰ ਬਹੁਤ ਸਪੋਰਟ ਮਿਲੀ ਹੈ ਜਾਂ ਕਿਸ ਤਰ੍ਹਾਂ, ਪਰ ਉਹ ਚੀਜ਼ਾਂ ਨਹੀਂ ਹੈਗੀਆਂ। ਜੀ ਬਿਲਕੁਲ। ਪਹਿਲਾਂ ਦੇ ਸਮੇਂ ਤੋਂ ਅੱਜ ਦੇ ਸਮੇਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਔਰਤਾਂ ਲਈ ਪਰਸੈਪਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਬਦਲ ਚੁੱਕੀ ਹੈ। ਅਸੀਂ ਦੇਖਦੇ ਹਾਂ, ਸਾਰੇ ਜਣੇ ਤੁਸੀਂ ਵੀ ਦੇਖਦੇ ਹੋਵੋਗੇ ਕਿ ਹੁਣ ਦਾ ਸਮਾਜ ਜਿਹੜਾ ਥੋੜਾ ਜਿਹਾ ਚੇਂਜ ਹੋ ਚੁੱਕਿਆ, ਬਦਲ ਚੁੱਕਿਆ। ਅੱਜ ਕੱਲ੍ਹ ਦੀ ਔਰਤ ਉਹ ਨਹੀਂ ਰਹਿ ਗਈ ਜਿਹੜੀ ਇਹ ਨਾ ਚੂਜ਼ ਕਰ ਸਕੇ ਵੀ ਉਹਨੇ ਕਿਹੜਾ ਕੰਮ ਕਰਨਾ। ਪਰ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਇਹ ਵਾਕਈ ਸਮਾਜ ਦੇ ਵਿੱਚ ਸਾਡੇ ਆਲੇ ਦੁਆਲੇ ਹੈਗੀਆਂ ਨੇ, ਇਹ ਸਾਡੇ ਵਿੱਚ ਹੀ ਹੈ, ਜਿਹੜੀਆਂ ਅਜੇ ਖਤਮ ਨਹੀਂ ਹੋਈਆਂ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਵੈਲਿਡ ਜਿਹੜੀ ਹੈ ਉਹ ਗੱਲ ਕੀਤੀ ਹੈ, ਬਹੁਤ ਸਹੀ ਤਰੀਕੇ ਨਾਲ ਤੁਸੀਂ ਆਪਣੀ ਗੱਲ ਨੂੰ ਰੱਖਿਆ ਜੀ। ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ। ਵਾਕਈ ਇਹਨਾਂ ਨੇ ਬਹੁਤ ਰਚਨਾ ਜੀ ਬਿਲਕੁਲ ਤੁਸੀਂ ਅਸੀਂ ਜਿਹੜੇ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਜਿਹੜੇ ਬੈਰੀਅਰਸ ਜਿਹੜੇ ਚੈਲੰਜਸ ਔਰਤਾਂ ਅੱਜ ਵੀ ਫੇਸ ਕਰ ਰਹੀਆਂ ਹੈਗੀਆਂ ਔਰ ਇਸ ਸਮਾਜ ਦੇ ਵਿੱਚ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿਹਨੂੰ ਅਸੀਂ ਬਹੁਤ ਹੀ ਕਹਿੰਦੇ ਆ ਕਿ ਅਗਾਂਹ ਵੱਧ ਚੁੱਕਿਆ ਹੈਗਾ, ਉੱਥੇ ਔਰਤਾਂ ਦੇ ਅਸੀਂ ਜੇ ਇੱਕ ਗੱਲ ਜਿਹੜੀ ਆਈ ਵੁੱਡ ਬੀ ਜਿਹੜੀ ਮੈਂ ਅਜੇ ਤੱਕ ਜ਼ਿਕਰ ਨਹੀਂ ਕੀਤਾ, ਜਿਹੜੀ ਸਾਡੀ ਇੰਡੀਜਨਸ ਔਰਤਾਂ ਹੈਗੀਆਂ ਜਿਹੜੀਆਂ ਕਿ ਇੱਥੋਂ ਦੀ ਮੂਲ ਵਾਸੀ ਔਰਤਾਂ ਹੈਗੀਆਂ, ਉਹਨਾਂ ਨਾਲ ਜਿਹੜੀ ਤਰਾਸਦੀ ਹੋਈ ਹੈਗੀ ਹੈ ਜਾਂ ਜਿਹੜੀ ਹੋ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਵੀ, ਸ਼ਰੀ ਦਿਸ ਜਸਟ ਰਿਫਲੈਕਟਸ ਕਿ ਇਹ ਸਮਾਜ ਉਨਾ ਨਹੀਂ ਉੱਭਰ ਸਕਿਆ ਹੈਗਾ ਜਿੰਨੇ ਅਸੀਂ ਇਹਦੇ ਤੋਂ ਉਮੀਦ ਸੀਗੀ। ਉਹਨਾਂ ਦਾ ਸ਼ੋਸ਼ਣ ਹੋਇਆ, ਉਹਨਾਂ ਦਾ ਮਿਸਿੰਗ ਐਂਡ ਮਰਡਰਡ ਵੂਮਨ ਦੀ ਇਨਕੁਆਇਰੀ ਅਜੇ ਤੱਕ ਚੱਲ ਰਹੀ ਹੈਗੀ ਔਰ ਉਹਦੇ ਨਾਲ ਉਹਦੇ ਇੰਟਰਸੈਕਸ਼ਨਲ ਫੈਕਟਰਸ ਹੈਗੇ, ਉਹਨਾਂ ਨਾਲ ਉਸ ਵਿੱਚ ਰੇਸਿਜ਼ਮ ਵੀ ਬਹੁਤ ਜ਼ਿਆਦਾ ਉਹਦਾ ਯੋਗਦਾਨ ਰਿਹਾ, ਰੇਸਿਜ਼ਮ ਦਾ ਵੀ, ਪਲੱਸ ਕਿ ਔਰਤਾਂ ਲਈ ਜਿਹੜਾ ਸਾਡਾ ਵਤੀਰਾ ਕੀ ਹੈਗਾ ਉਹ ਦਰਸਾਉਂਦਾ ਹੈ ਕਿ ਜਿਵੇਂ ਦੀਆਂ ਉਹ ਔਰਤਾਂ what they had to experience and they still experience it and ਸਾਡੀ ਬਲੈਕ ਕਮਿਊਨਿਟੀਜ਼ ਦੀਆਂ ਔਰਤਾਂ ਹੈਗੀਆਂ ਸਾਡੀਆਂ ਜਿਹੜੇ ਅਸੀਂ ਬੱਚਿਆਂ ਦੀ ਵੀ ਗੱਲ ਕੀਤੀ। ਔਰ ਪਿਛਲੇ ਦਿਨਾਂ ਵਿੱਚ ਹੀ ਮੈਨੂੰ ਇੱਕ ਯੰਗ ਔਰਤ ਦਾ ਫੋਨ ਆਇਆ ਮੇਰੇ ਕਨਸਟੀਟੂਐਂਸੀ ਆਫਿਸ ਦੇ ਵਿੱਚ ਐਂਡ ਸ਼ੀ ਟਾਕਡ ਅਬਾਊਟ ਕਿ ਉਹ ਵਾਇਲੈਂਸ ਦੀ ਸ਼ਿਕਾਰ ਰਹੀ ਹੈਗੀ ਹੈ, ਸ਼ੀ ਵਾਸ ਏਬਲ ਟੂ ਲੀਵ ਹਰ ਹਸਬੈਂਡ ਤੇ ਮਤਲਬ ਉਹਦੀ ਚਰਚਾ ਕਰ ਰਹੀ ਸੀ ਐਂਡ ਸਮਥਿੰਗ ਸ਼ੀ ਸੈਡ ਟੂ ਮੀ ਐਂਡ ਆਈ ਵਾਸ ਕੁਆਇਟ ਸ਼ੌਕਡ ਬਾਈ ਦੈਟ। ਉਹ ਕਹਿੰਦੀ ਕਿ ਔਰਤਾਂ ਤਾਂ ਇੰਨੀ ਜ਼ਿਆਦਾ ਕਹਿੰਦੇ ਤੁਹਾਨੂੰ ਆਈਡੀਆ ਹੀ ਨਹੀਂ ਹੈਗਾ ਕਿ ਕਿੰਨਾ ਜ਼ਿਆਦਾ ਵਾਇਲੈਂਸ ਦੀਆਂ ਸ਼ਿਕਾਰ ਹੁੰਦੀਆਂ, ਕਿੰਨਾ ਜ਼ਿਆਦਾ ਇਮੋਸ਼ਨਲ ਵਾਇਲੈਂਸ ਦੀਆਂ ਸ਼ਿਕਾਰ ਹੁੰਦੀਆਂ ਕਿ ਰੋਜ਼ ਵਾਇਲੈਂਸ ਸਿਰਫ ਮਾਰਨਾ ਕੁੱਟਣਾ ਸਿਰਫ ਇਹ ਨਹੀਂ ਹੁੰਦਾ, ਬਹੁਤ ਤਰ੍ਹਾਂ ਦਾ ਮਤਲਬ ਕਿ ਇੱਕ ਇਮੋਸ਼ਨਲ ਸਾਈਕੋਲੋਜੀਕਲ ਲੈਵਲ ਤੇ ਵੀ ਉਹਦੀ ਸ਼ਿਕਾਰ ਹੁੰਦੀਆਂ ਔਰ ਬੋਲਦੀਆਂ ਨੇ ਔਰ ਸਿਰਫ ਇਸ ਡਰ ਤੋਂ ਕਿ ਸਾਡਾ ਪਰਿਵਾਰ ਨਾ ਟੁੱਟ ਜਾਏ। ਕਿਉਂਕਿ ਅਜੇ ਵੀ ਜਦ ਕਈ ਲੋਕੀ ਇਹ ਸੋਚਦੇ ਆ ਕਿ ਔਰਤਾਂ ਜੀ ਪੈਸੇ ਕਮਾਉਣ ਲੱਗ ਗਈਆਂ ਜਾਂ ਕੁਝ ਕਰਨ ਲੱਗ ਗਈਆਂ ਜਾਂ ਇਹ ਤਾਂ ਚਾਹੁੰਦੀਆਂ ਕਿ ਸਾਡਾ ਘਰ ਟੁੱਟ ਜਾਵੇ, ਔਰਤਾਂ ਦੀ ਅਜੇ ਵੀ, ਮੈਂ ਜਦ ਵਾਇਲੈਂਸ ਅਗੇਂਸਟ ਵੂਮਨ ਦੀ ਕਾਉਂਸਲਰ ਵੀ ਸੀਗੀ, ਮੈਂ ਹਮੇਸ਼ਾ ਇਹ ਗੱਲ ਦਾ ਨੂੰ ਇਹ ਕਹਿੰਦੀ ਸੀਗੀ ਕਿ ਔਰਤਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਪਰਿਵਾਰ ਬਚਿਆ ਰਵੇ ਔਰ ਸਪੈਸ਼ਲੀ ਜਿੱਥੇ ਬੱਚੇ ਇਨਵੋਲਵਡ ਹੈਗੇ ਆ ਕਿ ਅਸੀਂ ਕਿੱਥੇ ਜਾਵਾਂਗੇ ਬਿਕੋਜ਼ ਇਟਸ ਨਾਟ ਗੋਇੰਗ ਟੂ ਬੀ ਈਜ਼ੀ। ਘਰ ਛੱਡਣਾ ਜੇ ਲੋਕਾਂ ਨੂੰ ਲੱਗਦਾ ਨਾ ਕਿ ਬਹੁਤ ਆਸਾਨ ਚੀਜ਼ ਹੈ, ਉਹ ਨਹੀਂ ਹੈਗੀ ਹੈ। ਕਿੰਨੇ ਚੈਲੰਜਸ ਹੈ, ਅੱਗੇ ਤੁਹਾਨੂੰ ਜਗ੍ਹਾ ਮਿਲ ਰਹੀ ਹੈਗੀ ਹੈ, ਨੌਕਰੀ ਫਾਈਨੈਂਸ਼ੀਅਲੀ ਤੁਸੀਂ ਕੈਪੇਬਲ ਹੈਗੇ ਹੋ ਕਿ ਬੱਚਿਆਂ ਨੂੰ ਰੱਖਣ ਲਈ, ਔਰ ਜਦ ਉਹ ਘਰ ਛੱਡਣ ਦਾ ਫੈਸਲਾ ਵੀ ਜਦ ਇਨ ਦਾ ਐਂਡ ਦੇ ਡੂ ਇਟ, ਉਹ ਬੱਚਿਆਂ ਨੂੰ ਰੱਖ ਕੇ ਜਦ ਉਹਨੂੰ ਲੱਗਦਾ ਕਿ ਉਹਨਾਂ ਦੇ ਬੱਚੇ ਸੇਫ ਨਹੀਂ ਹੈਗੇ, ਦੈਟਸ ਵੈਨ ਦੇ ਟੇਕ ਦੈਟ ਡਿਸੀਜਨ। ਔਰ ਕਿਸੇ ਵੀ ਅਦਾਰੇ ਦੇ ਵਿੱਚ ਦੇਖ ਲਓ ਉਹ ਔਰਤਾਂ ਦੀ ਜਿਹੜੀ ਹੈ ਉਹ ਜ਼ਿਆਦਾ ਡਿਮਾਂਡ ਰਹਿੰਦੀ ਹੈ, ਕਿਸੇ ਵੀ ਕੰਮਕਾਰ ਵਾਲੀ ਕਿਸੇ ਵੀ ਆਫਿਸ ਦਫ਼ਤਰ ਦੇ ਵਿੱਚ ਜਦੋਂ ਡਿਮਾਂਡ ਹੁੰਦੀ, ਕਿਉਂਕਿ ਔਰਤਾਂ ਰਿਸਪੌਂਸਿਬਿਲਿਟੀ ਨੂੰ ਮਰਦਾਂ ਤੋਂ ਕਿਤੇ ਜ਼ਿਆਦਾ ਚੰਗੇ ਤਰੀਕੇ ਨਾਲ ਸਮਝ ਲੈਂਦੀਆਂ ਨੇ ਤੇ ਨਿਭਾਉਂਦੀਆਂ ਵੀ ਨੇ, ਚਾਹੇ ਉਹ ਡਿਊਟੀ ਆਵਰਸ ਹੋਣ, ਚਾਹੇ ਕੁਝ ਵੀ, ਕੋਈ ਵੀ ਉਹਨਾਂ ਨੂੰ ਕੰਮ ਸੌਂਪ ਦਿੱਤਾ ਜਾਂਦਾ ਤਾਂ ਉਹ ਜ਼ਿੰਮੇਵਾਰੀ ਨਾਲ ਨਿਭਾਉਂਦੀਆਂ ਨੇ। ਇਨਫੈਕਟ ਰਚਨਾ ਜੀ, ਮੈਂ ਇੱਥੇ ਛੋਟਾ ਜਿਹਾ ਟੌਪਿਕ ਡਿਸਕਸ ਕਰਨ ਲੱਗੀ ਹਾਂ ਵੀ ਜ਼ਿੰਮੇਵਾਰੀ ਇੰਨੀ ਜ਼ਿਆਦਾ ਵੀ ਕੁੜੀਆਂ ਦੇ ਵਿੱਚ ਇੰਨੀ ਐਬਿਲਿਟੀ ਹੋ ਚੁੱਕੀ ਹੈ ਵੀ ਅੱਜ ਦੇ ਦੌਰ ਦੇ ਵਿੱਚ ਜਦੋਂ ਮੈਂ ਬਹੁਤ ਸਾਰੇ ਕੇਸਿਸ ਅਜਿਹੇ ਦੇਖੇ ਨੇ ਕਿ ਭਾਰਤ ਚੋਂ ਮਤਲਬ ਕਿਸੇ ਵੀ ਕੋਨੇ ਦੇ ਕਿਸੇ ਵੀ ਦੇਸ਼ ਦੇ ਵਿੱਚੋਂ ਕੋਈ ਆ ਰਿਹਾ ਤਾਂ ਕੁੜੀ ਨੂੰ ਭੇਜਿਆ ਜਾਂਦਾ ਹੈ ਵੀ ਅਸੀਂ ਪੈਸਾ ਲਾ ਦਾਂਗੇ, ਜਿਹੜਾ ਮੁੰਡੇ ਦਾ ਪਰਿਵਾਰ ਹੁੰਦਾ ਉਹ ਕਹਿੰਦਾ ਪੈਸੇ ਅਸੀਂ ਲਾ ਦਾਂਗੇ, ਆਇਲਸ ਤੂੰ ਕਰ, ਬੈਂਡ ਤੂੰ ਲੈ, ਤੂੰ ਉੱਥੇ ਜਾ ਤੇ ਫਿਰ ਤੂੰ ਮੈਨੂੰ ਸੱਦ ਲਈ। ਮਤਲਬ ਕਿ ਆਇਲਸ ਬੈਂਡ ਲੈਂਡਸ ਦੇ ਵਿੱਚ ਵੀ ਜਿਹੜਾ ਹੈ ਪੜ੍ਹਾਈ ਲਿਖਾਈ ਦੇ ਵਿੱਚ ਵੀ ਕੁੜੀਆਂ ਮੋਹਰੀਆਂ ਤੇ ਫਿਰ ਉਹ ਇੱਥੇ ਆਂਦੀਆਂ ਨੇ, ਪੈਸਾ ਸਹੁਰਾ ਪਰਿਵਾਰ ਲਾ ਦਿੰਦਾ, ਫਿਰ ਕੁੜੀਆਂ ਇੱਥੇ ਪੜ੍ਹਨ ਆਂਦੀਆਂ ਨੇ, ਫਿਰ ਉਹਨਾਂ ਦਾ ਮੁੰਡਾ ਇੱਥੇ ਸੱਦਦੀਆਂ ਨੇ। ਮਤਲਬ ਇਸ ਤੋਂ ਮੈਨੂੰ ਹੋਰ ਕੋਈ ਐਗਜ਼ਾਮਪਲ ਨਹੀਂ ਇਸ ਤੋਂ ਜ਼ਿਆਦਾ ਕੋਈ ਕਹਿਣ ਲਈ। ਲਾਈਕ ਅ ਵੈਰੀ ਸਟ੍ਰੇਂਜ, ਮਤਲਬ ਕਿ ਤੁਸੀਂ ਬਹੁਤ ਅੱਛਾ ਐਗਜ਼ਾਮਪਲ ਦਿੱਤਾ ਕਿ ਔਰਤਾਂ ਫੋਰਫਰੰਟ ਤੇ ਉੱਤੇ ਹੈਗੀਆਂ ਔਰ ਸਪੈਸ਼ਲੀ ਜੇ ਮੈਂ ਪਿਛਲੇ ਸਾਲ ਦੀ ਜੇ ਅਸੀਂ ਐਗਜ਼ਾਮਪਲ ਲਈਏ, ਜੇ ਅਸੀਂ ਫੋਰਫਰੰਟ ਤੇ ਦੇਖੀਏ ਤੇ ਔਰਤਾਂ ਸੀਗੀਆਂ। ਅਸੈਂਸ਼ੀਅਲ ਵਰਕਰਸ ਕੌਣ ਹੈ? ਔਰਤਾਂ ਹੈਗੀਆਂ। ਬੇਸ਼ੱਕ ਉਹ ਸਾਡੇ ਕੇਅਰ ਗਿਵਰਸ ਸੀਗੀਆਂ, ਹਸਪੀਟਲਸ ਵਿੱਚ ਕੰਮ ਕਰ ਰਹੀਆਂ, ਸਾਡੇ ਨਰਸਿੰਗ ਦੇ ਵਿੱਚ ਹੈ, ਜੇ ਤੁਸੀਂ ਗਰੋਸਰੀ ਸਟੋਰ ਲੈਣ ਜਾ ਰਹੇ ਹੋ, ਕੌਣ ਹੈ ਔਨ ਦਾ ਫੋਰਫਰੰਟ ਜਿਹੜੇ ਚੈਲੰਜਸ ਲੈ ਰਹੀਆਂ ਇਸ ਚੀਜ਼ ਤੇ ਅਸੀਂ ਇਸ ਚੀਜ਼ ਤੇ ਵੀ ਜਿਹੜੀ ਇੱਕ ਚੀਜ਼
ਬਹੁਤ ਜ਼ਿਆਦਾ ਉੱਭਰ ਕੇ ਆਈ ਹੈਗੀ ਹੈ ਸ਼ਰੀ ਕਿ ਕੋਵਿਡ ਹੈਜ਼ ਅਫੈਕਟਡ ਆਲ ਆਫ ਅਸ ਰਾਈਟ, ਔਰ ਕੋਵਿਡ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ, ਪਰ ਜਿਹੜੀਆਂ ਔਰਤਾਂ ਹੈਗੀਆਂ ਉਹ ਡਿਸਪ੍ਰੋਪੋਰਸ਼ਨੇਟਲੀ ਅਫੈਕਟ ਹੋਈਆਂ ਕੋਵਿਡ ਤੋਂ। ਕੋਵਿਡ ਦਾ ਸ਼ਿਕਾਰ ਜ਼ਿਆਦਾ ਔਰਤਾਂ ਹੋਈਆਂ, ਔਰ ਉਸਦੇ ਵਿੱਚੋਂ ਵੀ ਜਿਹੜੀ ਸੰਖਿਆ ਹੋਏਗੀ ਰੰਗਦਾਰ ਔਰਤਾਂ ਦੀ, ਇੰਡੀਜਨਸ ਔਰਤਾਂ ਦੀ, ਬਲੈਕ ਔਰਤਾਂ ਦੀ ਜ਼ਿਆਦਾ ਹੋਏਗੀ, ਜਿਨ੍ਹਾਂ ਦੀਆਂ ਨੌਕਰੀਆਂ ਖੁੱਸੀਆਂ, ਕਿਉਂਕਿ ਸਭ ਤੋਂ ਥੱਲਵੇਂ ਲੈਵਲ ਤੇ ਕੌਣ ਕੰਮ ਕਰਦਾ ਹੈ ਅਜੇ ਵੀ ਰਾਈਟ, ਜੇ ਬੇਸ਼ੱਕ ਉਹ ਜੈਨੀਟੋਰੀਅਲ ਕੰਮ ਹੈਗਾ ਜਾਂ ਬਿਲਕੁਲ ਹੀ ਥੱਲਵਾਂ ਜਿਹੜਾ ਕੰਮ ਹੈਗਾ ਉਹ ਕੌਣ ਕਰ ਰਿਹਾ ਹੈਗਾ, ਔਰਤਾਂ ਕਰ ਰਹੀਆਂ। ਦੋਜ਼ ਆਰ ਦ ਜੌਬਸ ਦੈਟ ਆਰ ਦ ਫਸਟ ਵਨਸ ਟੂ ਜਿੱਥੋਂ ਲੇ ਆਫ ਕੀਤਾ ਜਾਂਦਾ। ਤੁਹਾਨੂੰ ਕੌਣ ਹੋਈਆਂ? ਔਰਤਾਂ ਹੋਈਆਂ ਜਿਹੜੀਆਂ ਫਾਈਨੈਂਸ਼ੀਅਲੀ ਇੰਪੈਕਟ ਹੋਈਆਂ। ਔਰ ਇੱਕ ਰਿਪੋਰਟ ਆਈ ਹੈ, UN ਦੀ ਰਿਪੋਰਟ ਹੈਗੀ ਹੈ ਕਿ ਔਰਤਾਂ ਨੇ ਪਿਛਲੇ ਸਾਲ ਵਿੱਚ ਜਿੰਨਾ ਉਹਨਾਂ ਨੇ ਧੱਕਾ ਲੱਗਿਆ ਉਹਨਾਂ ਨੂੰ, ਜਿੰਨੀ ਉਹਨਾਂ ਨੇ ਜਿਵੇਂ ਅਸੀਂ ਪ੍ਰੋਗਰੈਸ ਕੀਤੀ ਸੀਗੀ, ਉਹ ਪ੍ਰੋਗਰੈਸ ਤੇ ਜਿਹੜਾ ਇੱਕ ਸਟਾਪ ਲੱਗਿਆ ਉਹਨੂੰ ਕਵਰ ਕਰਨ ਲਈ ਸਾਨੂੰ ਪਤਾ ਨਹੀਂ ਕਿੰਨੇ ਹੋਰ ਦਹਾਕੇ ਲੱਗ ਜਾਣਗੇ। ਉਹ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਔਰਤਾਂ ਪਿੱਛੇ ਸੀਗੀਆਂ ਤੇ ਹੁਣ ਇਹ ਕੋਵਿਡ ਨੇ ਹੋਰ ਪਿੱਛੇ ਕਰਤਾ ਔਰਤਾਂ ਨੂੰ, ਤੇ ਕਿੰਨਾ ਹੋਰ ਜ਼ਿਆਦਾ ਸਾਨੂੰ ਐਫਰਟ ਪਾਣੀ ਪਏਗੀ ਕਿ ਔਰਤਾਂ ਨੂੰ ਹੋਰ ਅੱਗੇ ਲਿਜਾਣ। ਜੀ ਬਿਲਕੁਲ, ਬਹੁਤ ਸਾਰੀਆਂ ਗੱਲਾਂ ਰਚਨਾ ਜੀ ਤੁਹਾਡੇ ਨਾਲ ਕੀਤੀਆਂ, ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ, ਹੁਣ ਆਪਾਂ ਨੂੰ ਕਲੋਜ਼ਿੰਗ ਕਰਨੀ ਪੈਣੀ, ਤੇ ਮੈਂ ਚਾਹੁੰਦੀ ਹਾਂ ਵੀ ਇੱਕ ਤਾਂ ਦਰਸ਼ਕਾਂ ਨੂੰ ਤੁਸੀਂ ਵਿਮਨਸ ਡੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਦੇ ਦਿਓ, ਤੇ ਅੱਜ ਕਲੋਜ਼ਿੰਗ ਵੀ ਤੁਸੀਂ ਕਰੋ। ਜੀ ਬਹੁਤ ਇੱਕ ਤਾਂ ਸ਼ੈਰੀ ਤੁਹਾਡਾ ਚੈਨਲ ਪੰਜਾਬੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਇੰਪੋਰਟੈਂਟ ਦਿਨ ਦੀ ਬਹੁਤ ਜ਼ਿਆਦਾ ਉਹਦੀ ਮਹੱਤਤਾ ਨੂੰ ਸਮਝਿਆ ਔਰ ਉਹਨੂੰ ਇਸ ਬਹੁਤ ਹੀ ਸੂਖਮ, ਬਹੁਤ ਹੀ ਇੱਕ ਸੀਰੀਅਸ ਇਸ਼ੂ ਨੂੰ ਇੱਕ ਆਪਣੇ ਸਰੋਤਿਆਂ ਦੇ ਅੱਗੇ ਪੇਸ਼ ਕੀਤਾ। And as you said in the beginning, Sherry, this is not the only day that we should be talking about women. Every day we should be bringing the women up. ਬੇਸ਼ੱਕ ਉਹ ਸਾਡੇ ਘਰ ਵਿੱਚ ਸਾਡੀ ਬੱਚੀ ਹੋਵੇ, ਸਾਡੀ ਭੈਣ ਹੋਵੇ, ਸਾਡੀ ਪਤਨੀ ਹੋਵੇ, ਉਹਨੂੰ ਇੱਕ ਤੁਸੀਂ ਸਟਰੋਂਗ ਐਲਾਈ, ਮੈਂ ਸਿਰਫ ਮਾਵਾਂ ਭੈਣਾਂ ਨੂੰ ਨਹੀਂ ਸਿਰਫ ਇਹ ਗੱਲ ਕਹਿ ਰਹੀ, ਮੈਂ ਆਪਣੇ ਭਰਾਵਾਂ ਨੂੰ, ਆਪਣੇ ਜਿਹੜੇ ਪਿਤਾ ਵਰਗੇ ਜਿਹੜੇ ਇਨਸਾਨ ਹੈਗੇ ਮੇਰੇ ਜਿਹੜੇ ਇਹ ਸਾਰੇ ਸ਼ੋਅ ਦੇਖ ਰਹੇ ਹੈ, ਯੂ ਹੈਵ ਟੂ ਬੀ ਅ ਸਟਰੋਂਗ ਐਲਾਈ। ਅਸੀਂ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੇ ਹਾਂ ਸਮਾਜ ਵਿੱਚ, ਅਸੀਂ ਬੱਚਿਆਂ ਨੂੰ, ਆਪਣੀ ਬੱਚੀਆਂ ਤੇ ਬਹੁਤ ਮਾਣ ਕਰ ਰਹੇ ਹਾਂ, ਉਹਨਾਂ ਨੂੰ ਪੜ੍ਹਾਈ ਲਿਖਾਈ ਲਈ ਬਹੁਤ ਪ੍ਰੇਰ ਰਹੇ ਹੈਗੇ ਆ, ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਤੇ ਬੰਦਿਸ਼ਾਂ ਵੀ ਲਾਉਂਦੇ ਹਾਂ। ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਦਿਸ ਇਜ਼ ਯੋਰ, ਇਹ ਤੁਹਾਡਾ ਸਫੇਅਰ ਹੈ, ਇਹ ਤੁਹਾਡਾ ਦਾਇਰਾ ਹੈ, ਇਸ ਦਾਇਰੇ ਤੋਂ ਬਾਹਰ ਨਾ ਨਿਕਲੋ। ਲੈਟ them grow। ਉਹਨਾਂ ਵਿੱਚ ਤੁਸੀਂ ਇੰਨੀ ਸ਼ਕਤੀ ਭਰੋ, ਇੰਨਾ ਜ਼ਿਆਦਾ ਉਹਨਾਂ ਵਿੱਚ ਪਾਵਰ ਦੇਵੋ, ਇੰਨਾ ਐਮਪਾਵਰ ਕਰੋ ਉਹਨਾਂ ਨੂੰ ਕਿ ਉਹ ਆਪਣੇ ਆਪ ਤੇ ਵਿਸ਼ਵਾਸ ਕਰ ਸਕਣ ਤੇ ਉਸ ਵਿਸ਼ਵਾਸ ਸਦਕਾ ਉਹ ਹੋਰ ਜ਼ਿਆਦਾ ਮੱਲਾ ਮਾਰ ਸਕਣ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।